ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਆ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਦੇ ਵਿੱਚ। ਦੋਸਤੋ ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 24 ਲੈ ਕੇ ਆਏ ਹਾਂ। ਇਸ ਤੋਂ ਪਹਿਲਾਂ ਆਪਾਂ 23 ਕਲਾਸਾਂ ਪੋਲਿਟੀ ਦੀਆਂ ਕਰ ਚੁੱਕੇ ਹਾਂ। ਜੇਕਰ ਤੁਸੀਂ ਉਹ ਨਹੀਂ ਦੇਖੀਆਂ ਜਾ ਕੇ ਪਲੀਜ਼ ਉਹਨੂੰ ਸਿਸਟੇਮੈਟਿਕ ਵੇ ਦੇ ਨਾਲ ਦੇਖਣਾ ਸ਼ੁਰੂ ਕਰੋ, ਕਿਉਂਕਿ ਜਦੋਂ ਤੁਸੀਂ ਪੋਲਿਟੀ ਕਰਨੀ ਆ, ਹੁਣ ਪੰਜਾਬ ਦੇ ਜਿੰਨੇ ਵੀ ਪੇਪਰ ਆਉਣਗੇ ਰੀਸੈਂਟਲੀ ਜਿਹੜੇ ਹੋਏ ਵੀ ਨੇ, ਉਹਦੇ ਵਿੱਚ ਤੁਸੀਂ ਦੇਖਿਆ ਸੀ ਕਿ ਪੋਲਿਟੀ 'ਚੋਂ ਬਹੁਤ ਕੁਐਸਚਨ ਆ ਰਹੇ ਸੀ। ਖਾਸ ਕਰ ਪੰਜਾਬ ਪੁਲਿਸ ਤੇ PPSC ਦੇ ਪੇਪਰ ਚੱਕ ਕੇ ਦੇਖ ਲਓ, ਬਹੁਤ ਵਧੀਆ ਲੈਵਲ ਦੇ ਕੁਐਸਚਨ ਪੋਲਿਟੀ ਦੇ ਵਿੱਚ ਪੁੱਛੇ ਗਏ ਸੀ। ਸੋ ਪੋਲਿਟੀ ਤੁਹਾਨੂੰ ਕਰਨੀ ਹੀ ਪੈਣੀ ਆ, ਕਿਉਂਕਿ ਅੱਜ ਤੋਂ 4 ਸਾਲ ਪਹਿਲਾਂ 5 ਸਾਲ ਪਹਿਲਾਂ ਜਦੋਂ ਤੁਸੀਂ ਕੋਈ ਵੀ ਐਗਜ਼ਾਮ ਪੰਜਾਬ ਦਾ ਦਿੰਦੇ ਸੀ ਤਾਂ ਉਹਦੇ ਵਿੱਚ ਜ਼ਿਆਦਾਤਰ ਸਟੈਟਿਕ GK ਹੀ ਪੁੱਛੀ ਜਾਂਦੀ ਸੀ। ਪਰ ਹੁਣ ਤੁਸੀਂ ਦੇਖ ਲਓ ਕਿ ਜੇਲ੍ਹ ਵਾਰਡਨ ਦਾ ਰੀਸੈਂਟਲੀ ਪੇਪਰ ਹੋਇਆ ਸੀ ਤਾਂ ਉਹਨਾਂ ਨੇ ਅਲੱਗ ਤੋਂ 20 ਨੰਬਰ ਦੀ ਪੋਲਿਟੀ ਹੀ ਮੈਂਸ਼ਨ ਕਰਤੀ ਸੀ। ਮਤਲਬ ਵਧੀਆ ਲੈਵਲ ਦੇ ਕੁਐਸਚਨ ਪਾਏ ਹੋਏ ਸੀਗੇ, ਫੈਕਟ ਵਾਲੇ ਵੀ ਪਾਏ ਹੋਏ ਸੀ, ਨਾਲ ਹੀ ਕਨਸੈਪਚੁਅਲ ਵੇਸ ਵੀ ਤੁਹਾਨੂੰ ਕੁਐਸਚਨ ਪੁੱਛੇ ਹੋਏ ਸੀਗੇ। ਠੀਕ ਆ ਜੀ। ਸੋ ਇਹ ਵਾਲੀ ਕਲਾਸ ਦੇ ਵਿੱਚ ਆਪਾਂ ਇਹ ਸਾਰਾ ਆਪਣਾ ਟੌਪਿਕ ਅੱਜ ਦਾ ਰਹੂਗਾ ਜੀ ਲੋਕਲ ਗੌਰਮੈਂਟ ਜਿਹੜੀ ਆਪਣੀ ਆ, ਠੀਕ ਆ, ਪੰਚਾਇਤੀ ਰਾਜ ਤੇ ਮਿਊਨਿਸਪੈਲਿਟੀਜ਼। ਇਹਦੇ ਬਾਰੇ ਆਪਾਂ ਪੂਰਾ ਡਿਟੇਲ ਦੇ ਵਿੱਚ ਪੜਾਂਗੇ। ਇਹ ਕਲਾਸ ਨੂੰ ਤੁਸੀਂ ਪੂਰਾ ਧਿਆਨ ਨਾਲ ਦੇਖਣਾ, ਕਿਉਂਕਿ ਇਹਦੇ ਵਿੱਚੋਂ ਬਹੁਤ ਕੁਐਸਚਨ 2021 ਚ ਭਰ ਕੇ ਬਣੇ ਸੀ। ਠੀਕ ਆ, ਪੰਚਾਇਤੀ ਰਾਜ ਦੇ ਵਿੱਚ ਕੋਈ ਪੇਪਰ ਚੱਕ ਲਓ ਤੁਸੀਂ, ਪੰਜਾਬ ਪੁਲਿਸ ਚੱਕ ਲਓ, PPSC ਚੱਕ ਲਓ, ਚਾਹੇ PSSB ਚੱਕ ਲਓ, ਇਹਦੇ ਵਿੱਚੋਂ ਕੁਐਸਚਨ ਆਇਆ ਹੋਇਆ ਤੇ ਬਹੁਤ ਵਧੀਆ ਲੈਵਲ ਦੇ ਕੁਐਸਚਨ ਬਣੇ ਹੋਏ ਨੇ। ਠੀਕ ਆ ਜੀ। ਸੋ ਇਹਨੂੰ ਚੰਗੀ ਤਰ੍ਹਾਂ ਕਰਨਾ। ਮੈਂ ਕਲਾਸ ਸ਼ਾਇਦ ਥੋੜੀ ਦੇ 10-15 ਮਿੰਟ ਬਾਕੀ ਕਲਾਸਾਂ ਨਾਲੋਂ ਵੱਡੀ ਹੋ ਜਾਵੇ, ਪਰ ਇਹਨੂੰ ਆਪਾਂ ਸਮਝ ਕੇ ਕਰਨਾ, ਕਿਉਂਕਿ ਇਹ ਸਮਝਣ ਵਾਲਾ ਟੌਪਿਕ ਹੈਗਾ। ਯਾਦ ਰੱਖਣ ਵਾਲੀਆਂ ਚੀਜ਼ਾਂ ਵੀ ਹੈਗੀਆਂ, ਪਰ ਸਮਝਣ ਵਾਲਾ ਟੌਪਿਕ ਆ। ਠੀਕ ਹੈ ਜੀ। ਸੋ ਸਮਝ ਕੇ ਕਰਿਓ ਇਹਨੂੰ। ਚਲੋ ਜੀ, ਕਰਦੇ ਹਾਂ ਆਪਾਂ ਆਪਣੀ ਅੱਜ ਦੀ 24 ਨੰਬਰ ਕਲਾਸ। ਦੇਖੋ ਜੀ, ਅੱਜ ਦੀ ਜਿਹੜੀ ਆਪਣੀ ਪਹਿਲੀ ਦੇ ਵਿੱਚ ਆਪਾਂ ਪੜ੍ਹਿਆ ਸੀ ਨਾ, ਠੀਕ ਆ ਜੀ। ਸੋ ਇੱਕ ਹੁੰਦਾ ਜੀ ਆਪਣੇ ਨਾ ਇੱਥੇ 2 ਟੀਅਰ ਦਾ, ਜਿਵੇਂ ਆਪਾਂ ਫੈਡਰਲ ਸਿਸਟਮ ਸੀਗਾ, ਠੀਕ ਆ, ਆਪਣੇ ਗੌਰਮੈਂਟ ਦਾ, ਜਿਹਦੇ ਵਿੱਚ ਕਿ ਇੱਕ ਸੈਂਟਰ ਗੌਰਮੈਂਟ ਹੁੰਦੀ ਆ, ਇੱਕ ਸਟੇਟ ਗੌਰਮੈਂਟ ਹੁੰਦੀ ਆ। ਹੁਣ ਜੀ ਜਿਹੜੀ ਇਹ ਤੀਜਾ ਟਾਇਰ ਆ, ਠੀਕ ਆ, ਹੁਣ ਰੀਸੈਂਟਲੀ ਪੰਜਾਬ ਦੇ ਇੱਕ PSSB ਦੇ ਪੇਪਰ ਦੇ ਵਿੱਚ ਉਹਨਾਂ ਨੇ 3 ਟਾਈਪ ਆਫ ਗੌਰਮੈਂਟ ਪੁੱਛ ਲਿਆ ਸੀ ਕਿ ਦੱਸੋ ਕਿਹੜੇ ਆ। ਠੀਕ ਆ, ਉਹਦੇ ਵਿੱਚ ਬੱਚਿਆਂ ਨੇ ਕਈਆਂ ਨੇ ਕੀ ਲਾਇਆ ਸੀ ਜੀ, ਪ੍ਰੈਜ਼ੀਡੈਂਟ ਵੀ ਦਿੱਤਾ ਹੋਇਆ ਸੀ ਉਹਨਾਂ ਦਾ। ਪ੍ਰੈਜ਼ੀਡੈਂਟ ਤੋਂ ਬਾਅਦ ਉਹਨਾਂ ਨੇ ਸੈਂਟਰ ਗੌਰਮੈਂਟ ਲਾਤਾ ਸੀਗਾ ਤੇ ਸਟੇਟ ਗੌਰਮੈਂਟ। ਲੋਕਾਂ ਨੇ ਚੱਕ ਕੇ ਕਈ ਬੱਚੇ ਆਹ ਲਾਇਆ ਆਏ ਸੀਗੇ ਜਾ ਕੇ। ਸੋ ਇਹ ਚੀਜ਼ ਤੁਸੀਂ ਧਿਆਨ ਦੇਣੀ ਆ ਕਿ ਕਿਹੜੀ ਚੀਜ਼ ਦੇ ਵਿੱਚ ਉਹਨਾਂ ਨੇ ਕੀ ਚੀਜ਼ ਪੁੱਛੀ ਹੋਈ ਆ। ਹੁਣ ਦੇਖੋ ਜੀ, 3 ਟੀਅਰ ਸਿਸਟਮ ਆ, ਇਹਦੇ ਵਿੱਚ ਕੀ ਆ ਜਾਂਦਾ। 3 ਲੈਵਲ ਆ ਜਾਂਦੇ ਨੇ। ਪਹਿਲਾ ਲੈਵਲ ਆ ਗਿਆ ਜੀ ਸੈਂਟਰ ਗੌਰਮੈਂਟ, ਦੂਜਾ ਲੈਵਲ ਆ ਜਾਊਗਾ ਜੀ ਸਾਡਾ ਸਟੇਟ ਗੌਰਮੈਂਟ, ਠੀਕ ਹੈ ਜੀ, ਤੀਜਾ ਲੈਵਲ ਆ ਜਾਊਗਾ ਸਾਡਾ ਲੋਕਲ ਬੋਡੀ ਦੀਆਂ ਜਿਹੜੀਆਂ ਲੋਕਲ ਗੌਰਮੈਂਟ ਹੋ ਗਈ। ਠੀਕ ਹੈ ਜੀ। ਸੋ ਆਪਾਂ ਪੜ੍ਹਦੇ ਹਾਂ ਚੰਗੀ ਤਰ੍ਹਾਂ। ਹੁਣ ਜੀ ਕੇਂਦਰ ਸਰਕਾਰ ਬਾਰੇ ਮੈਂ ਤੁਹਾਨੂੰ ਸਾਰਾ ਕੁਝ ਬਹੁਤ ਚੰਗੀ ਤਰ੍ਹਾਂ ਪੜ੍ਹਾਇਆ ਹੋਇਆ ਕਿ ਕੇਂਦਰ ਸਰਕਾਰ ਕਿਵੇਂ ਚੱਲਦੀ ਹੈ, ਕਿੱਥੋਂ ਚੱਲਦੀ ਆ, ਪਾਰਲੀਮੈਂਟ ਤੋਂ ਚੱਲਦੀ ਹੈ, ਠੀਕ ਆ, ਲੋਕ ਸਭਾ, ਰਾਜ ਸਭਾ, ਆਪਾਂ ਸਾਰਾ ਬਹੁਤ ਚੰਗੀ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਐਗਜ਼ੀਕਿਊਟਿਵ ਵੀ ਉਹਦੇ ਕੀਤੇ ਹੋਏ ਨੇ। ਠੀਕ ਆ। ਹੁਣ ਕੇਂਦਰ ਸਰਕਾਰ ਪੂਰੇ ਦੇਸ਼ ਦੇ ਮੁੱਦਿਆਂ ਨੂੰ ਸੰਭਾਲਦੀ ਆ। ਇਹ ਭਾਰਤ ਵਿੱਚ ਵਿਦੇਸ਼ੀ ਮਾਮਲਿਆਂ ਨੂੰ ਸੰਭਾਲਣ ਲਈ ਵੀ ਜ਼ਿੰਮੇਵਾਰ ਆ। ਠੀਕ ਆ। ਹੁਣ ਇਹਨੇ ਸਾਰਾ ਕੁਝ ਦੇਖਣਾ ਸੈਂਟਰ ਗੌਰਮੈਂਟ, ਪਰ ਇਹ ਕੱਲੀ ਚੀਜ਼ ਕੱਲੀ ਸਟੇਟ ਥੋੜੀ ਨਾ ਦੇਖ ਸਕਦੀ ਹੈ ਸੈਂਟਰ ਗੌਰਮੈਂਟ। ਫਿਰ ਕੀ ਹੋਇਆ ਜੀ, ਇੱਕ ਰਾਜ ਸਰਕਾਰ ਬਣੀ ਹੋਈ ਆ ਆਪਣੇ। ਠੀਕ ਆ। ਸਟੇਟ ਗੌਰਮੈਂਟ ਬਹੁਤ ਚੰਗੀ ਤਰ੍ਹਾਂ ਆਪਾਂ ਸਟੇਟ ਗੌਰਮੈਂਟ ਪੜ੍ਹੀ ਹੋਈ ਆ। ਠੀਕ ਆ। ਸੋ ਸਟੇਟ ਲੈਜਿਸਲੇਚਰ ਦੇ ਵਿੱਚ ਜੋ ਆਪਣੀਆਂ ਅਸੈਂਬਲੀਜ਼ ਹੈਗੀਆਂ ਜਾਂ ਕੌਂਸਲਸ ਹੈਗੀਆਂ, ਸਾਰਾ ਬਹੁਤ ਚੰਗੀ ਤਰ੍ਹਾਂ ਮੈਂ ਤੁਹਾਨੂੰ ਇਹਦੀਆਂ ਪਿਛਲੀਆਂ 2 ਕਲਾਸਾਂ ਦੇਖੋ ਜਾ ਕੇ। ਸੈਂਟਰ ਗੌਰਮੈਂਟ ਤੇ ਸਟੇਟ ਗੌਰਮੈਂਟ ਤੁਹਾਡਾ ਸਾਰਾ ਪੂਰੀ ਤਰ੍ਹਾਂ ਨਾਲ ਕਲੀਅਰ ਹੋਏਗਾ। ਠੀਕ ਆ। ਹੁਣ ਇਹਦੇ ਵਿੱਚ ਕੀ ਹੁੰਦਾ ਜੀ, ਸਟੇਟ ਗੌਰਮੈਂਟ ਜਿਹੜਾ ਰਾਜ ਸਰਕਾਰ ਆ, ਭਾਰਤ ਵਿੱਚ ਦਿੱਤੇ ਗਏ ਰਾਜਾਂ ਦੇ ਮੁੱਦਿਆਂ, ਮਤਲਬ ਰਾਜ ਦੇ ਵਿੱਚ ਕੋਈ ਮੁੱਦੇ ਆ ਜਾਂ ਕੋਈ ਮਾਮਲੇ ਆ, ਉਹਨਾਂ ਨੂੰ ਸੰਭਾਲਦੀ ਆ ਤੇ ਰਾਜ ਪੱਧਰ ਤੇ ਕੰਮ ਕਰਦੀ ਆ। ਇਹਦਾ ਅਧਿਕਾਰ ਖੇਤਰ ਰਾਜ ਪੱਧਰ ਤੇ ਹੀ ਕੰਮ ਕਰਦਾ ਹੈ। ਠੀਕ ਹੈ ਜੀ। ਸੋ ਇਸ ਤੋਂ ਅਗਲੀ ਕਲਾਸ ਆਪਣੀ ਹੋਏਗੀ ਸੈਂਟਰ ਸਟੇਟ ਗੌਰਮੈਂਟ ਰਿਲੇਸ਼ਨ। ਠੀਕ ਆ ਜੀ। ਸੋ ਇੰਟਰ ਸਟੇਟ ਰਿਲੇਸ਼ਨ, ਜਿਹੜੀ ਬਾਕੀ ਸਾਰੇ ਵੀ ਟੌਪਿਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਵੀ ਕਰਵਾਏ ਨੇ, ਠੀਕ ਆ, ਉਹ ਸਾਰੇ ਟੌਪਿਕ ਦੀ ਇੱਕ ਵਾਰ ਤੁਹਾਡੀ ਉਹਦੇ 'ਚ ਰਿਵੀਜ਼ਨ ਵੀ ਹੋ ਜਾਏਗੀ ਤਾਂ ਬਹੁਤ ਵਧੀਆ ਤਰੀਕੇ ਨਾਲ ਆਪਾਂ ਕਰਾਂਗੇ ਕਲਾਸ। ਠੀਕ ਆ ਜੀ। ਹੁਣ ਜੀ ਲੋਕਲ ਗੌਰਮੈਂਟ ਜਿਹੜਾ ਤੀਜਾ ਟੀਅਰ ਆਇਆ ਦਾ, ਜਿਹਦੇ ਵਿੱਚ ਕਿ ਇਹ ਪਿੰਡ ਅਤੇ ਪੇਂਡੂ ਖੇਤਰਾਂ 'ਚ ਕੰਮ ਕਰਦਾ। ਠੀਕ ਆ। ਰੂਰਲ ਏਰੀਆ ਹੋ ਗਿਆ, ਠੀਕ ਆ, ਜਿਹਦੇ ਵਿੱਚ ਪੰਚਾਇਤੀ ਰਾਜ ਹੋ ਗਿਆ। ਹੁਣ ਇਹਦੇ ਵਿੱਚ ਇੱਕ ਮਿਊਨਿਸਪੈਲਿਟੀਜ਼ ਹੋ ਗਈਆਂ। ਪੰਚਾਇਤੀ ਰਾਜ ਦੇ ਵਿੱਚ ਪਿੰਡਾਂ ਦੇ ਵਿੱਚ ਤੇ ਪੇਂਡੂ ਖੇਤਰ 'ਚ ਕੰਮ ਕਰਦਾ। ਠੀਕ ਆ ਜੀ। ਮਿਊਨਿਸਪੈਲਿਟੀ ਜਿਹਨੂੰ ਆਪਾਂ ਨਗਰ ਪਾਲਿਕਾ ਵੀ ਕਹਿੰਦੇ ਨੇ, ਇਹ ਜ਼ਿਲ੍ਹੇ ਦੇ ਵਿੱਚ ਜਾਂ ਕੋਈ ਜਿਵੇਂ ਅਰਬਨ ਏਰੀਆ ਹੋ ਗਿਆ, ਠੀਕ ਆ, ਜਿਵੇਂ ਕਸਬੇ ਹੋ ਗਏ, ਠੀਕ ਆ, ਡਿਸਟ੍ਰਿਕਟ ਹੋ ਗਿਆ, ਟਾਊਨ ਹੋ ਗਿਆ, ਮਿਊਨਿਸਪੈਲਿਟੀਜ਼ ਹੋ ਗਿਆ, ਇਹਦੇ ਕੋਲੇ ਇਹਨੂੰ ਵੀ ਆਪਣਾ ਸਥਾਨਕ ਸਰਕਾਰ ਜਾਨੀ ਲੋਕਲ ਗੌਰਮੈਂਟ ਕਹਿੰਦੇ ਆ। ਠੀਕ ਆ ਜੀ। ਹੁਣ ਤੁਹਾਨੂੰ 3 ਟੀਅਰ ਸਿਸਟਮ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਠੀਕ ਆ। ਕੇਂਦਰ ਸਰਕਾਰ ਆਪਾਂ ਕਰ ਲਿਆ, ਰਾਜ ਸਰਕਾਰ ਆ ਜਿਹੜਾ, ਉਹ ਆਪਾਂ ਜਿਹੜਾ ਸਟੇਟ ਗੌਰਮੈਂਟ ਆ ਉਹ ਵੀ ਕਰ ਚੁੱਕੇ ਆ। ਤੇ ਅੱਜ ਆਪਾਂ ਕੀ ਕਰ ਰਹੇ ਹਾਂ ਜੀ, ਅੱਜ ਆਪਾਂ ਕਰ ਰਹੇ ਹਾਂ ਲੋਕਲ ਗੌਰਮੈਂਟ। ਠੀਕ ਆ ਜੀ। ਇਸ ਤੋਂ ਬਾਅਦ ਆਪਾਂ ਸੈਂਟਰ ਸਟੇਟ ਰਿਲੇਸ਼ਨ ਦੇ ਉੱਤੇ ਬਹੁਤ ਵਧੀਆ ਕਲਾਸ ਇਸ ਤੋਂ ਅਗਲੀ ਲੈ ਕੇ ਆਵਾਂਗੇ। ਠੀਕ ਆ ਜੀ। ਸੋ ਸ਼ੁਰੂ ਕਰਦੇ ਹਾਂ ਜੀ ਹੁਣ ਅੱਜ ਦਾ। ਹੁਣ ਦੇਖੋ ਜੀ, ਇੰਟਰੋਡਕਸ਼ਨ ਪਹਿਲਾਂ ਆਪਾਂ ਥੋੜੀ ਜਿਹੀ ਕਰਨੀ ਆ। ਠੀਕ ਆ ਜੀ। ਇੰਟਰੋਡਕਸ਼ਨ ਦੇ ਵਿੱਚ ਦੇਖੋ ਜੀ, ਸਾਲ 1882 ਈਸਵੀ ਦੇ ਵਿੱਚ ਕੀ ਹੋਇਆ ਜੀ। ਦੇਖੋ ਜੀ, ਹੁਣ ਜੀ 1882 ਈਸਵੀ ਦੇ ਵਿੱਚ ਭਾਰਤ ਦੇ ਵਾਇਸਰੋਏ ਸੀਗਾ ਜੀ ਲਾਰਡ ਰਿਪਨ। ਉਹਨੇ ਜੀ ਆਪਣੀ ਸਵੈ ਸਰਕਾਰ, ਜਿਹਨੂੰ ਕਿ ਆਪਾਂ ਲੋਕਲ ਸੈਲਫ ਗੌਰਮੈਂਟ ਕਹਿੰਦੇ ਆ, ਇਹਨੂੰ ਇੰਟਰੋਡਿਊਸ ਕਰਤਾ ਸੀ। ਇਸ ਨੂੰ ਸਥਾਨਕ ਸਵੈ ਸ਼ਾਸਨ ਦਾ ਮੈਗਨਾ ਕਾਰਟਾ ਵੀ ਕਿਹਾ ਜਾਂਦਾ। ਠੀਕ ਆ।
ਸਥਾਨਕ ਸਵੈ ਸ਼ਾਸਨ ਦਾ ਸਿਰਫ ਲੋਕਲ ਸੈਲਫ ਗਵਰਨਮੈਂਟ ਦਾ ਮੈਗਨਾ ਕਾਰਟਾ ਕਿਹਾ ਜਾਂਦਾ, ਠੀਕ ਆ। ਲਾਰਡ ਰਿਪਨ ਨੂੰ ਭਾਰਤ ਵਿੱਚ ਸਥਾਨਕ ਫਾਦਰ ਆਫ ਦਾ ਲੋਕਲ ਸੈਲਫ ਗਵਰਨਮੈਂਟ ਵੀ ਕਿਹਾ ਜਾਂਦਾ ਵਾ, ਠੀਕ ਆ। ਹੁਣ ਇਹਦੇ ਵਿੱਚ ਨਾ ਇੱਕ ਚੀਜ਼ ਹੋਰ ਧਿਆਨ ਰੱਖਿਆ ਕਰੋ, ਇਹਦੇ ਵਿੱਚ ਨਾ ਜ਼ਿਆਦਾਤਰ ਤੁਸੀਂ ਉਹਦੇ ਉੱਤੇ ਨਾ ਜਾਇਆ ਕਰੋ ਕਿ ਹਾਂਜੀ ਇਹਦੇ ਵਿੱਚ ਤੁਸੀਂ ਸਿਰਫ ਤੇ ਸਿਰਫ ਮਤਲਬ ਪੰਜਾਬੀ ਦੇ ਉੱਤੇ ਹੀ ਫੋਕਸ ਕਰਨਾ। ਮਤਲਬ ਕਈ ਚੀਜ਼ਾਂ ਇਹੋ ਜਿਹੀਆਂ ਨੇ ਜੇਕਰ ਤੁਸੀਂ ਸਥਾਨਕ ਸਵੈ ਸਰਕਾਰ ਯਾਦ ਕਰਨ ਲਈ ਜਾਓਗੇ ਤਾਂ ਥੋੜਾ ਜਿਹਾ ਤੁਹਾਨੂੰ ਇਸ ਤਰ੍ਹਾਂ ਲੱਗੇਗਾ ਕਿ ਹਾਂ ਇਹ ਵਰਡ ਥੋੜੇ ਜਿਹੇ ਮੁਸ਼ਕਿਲ ਲੱਗ ਰਹੇ ਆ। ਸੋ ਉਹਦੇ ਵਿੱਚ ਤੁਸੀਂ ਫਾਦਰ ਆਫ ਦਾ ਲੋਕਲ ਸੈਲਫ ਗਵਰਨਮੈਂਟ ਉਹਨੂੰ ਇੰਗਲਿਸ਼ ਦੇ ਵਿੱਚ ਯਾਦ ਕਰ ਲਓ, ਠੀਕ ਹੈ। ਇਸ ਲਈ ਆਪਾਂ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਦਿੱਤਾ ਹੋਇਆ ਕਿ ਜੇ ਸੈਂਟੈਂਸ ਪੜ੍ਹਨਾ ਉਹ ਤੁਸੀਂ ਬੇਸ਼ੱਕ ਪੰਜਾਬੀ 'ਚ ਪੜ੍ਹੋ, ਸੈਂਟੈਂਸ ਤੁਹਾਨੂੰ ਪੰਜਾਬੀ 'ਚ ਜਿੰਨਾ ਵਧੀਆ ਸਮਝ ਆਏਗਾ ਬਿਲਕੁਲ ਨਹੀਂ ਆਏਗਾ ਬਾਕੀ ਇੰਗਲਿਸ਼ ਦੇ ਵਿੱਚ, ਠੀਕ ਆ। ਇੰਗਲਿਸ਼ ਦੇ ਵਿੱਚ ਪਰ ਕੁਝ ਚੀਜ਼ਾਂ ਇਹੋ ਜਿਹੀਆਂ ਨੇ, ਕੁਝ ਵਰਡਸ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਇੰਗਲਿਸ਼ ਦੇ ਵਿੱਚ ਪੜ੍ਹੋ, ਉਹ ਸਾਰੇ ਮੈਂ ਇਸੇ ਲਈ ਤੁਹਾਨੂੰ ਨਾਲ ਇੰਗਲਿਸ਼ ਦੇ ਵਿੱਚ ਵੀ ਐਡ ਕਰਦਾ। ਹੁਣ ਦੇਖੋ ਜੀ ਲਿਖਤੀ ਰਿਕਾਰਡਾਂ ਦੇ ਵਿੱਚ ਕੀ ਹੁੰਦਾ ਵਾ ਜੀ, ਲਿਖਤੀ ਰਿਕਾਰਡਾਂ ਦੇ ਵਿੱਚ ਕੀ ਹੁੰਦਾ ਵਾ ਜੀ, ਤਾਂ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਵਿਕੇਂਦਰੀਕਰਨ ਦਾ, ਜਾਣੀ ਕਿ ਡੀਸੈਂਟਰਲਾਈਜੇਸ਼ਨ ਦਾ ਪੂਰਾ ਇਹਨਾਂ ਨੇ ਉਹ ਕੀਤਾ ਹੋਇਆ। ਹੁਣ ਇਹ 'ਚ ਕੀ ਸੀ ਜੀ, ਧਰਮ ਸ਼ਾਸਤਰਾ ਹੋ ਗਿਆ, ਅਰਥ ਸ਼ਾਸਤਰਾ ਹੋ ਗਿਆ, ਠੀਕ ਹੈ ਜੀ। ਸੋ ਆ ਥੋੜਾ ਜਿਹਾ PDF ਦੇ ਵਿੱਚ ਪ੍ਰੋਬਲਮ ਆ ਗਈ, ਕੋਈ ਗੱਲ ਨਹੀਂ, ਜਦੋਂ ਮੈਂ PDF ਸ਼ੇਅਰ ਕਰੂੰਗਾ ਤੁਹਾਨੂੰ ਸ਼ੇਅਰ ਕਰ ਦਾਂਗਾ ਸਹੀ। ਤਾਂ ਬੁੱਧਿਸਟ ਟੈਕਸਟ ਹੋ ਗਏ, ਠੀਕ ਹੈ। ਇਹ ਤਾਂ ਹੋ ਗਿਆ ਸਾਡਾ ਇਹ। ਹੁਣ ਨਾ ਬਹੁਤ ਸਾਰੇ ਕੈਂਡੀਡੇਟਸ ਨੂੰ ਉਹ ਹੋਏਗਾ, ਸੋ ਅੱਗੇ ਆਪਾਂ ਕਰਦੇ ਹਾਂ ਡੀਸੈਂਟਰਲਾਈਜੇਸ਼ਨ ਕੀ ਹੁੰਦਾ ਵਾ। ਹੁਣ ਜੀ ਗਾਂਧੀ ਜੀ ਜਿਹੜੇ ਮਹਾਤਮਾ ਗਾਂਧੀ ਸੀਗਾ, ਮਹਾਤਮਾ ਗਾਂਧੀ ਨੇ ਵੀ ਸਪੋਰਟ ਕੀਤਾ ਸੀ, ਕਿਉਂਕਿ ਇਹਨਾਂ ਨੇ ਵੀ ਇੱਕ ਨਾਂ ਕਿਹਾ ਸੀ, ਇਹਨਾਂ ਨੂੰ ਕਿਹਾ ਜਾਂਦਾ ਕਿ ਇਹਨਾਂ ਨੇ ਆਈਡੀਆ ਦਿੱਤਾ ਸੀ ਗ੍ਰਾਮ ਸਵਰਾਜਿਆ ਦਾ, ਠੀਕ ਆ। ਪੇਪਰ ਦੇ ਵਿੱਚ ਇਹ ਵੀ ਕਈ ਵਾਰ ਕੁਐਸਚਨ ਪੁੱਛਿਆ ਜਾਂਦਾ ਵਾ। ਹੁਣ ਆ ਗਏ ਜੀ ਸਾਡੇ ਕੋਲੇ ਜਿਹੜਾ ਅਸੀਂ ਮੇਨ ਆਪਾਂ ਸ਼ੁਰੂ ਕਰ ਰਹੇ ਹਾਂ ਜੀ DPSP ਦਾ। ਹੁਣ ਇੱਕ ਦੇਖੋ ਜੀ, ਇੱਕ ਆਪਣੀ ਨਾ DPSP ਦੇ ਵਿੱਚ ਆਪਾਂ ਬਹੁਤ ਚੰਗੀ ਤਰ੍ਹਾਂ ਪਾਰਟ 4 ਦੇ ਵਿੱਚ ਪੜ੍ਹਿਆ ਹੋਇਆ ਵਾ ਕਿ DPSP ਆ ਜਿਹੜਾ ਆਪਣਾ, ਠੀਕ ਆ, ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ, ਠੀਕ ਆ, ਜਿਹਦੇ ਵਿੱਚ ਕਿ ਸਟੇਟਸ ਨੂੰ ਇੱਕ ਡਾਇਰੈਕਸ਼ਨ ਦਿੱਤੀਆਂ ਹੋਈਆਂ। ਉਹਦੇ ਵਿੱਚ ਨਾ ਇੱਕ ਸੰਵਿਧਾਨ ਦੇ ਆਰਟੀਕਲ 40 ਦੇ ਵਿੱਚ ਇਹ ਚੀਜ਼ ਲਿਖੀ ਹੋਈ ਆ ਕਿ ਜਿਹੜੀਆਂ ਪੰਚਾਇਤੀ ਰਾਜ ਦੀ ਵਿਵਸਥਾ ਸਰਕਾਰ ਨੇ ਕਰਨੀ ਆ, ਠੀਕ ਹੈ ਜੀ। ਕਰਨੀ ਮਤਲਬ ਸਿਰਫ ਨਿਰਦੇਸ਼ ਦਿੱਤੇ ਆ, ਕੋਈ ਲਾਅ ਨਹੀਂ ਸੀ ਬਣਿਆ ਹੋਇਆ ਕਿ ਆਰਟੀਕਲ 40 ਆ ਤਾਂ ਲਾਅ ਵਾ। ਪਰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਹਾਂਜੀ ਕਿਹੜੇ ਆਰਟੀਕਲ ਥੱਲੇ ਦੇਖੇ, ਕਿਹੜੇ ਆਰਟੀਕਲ ਦੇ ਵਿੱਚ ਇਹ ਚੀਜ਼ ਦਿੱਤਾ, DPSP ਦੇ ਕਿਹੜੇ ਆਰਟੀਕਲ 'ਚ ਲਿਖਿਆ ਕਿ ਪੰਚਾਇਤੀ ਰਾਜ ਦਾ ਇੰਸਟੀਟਿਊਟ ਹੋਣਾ ਚਾਹੀਦਾ ਵਾ, ਠੀਕ ਆ। ਸੋ ਇਹ ਚੀਜ਼ ਤੁਹਾਨੂੰ ਆਰਟੀਕਲ 40 ਯਾਦ ਹੋਣਾ ਚਾਹੀਦਾ, ਤੇ ਕਿਹੜੇ ਪਾਰਟ 'ਚ ਦਰਜ ਆ ਇਹ ਆਪਣਾ DPSP ਦੇ 4 ਪਾਰਟ ਦੇ ਵਿੱਚ, ਠੀਕ ਹੈ ਜੀ। ਸੋ ਨੈਕਸਟ ਚੱਲਦੇ ਹਾਂ ਜੀ। ਹੁਣ ਜੀ ਸਰਕਾਰ ਨੇ ਕੀ ਕੀਤਾ ਸੀ ਜੀ, ਇਸ ਤੋਂ ਪਹਿਲਾਂ ਕੀ ਹੁੰਦਾ ਸੀ ਨਾ, ਇਸ ਤੋਂ ਪਹਿਲਾਂ ਇਹਦੇ ਲਈ 1952 ਈਸਵੀ ਦੇ ਵਿੱਚ ਨਾ ਸਰਕਾਰ ਨੇ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ, ਜਿਹਨੂੰ ਕਿ CDP ਕਹਿ ਦਿੰਦੇ ਆ, ਠੀਕ ਹੈ। ਸਿੱਧਾ ਕੁਐਸਚਨ ਪੁੱਛਿਆ ਜਾਂਦਾ ਜੀ, CDP ਜਿਹੜਾ ਵਾ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਕਿਹੜੇ ਸਾਲ ਦੇ ਵਿੱਚ ਲਾਗੂ ਕੀਤਾ ਸੀ ਸਰਕਾਰ ਨੇ, ਸ਼ੁਰੂ ਕੀਤਾ ਸੀ 1952 ਸ਼ੁਰੂ ਕੀਤਾ ਸੀਗਾ, ਕਿਉਂਕਿ ਪਹਿਲਾਂ ਤਾਂ ਇਹ ਪੰਚਾਇਤੀ ਰਾਜ ਵਗੈਰਾ ਦੀ ਕੋਈ ਵਿਵਸਥਾ ਹੈ ਨਹੀਂ ਸੀ, ਹੈ ਨਾ, ਉਹ ਬਾਅਦ ਵਿੱਚ ਆਈ ਸੀ, ਉਹ ਅੱਗੇ ਆਪਾਂ ਪੜਾਂਗੇ, ਠੀਕ ਆ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ CDP ਚੱਲਦਾ ਹੁੰਦਾ, ਜਿਹਦੇ ਕਿ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਹੁੰਦਾ ਸੀ। ਇਹਦੇ ਵਿੱਚ ਬਹੁਤ ਚੰਗੀ ਤਰ੍ਹਾਂ ਇਹ ਚੀਜ਼ਾਂ ਦੇ ਉੱਤੇ ਨਜ਼ਰ ਰੱਖੀ ਜਾਂਦੀ ਹੁੰਦੀ ਸੀ, ਠੀਕ ਆ, ਜਿਹੜੇ ਪਿੰਡਾਂ ਦੇ ਲੈਵਲ ਦੇ ਉੱਤੇ। ਹੁਣ ਕੀ ਹੋਇਆ ਜੀ, ਇੱਕ ਹੋਰ ਸੀਗੀ ਜੀ 1953 ਦੇ ਵਿੱਚ ਇਹਨਾਂ ਨੇ ਕੀ ਕੀਤੀ ਜੀ, ਨੈਸ਼ਨਲ ਐਕਸਟੈਂਸ਼ਨ ਸਰਵਿਸ 1953 'ਚ ਸ਼ੁਰੂਆਤ ਕੀਤੀ। ਇਹ ਦੋ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ ਇਸ ਤੋਂ ਪਹਿਲਾਂ, ਜਾਨੀ ਇਸ ਤੋਂ ਪਹਿਲਾਂ ਜਿਹੜੀ ਪੰਚਾਇਤੀ ਰਾਜ ਇੰਸਟੀਟਿਊਟ ਹੋਣ ਤੋਂ ਪਹਿਲਾਂ ਦੀ ਗੱਲ ਆ, ਠੀਕ ਹੈ ਜੀ। ਸੋ ਇਹਦਾ ਈਅਰ ਯਾਦ ਕਰ ਲਓ ਤੇ ਇਹਦੀ ਸੰਸਥਾ ਦੇ ਨਾਂ ਯਾਦ ਕਰ ਲਓ, ਬਸ ਹੋਰ ਕੁਝ ਯਾਦ ਕਰਨ ਦੀ ਲੋੜ ਨਹੀਂ ਤੁਹਾਨੂੰ ਇਹਦੇ ਵਿੱਚ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਦੇਖੋ ਜੀ ਫੇਰ ਕੀ ਹੋਇਆ ਜੀ, ਬਲਵੰਤ ਰਾਏ ਮਹਿਤਾ, ਠੀਕ ਹੈ ਜੀ। ਇਹ ਵਾਲਾ ਕੁਐਸਚਨ ਪੇਪਰ ਦੇ ਵਿੱਚ ਬਹੁਤ ਵਾਰ ਪੁੱਛਿਆ ਕਿ ਕਿਹੜੀ ਜਿਹੜੀ ਆਪਣੀ ਕਮੇਟੀ ਦੀ ਸੁਜੈਸ਼ਨ ਦੇ ਉੱਤੇ ਪੰਚਾਇਤੀ ਰਾਜ ਆ, ਜਿਹੜਾ ਪੰਚਾਇਤੀ ਰਾਜ ਦੇ ਅੰਦਰ ਜਿਹੜਾ 3 ਟੀਅਰ ਸਿਸਟਮ ਚੱਲਿਆ ਆਪਣਾ, ਉਹ ਇੰਟਰੋਡਿਊਸ ਕੀਤਾ ਸੀ, ਉਹ ਬਲਵੰਤ ਰਾਏ ਕਮੇਟੀ ਹੀ ਸੀ। 1957 ਦੇ ਵਿੱਚ ਇਹ ਫਾਰਮ ਕੀਤੀ ਸੀ ਸਰਕਾਰ ਨੇ ਕਿ ਹਾਂਜੀ ਇਹ ਚੀਜ਼ ਬਣਾਓ, ਵੀ ਹਾਂਜੀ ਇਹਦੇ ਤੋਂ ਸੁਝਾਅ ਮੰਗਣ ਲਈ। ਆ ਦੇਖੋ ਜੀ 1957 ਦੇ ਵਿੱਚ ਭਾਰਤ ਸਰਕਾਰ ਨੇ ਬਲਵੰਤ ਰਾਏ ਮਹਿਤਾ ਕਮੇਟੀ ਨੂੰ ਨਿਯੁਕਤ ਕੀਤਾ ਸੀ, ਠੀਕ ਹੈ। ਇਹਨੂੰ ਨਿਯੁਕਤ ਕੀਤਾ, ਇਹਨਾਂ ਨੇ ਕੀ ਕੀਤਾ ਜੀ, BR ਕਮੇਟੀ ਨੂੰ CDP ਜਿਹੜੇ ਆਪਾਂ ਕਮਿਊਨਿਟੀ ਡਿਵੈਲਪਮੈਂਟ ਪ੍ਰੋਗਰਾਮ ਤੇ NEC ਦੇ ਕੰਮਕਾਜ ਦੀ ਜਾਂਚ ਲਈ ਨਿਯੁਕਤ ਕਰ ਦਿੱਤਾ ਸੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਹਾਂ ਤੁਸੀਂ ਜਾ ਕੇ ਜਾਂਚ ਕਰੋ ਵੀ ਹਾਂ ਇਹ ਚੀਜ਼ਾਂ, ਇਹ ਵਾਲੀ ਜਿਹੜੀਆਂ ਇਹ ਸਹੀ ਕਰ ਰਹੇ ਨੇ ਗ੍ਰਾਸ ਰੂਟ ਲੈਵਲ ਦੇ ਉੱਤੇ ਕੰਮ ਜਾਂ ਨਹੀਂ ਕਰ ਰਹੇ, ਤਾਂ ਕਿਸ ਤਰ੍ਹਾਂ ਕਰਨਾ ਚਾਹੀਦਾ, ਜਾਂ ਉਹਦੇ ਲਈ ਕੋਈ ਸੁਝਾਅ ਮੰਗਿਆ ਕਿ ਹਾਂਜੀ ਕੀ ਇਹਦੇ ਵਿੱਚ ਕੋਈ ਹੋਰ ਆਪਾਂ ਚੀਜ਼ ਐਡ ਕਰ ਸਕਦੇ ਹਾਂ ਆਪਣੀ, ਜਿੱਦਾਂ ਕਿ ਲੋਸ ਵਗੈਰਾ, ਜਿਵੇਂ ਪਿੰਡਾਂ ਦੇ ਲੈਵਲ ਦੇ ਵਿੱਚ ਜਾਂ ਗ੍ਰਾਸ ਰੂਟ ਲੈਵਲ ਦੇ ਉੱਪਰ ਆਪਾਂ ਕੀ ਕਰਨਾ ਵਾ, ਠੀਕ ਆ। ਸੋ ਅੱਗੇ ਆਪਾਂ ਪੜ੍ਹਨਾ ਕਿ ਇਹਦੇ ਵਿੱਚ ਇਹਨਾਂ ਦੀ ਕਮੇਟੀ ਦੇ ਵਿੱਚ ਇਹਦੀ ਰਿਪੋਰਟ ਕਿਸ ਤਰ੍ਹਾਂ ਹੋਈ। ਹੁਣ ਜੀ ਨਵੰਬਰ ਦੇ ਵਿੱਚ ਇਹਨਾਂ ਨੇ ਜੀ ਰਿਪੋਰਟ ਸਬਮਿਟ ਕਰਤੀ। ਇਹਦੇ ਵਿੱਚ ਸਿੱਧੀ ਚੀਜ਼ ਇਹਨਾਂ ਨੇ ਲਿਖਤੀ ਜੀ, ਡੈਮੋਕ੍ਰੈਟਿਕ ਡੀਸੈਂਟਰਲਾਈਜੇਸ਼ਨ ਹੁੰਦੀ ਆ ਜਿਹੜੀ ਆਪਣੀ ਟਰਾਂਸਫਰ ਕਰਦੀ ਆ, ਠੀਕ ਆ, ਆਪਣੀ ਪਾਵਰ ਨੂੰ ਜੋ ਸੈਂਟਰ ਸਰਕਾਰ ਜਾਂ ਸਟੇਟ ਗਵਰਨਮੈਂਟ ਅੱਗੇ ਟਰਾਂਸਫਰ ਕਰਦੀ ਆ ਲੋਕਲ ਬਾਡੀ ਦੇ ਵਿੱਚ, ਜਾਂ ਡੀਸੈਂਟਰਲਾਈਜੇਸ਼ਨ ਹੁੰਦੀ ਆ ਜਾਂ ਸੈਂਟਰਲਾਈਜੇਸ਼ਨ ਹੁੰਦੀ ਆ। ਸੋ ਇਹ ਤੁਸੀਂ ਨਾ ਰੱਟਾ ਲਾਇਆ ਹੋਇਆ ਹੈਗਾ ਡੀਸੈਂਟਰਲਾਈਜੇਸ਼ਨ। ਹੁਣ ਉਹ ਵਾਲਾ ਕੁਐਸਚਨ ਪੜਿਆ ਹੋਇਆ ਤਾਂ ਰੱਟਾ ਲਾ ਕੇ ਤੁਸੀਂ ਅੱਗੇ ਦੇ ਅੱਗੇ ਯਾਦ ਕਰ ਰਹੇ ਹੋ। ਸੋ ਇਹਨੂੰ ਰੱਟਾ ਨਹੀਂ ਲਾਉਣਾ, ਇਹਨੂੰ ਸਮਝੋ ਕਿ ਚੀਜ਼ ਕੀ ਆ। ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਸੈਂਟਰਲਾਈਜੇਸ਼ਨ, ਡੀਸੈਂਟਰਲਾਈਜੇਸ਼ਨ ਨਹੀਂ, ਸੈਂਟਰਲਾਈਜੇਸ਼ਨ ਦੇ ਵਿੱਚ ਮੰਨ ਲਓ ਨਾ ਇੱਕ ਇਲਾਕਾ ਵਾ, ਪੂਰਾ ਇਲਾਕਾ ਲਾ ਲਓ, ਵੀ ਪੂਰਾ ਦੇਸ਼ ਹੀ ਲਾ ਲਓ, ਠੀਕ ਆ, ਇੰਡੀਆ ਵਾ ਹੁਣ ਮੰਨ ਲਓ, ਠੀਕ ਆ, ਮੰਨ ਲਓ ਜਸਟ ਇੱਕ ਸੈਂਟਰਲਾਈਜੇਸ਼ਨ ਦੀ ਪਰਿਭਾਸ਼ਾ ਸਮਝਾਉਣ ਲੱਗਿਆ ਤੁਹਾਨੂੰ। ਉਹਦੇ ਵਿੱਚ ਇੱਕ ਬੋਡੀ ਆ, ਚਾਹੇ ਮਤਲਬ ਕੋਈ ਵੀ ਇੱਕ ਬੋਡੀ ਆ, ਚਾਹੇ ਇੱਕ ਮੰਨ ਲਓ ਇੱਕ ਪਰਸਨ ਆ, ਠੀਕ ਆ,
ਇੱਕ ਪਰਸਨ ਜੇਕਰ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਰਿਹਾ, ਸਾਰੀਆਂ ਚੀਜ਼ਾਂ ਨੂੰ ਦੇਖ ਰਿਹਾ, ਤਾਂ ਉਹ ਹੁੰਦਾ ਸੈਂਟਰਲਾਈਜੇਸ਼ਨ। ਬਸ ਸਿੰਪਲ ਇਹ ਚੀਜ਼ ਕਰਦਾ, ਮਤਲਬ ਇੱਕ ਪਰਸਨ ਜਾਂ 4 ਪਰਸਨ ਲਾ ਲਓ, 5 ਪਰਸਨ ਲਾ ਲਓ, ਸਿਰਫ ਇੰਨੇ ਕੁ ਪਰਸਨ ਇਹ ਪੂਰੇ ਇੰਡੀਆ ਨੂੰ ਐਡੇ ਵੱਡੀ ਮਾਤਰਾ ਦੇ ਵਿੱਚ ਇੱਕ ਵੱਡੀ ਸਾਰੀ ਸਟੇਟ ਨੂੰ ਮੈਨੇਜ ਨਹੀਂ ਕਰ ਸਕਦੇ, ਉਹਨੂੰ ਸੈਂਟਰਲਾਈਜੇਸ਼ਨ ਕਹਿੰਦੇ ਆ। ਠੀਕ ਆ, ਸੋ ਹੁਣ ਆ ਗਿਆ ਜੀ ਡੀਸੈਂਟਰਲਾਈਜੇਸ਼ਨ। ਡੀਸੈਂਟਰਲਾਈਜੇਸ਼ਨ ਦੇ ਵਿੱਚ ਕੀ ਹੁੰਦਾ ਵਾ, ਮੰਨ ਲਓ ਕਿ ਡੀਸੈਂਟਰਲਾਈਜੇਸ਼ਨ ਦੇ ਵਿੱਚ ਮੰਨ ਲਓ ਆਪਣਾ ਦੇਖੋ ਜੀ, ਹੁਣ ਸਮਝੋ 1 2 3 4, ਠੀਕ ਆ। ਹੁਣ ਮੰਨ ਲਓ ਕਿਸੇ ਵੀ ਜਗ੍ਹਾ ਦੇ ਉੱਤੇ, ਠੀਕ ਆ, ਕਿਸੇ ਵੀ ਸਟੇਟ ਦੇ ਵਿੱਚ ਅੱਗੇ ਦੀ ਅੱਗੇ ਜਿਹੜੀ ਆਪਣੇ ਕਸਬੇ ਹੁੰਦੇ ਨੇ, ਪਿੰਡ ਹੁੰਦੇ ਨੇ, ਸ਼ਹਿਰ ਹੁੰਦੇ ਨੇ, ਤਾਂ ਉਹਦੇ ਵਿੱਚ ਮੰਨ ਲਓ ਇਲੈਕਟ੍ਰੀਸਿਟੀ ਦੀ ਪ੍ਰੋਬਲਮ ਆ ਗਈ, ਠੀਕ ਆ, ਵਾਟਰ ਦੀ ਪ੍ਰੋਬਲਮ ਆ ਗਈ, ਠੀਕ ਆ, ਰੋਡਸ ਦੀ ਪ੍ਰੋਬਲਮ ਆ ਰਹੀ ਆ, ਕੋਈ ਪਾਲਿਸੀ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਰਹੀ ਆ, ਮੰਨ ਲਓ ਕਿਸੇ ਵੀ ਜਗ੍ਹਾ ਦੇ ਉੱਤੇ ਮੰਨ ਲਓ ਕਿਤੇ ਖੇਤੀ ਵਧੀਆ ਨਹੀਂ ਹੋ ਰਹੀ, ਐਗਰੀਕਲਚਰ ਦੀ ਪ੍ਰੋਬਲਮ ਆ ਰਹੀ ਆ, ਠੀਕ ਆ, ਕਿਤੇ ਸੋਕਾ ਪਿਆ ਹੋਇਆ ਵਾ, ਠੀਕ ਆ। ਸੋ ਕਿਤੇ ਵੀ ਮੰਨ ਲਓ ਸੜਕਾਂ ਖਰਾਬ ਨੇ, ਕੋਈ ਵੀ ਪ੍ਰੋਬਲਮ ਹੁੰਦੀ ਆ, ਉਹਨੂੰ ਉਸ ਦੇ ਮਤਲਬ ਉੱਪਰਲੇ ਲੈਵਲ ਤੱਕ, ਗ੍ਰਾਸ ਰੂਟ ਲੈਵਲ ਤੱਕ ਕਿਵੇਂ ਪਤਾ ਲੱਗੂਗਾ ਸਰਕਾਰ ਨੂੰ ਕਿ ਹਾਂ ਇੱਥੇ ਇਹ ਪ੍ਰੋਬਲਮ ਆ। ਹੁਣ ਦੇਸ਼ ਦਾ ਪ੍ਰਧਾਨ ਮੰਤਰੀ ਤਾਂ ਆ ਕੇ ਨਹੀਂ ਦੇਖੂਗਾ, ਜਾਂ ਉਹਦੇ ਵੱਲੋਂ ਕੋਈ ਬਣਾਈ ਹੋਈ ਬੋਡੀ ਤਾਂ ਆ ਕੇ ਨਹੀਂ ਦੇਖੂਗੀ, ਠੀਕ ਆ, ਵੀ ਹਾਂ ਵੀ ਆਹ ਵਾਲੇ ਪਿੰਡ ਦੇ ਵਿੱਚ, ਆਹ ਵਾਲੇ ਸ਼ਹਿਰ ਦੇ ਵਿੱਚ ਕੀ ਪ੍ਰੋਬਲਮ ਆ ਰਹੀ ਆ। ਫਿਰ ਇਹਨਾਂ ਨੇ ਕੀ ਕੀਤਾ ਜੀ, ਇਹਨਾਂ ਨੇ ਇਹਦੀ ਕਮੇਟੀ ਨੇ ਸੁਝਾਅ ਦਿੱਤਾ ਕਿ ਤੁਸੀਂ ਡੀਸੈਂਟਰਲਾਈਜੇਸ਼ਨ ਕਰੋ ਪਾਵਰ ਨੂੰ, ਠੀਕ ਆ। ਇਹਦੇ ਤਹਿਤ ਦੇ ਉੱਤੇ ਜਿਹਨੂੰ ਹੀ ਆਪਾਂ ਪੰਚਾਇਤੀ ਰਾਜ ਕਹਿੰਦੇ ਹਾਂ, ਠੀਕ ਹੈ ਜੀ। ਪੰਚਾਇਤੀ ਰਾਜ ਦਾ ਮਤਲਬ ਹੀ ਡੀਸੈਂਟਰਲਾਈਜੇਸ਼ਨ ਆਫ ਪਾਵਰ ਆ, ਜਿਹੜੀਆਂ ਸੈਂਟਰ ਤੇ ਸਟੇਟ ਵੱਲੋਂ ਇੱਧਰ ਪਾਵਰ ਦੇ ਵਿੱਚ ਵਿਕੇਂਦਰੀਕਰਨ ਹੋ ਗਿਆ ਹੋਇਆ। ਹੁਣ ਤੁਸੀਂ ਸਮਝ ਹੋਵੋਗੇ, ਠੀਕ ਹੈ ਜੀ। ਸੋ ਆਹ 4 ਚੀਜ਼ਾਂ ਹੋਈਆਂ। ਹੁਣ ਆਹ 4 ਚੀਜ਼ਾਂ ਮੰਨ ਲਓ, ਆਹ 4 ਕਸਬੇ ਆ, ਇੱਥੇ ਕੋਈ ਹੋਰ ਪ੍ਰੋਬਲਮ ਆ, ਇੱਥੇ ਹੋਰ ਆ, ਇੱਥੇ ਹੋਰ ਆ, ਇੱਥੇ ਹੋਰ ਆ, ਠੀਕ ਆ। ਹੁਣ ਉਹਨਾਂ ਲਈ ਉਹਨਾਂ ਨੇ ਕੀ ਕੀਤਾ, ਅਲੱਗ-ਅਲੱਗ ਰਿਪਰੈਜ਼ੈਂਟੇਟਿਵ ਆ ਗਏ ਜਿਹੜੇ ਲੋਕਾਂ ਦੁਆਰਾ ਚੁਣੇ ਗਏ, ਠੀਕ ਹੈ, ਲੋਕਾਂ ਦੁਆਰਾ ਚੁਣੇ ਗਏ, ਹੈ ਨਾ। ਮੰਨ ਲਓ ਜਿਵੇਂ ਸਰਪੰਚ ਚੁਣਿਆ ਗਿਆ, ਠੀਕ ਆ। ਹੁਣ ਇੱਥੇ ਅਲੱਗ ਬੰਦਾ ਆ ਗਿਆ, ਇੱਥੇ ਅਲੱਗ ਹੋ ਗਿਆ, ਇੱਥੇ ਅਲੱਗ ਹੋ ਗਿਆ, ਇੱਥੇ ਅਲੱਗ ਹੋ ਗਿਆ। ਹੁਣ ਇਹਨਾਂ ਦੇ ਉੱਤੇ ਇੱਕ ਕਮੇਟੀ ਬਿਠਾਤੀ ਵੀ ਹਾਂਜੀ ਜੀ ਆਹ ਵਾਲਾ ਬੰਦਾ ਵਾ, ਆਹ ਵਾਲਾ ਬੰਦਾ ਇਹਨਾਂ ਨੂੰ ਮੈਨੇਜ ਕਰੂ, ਆਹ ਵਾਲਾ ਬੰਦਾ ਇਹਨਾਂ ਨੂੰ ਮੈਨੇਜ ਕਰੂ। ਫਿਰ ਹੌਲੀ ਹੌਲੀ ਉਹ ਸੈਂਟਰ ਗੌਰਮੈਂਟ ਤੱਕ ਜਾਊਗਾ, ਸਟੇਟ ਗੌਰਮੈਂਟ ਤੱਕ, ਠੀਕ ਆ। ਇਹ ਚੀਜ਼ਾਂ ਨੂੰ ਡੀਸੈਂਟਰਲਾਈਜੇਸ਼ਨ ਕਰਤਾ ਕਿ ਇਹਨਾਂ ਨੇ ਪੂਰੀ ਤਰ੍ਹਾਂ ਨਾਲ ਵੰਡ ਦਿੱਤਾ ਕਿ ਆਹ ਵਾਲੀ ਚੀਜ਼ ਨੂੰ ਗ੍ਰਾਸ ਰੂਟ ਲੈਵਲ ਤੋਂ ਚੱਕ ਕੇ ਉੱਤੇ ਤੱਕ, ਸੈਂਟਰ ਤੱਕ ਤੇ ਸਟੇਟ ਤੱਕ ਪਹੁੰਚਾਇਆ ਜਾਏ, ਠੀਕ ਹੈ ਜੀ। ਇਹਨੂੰ ਕਹਿੰਦੇ ਆ ਡੀਸੈਂਟਰਲਾਈਜੇਸ਼ਨ। ਹੁਣ ਉਮੀਦ ਆ ਕਿ ਡੀਸੈਂਟਰਲਾਈਜੇਸ਼ਨ ਦੇ ਉੱਤੇ ਤੁਹਾਨੂੰ ਕੁਐਸਚਨ ਆਊਗਾ ਤਾਂ ਤੁਹਾਨੂੰ ਰੱਟਾ ਨਹੀਂ ਮਾਰਨਾ ਪਊਗਾ ਡੀਸੈਂਟਰਲਾਈਜੇਸ਼ਨ ਕੀ ਆ, ਠੀਕ ਹੈ। ਡੀਸੈਂਟਰਲਾਈਜੇਸ਼ਨ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ, ਠੀਕ ਆ। 3 ਟੀਅਰ ਸਿਸਟਮ ਦਾ ਇਹ ਆਈਡੀਆ ਦਿੱਤਾ ਗਿਆ ਸੀ ਇਹਦੇ ਵਿੱਚ, ਠੀਕ ਆ। ਹੁਣ ਇਹ ਵਾਲਾ 3 ਟੀਅਰ ਸਿਸਟਮ ਕੀ ਆ, ਉਹ ਆਪਾਂ ਅੱਗੇ ਤੁਹਾਨੂੰ ਕਰਵਾਉਂਦੇ ਹਾਂ। ਹੁਣ ਦੇਖੋ ਜੀ, ਜਨਵਰੀ 1958 ਦੇ ਵਿੱਚ ਨਾ, ਜਦੋਂ ਨੈਸ਼ਨਲ ਡਿਵੈਲਪਮੈਂਟ ਕਾਉਂਸਲ ਸੀਗੀ ਉਸ ਟਾਈਮ ਦੇ ਉੱਤੇ 1958 ਦੇ ਵਿੱਚ, ਇਹਨਾਂ ਨੇ ਕੀ ਕੀਤਾ ਜੀ, ਇਹਦਾ ਜਿਹੜਾ ਆਪਣਾ ਇਹਦੀ ਜਿਹੜੇ ਸੁਝਾਅ ਸੀ, ਕੋਈ ਵੀ ਸਿਫਾਰਿਸ਼ ਸੀ, ਉਹਨੂੰ ਸਵੀਕਾਰ ਕਰ ਲਿਆ, ਠੀਕ ਆ ਜੀ। ਹੁਣ ਉਹਨਾਂ ਨੇ ਕੀ ਕਿਹਾ ਵੀ ਹਾਂਜੀ ਇਹ ਕਰ ਸਕਦੇ ਹੋ, ਮਤਲਬ ਗੌਰਮੈਂਟ ਦੇ ਵਿੱਚ। ਫਿਰ ਇਹਨੂੰ ਅਪਣਾਇਆ ਗਿਆ। ਅਪਣਾਇਆ ਕਿਹਨੇ, ਸਭ ਤੋਂ ਪਹਿਲਾਂ ਕਿਹਨੇ ਅਪਣਾਇਆ ਇਹ ਚੀਜ਼ ਨੂੰ, ਠੀਕ ਆ ਜੀ, ਰਾਜਸਥਾਨ ਨੇ ਇਹ ਚੀਜ਼ ਨੂੰ ਦੇਖਿਆ ਕਿ ਹਾਂਜੀ ਇਹ ਚੀਜ਼ ਹੋ ਸਕਦੀ ਆ, ਕਰਨੀ ਚਾਹੀਦੀ ਆ, ਇਹ ਚੀਜ਼ ਵਧੀਆ ਵਾ। ਤਾਂ ਰਾਜਸਥਾਨ ਨੇ ਜੀ 2 ਅਕਤੂਬਰ 1959 ਈਸਵੀ ਨੂੰ ਪੰਚਾਇਤੀ ਰਾਜ ਦੀ ਸਥਾਪਨਾ ਕਰਨ ਵਾਲਾ ਪਹਿਲਾ ਰਾਜ ਬਣਿਆ ਸੀ। ਮੋਸਟ ਇੰਪੋਰਟੈਂਟ ਕੁਐਸਚਨ ਆ, ਕੋਈ ਵੀ ਪੇਪਰ ਦੇਖ ਲਓ ਤੁਸੀਂ, ਠੀਕ ਹੈ, ਕਿਸੇ ਵੀ ਬੋਰਡ ਦਾ ਪੇਪਰ ਚੱਕ ਕੇ ਦੇਖ ਲਓ, ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਹ ਕੁਐਸਚਨ ਪਾਇਆ ਹੋਊਗਾ ਕਿ ਕਿਹੜਾ ਪਹਿਲਾ ਰਾਜ ਆ ਜਿਹਨੇ ਪੰਚਾਇਤੀ ਰਾਜ ਦੀ ਸਥਾਪਨਾ ਕੀਤੀ ਸੀ। ਰਾਜਸਥਾਨ ਜੀ ਸਾਡਾ ਪਹਿਲਾ ਰਾਜ ਆ, ਠੀਕ ਆ, ਪਹਿਲੀ ਸਟੇਟ ਆ। ਇਹਨੇ 2 ਅਕਤੂਬਰ 1959 ਵਿਦ ਈਅਰ ਵਿਦ ਡੇਟ ਯਾਦ ਹੋਣੀ ਚਾਹੀਦੀ ਹੈ, ਠੀਕ ਆ। ਉਸ ਟਾਈਮ ਦੇ ਉੱਤੇ ਆਪਣੇ ਜਵਾਹਰ ਲਾਲ ਨਹਿਰੂ ਇਹਦੇ ਆਪਣੇ ਪ੍ਰਧਾਨ ਮੰਤਰੀ ਸੀਗੇ, ਠੀਕ ਆ, ਦੇਸ਼ ਦੇ। ਹੁਣ ਕੀ ਹੁੰਦਾ ਵਾ ਜੀ ਅੱਗੇ, ਹੁਣ ਜਿਹੜੀ ਆਪਾਂ 3 ਟੀਅਰ ਸਿਸਟਮ ਆਪਾਂ ਗੱਲ ਕਰ ਦਿਆਂਗੇ, ਹਾਂਜੀ ਆ 3 ਟੀਅਰ ਸਿਸਟਮ ਪੰਚਾਇਤੀ ਰਾਜ ਦੇ ਵਿੱਚ, ਠੀਕ ਆ। ਉੱਪਰ ਜਿਹੜਾ ਆਪਾਂ 3 ਟਾਈਪ ਦੀ ਗਵਰਨਮੈਂਟ ਮੈਂਸ਼ਨ ਕੀਤੀ ਸੀ ਉਸ ਤੋਂ ਵੱਖਰਾ ਵਾ ਇਹ, ਠੀਕ ਆ ਜੀ। ਸੋ ਇਹਦੇ ਵਿੱਚ 3 ਟੀਅਰ ਸਿਸਟਮ, ਇਹਦੇ ਅੰਦਰ ਵੀ 3 ਟੀਅਰ ਸਿਸਟਮ ਐਸਟੈਬਲਿਸ਼ ਕੀਤਾ, ਠੀਕ ਆ। ਉੱਪਰ ਵਾਲਾ ਤਾਂ ਜਿਹੜਾ ਆਪਾਂ ਸੈਂਟਰ, ਸਟੇਟ ਤੇ ਲੋਕਲ ਆਪਾਂ ਕਰ ਚੁੱਕੇ ਹਾਂ, ਠੀਕ ਆ। ਹੁਣ ਅੱਗੇ ਪੰਚਾਇਤੀ ਰਾਜ ਦੇ ਵਿੱਚ 3 ਟੀਅਰ ਸਿਸਟਮ ਦੇ ਵਿੱਚ ਕੀ ਆ, ਇਹ ਵੀ ਬਹੁਤ ਇੰਪੋਰਟੈਂਟ ਬਣਦਾ। ਦੇਖੋ ਜੀ, ਡਿਸਟ੍ਰਿਕਟ ਲੈਵਲ ਆ ਗਿਆ ਜੀ। ਸਾਰਿਆਂ ਤੋਂ ਪਹਿਲਾਂ ਸਾਡੇ ਕੋਲ ਡਿਸਟ੍ਰਿਕਟ ਲੈਵਲ ਆ ਗਿਆ, ਠੀਕ ਹੈ। ਡਿਸਟ੍ਰਿਕਟ ਲੈਵਲ ਦੇ ਉੱਤੇ ਸਭ ਤੋਂ ਪਹਿਲਾਂ ਸਾਡੇ ਕੋਲ ਜ਼ਿਲ੍ਹਾ ਪਰਿਸ਼ਦ ਆਇਆ, ਫਿਰ ਬਲਾਕ ਲੈਵਲ ਦੇ ਉੱਤੇ ਸਾਨੂੰ ਪੰਚਾਇਤ ਸਮਿਤੀ ਜਾਂ ਮੰਡਲ ਪਰਿਸ਼ਦ ਵੀ ਕਹਿ ਦਿੰਦੇ ਆ ਇਹਨੂੰ, ਠੀਕ ਆ। ਸੋ ਤੀਜੇ ਨੰਬਰ ਤੇ ਕੀ ਆਇਆ, ਤੀਜੇ ਨੰਬਰ ਤੇ ਆਇਆ ਜੀ ਸਾਡੇ ਕੋਲੇ ਵਿਲੇਜ ਲੈਵਲ ਦੇ ਉੱਤੇ ਗ੍ਰਾਮ ਪੰਚਾਇਤ। ਹੁਣ ਕਈ ਵਾਰ ਨਾ ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆਉਂਦਾ, ਆਇਆ ਵੀ ਹੋਇਆ 2021 ਦੇ PSSB ਦੇ ਪੇਪਰ ਚੱਕੋ ਇੱਕ, ਉਹਦੇ ਵਿੱਚ ਪੁੱਛਿਆ ਗਿਆ ਕਿ ਅਪੈਕਸ ਬੋਡੀ ਕਿਹੜੀ ਹੁੰਦੀ ਆ ਪੰਚਾਇਤੀ ਰਾਜ, ਮਤਲਬ ਸਭ ਤੋਂ ਉੱਪਰਲੀ ਬੋਡੀ ਕਿਹੜੀ ਹੁੰਦੀ ਆ। ਅਪੈਕਸ ਬੋਡੀ ਹੁੰਦੀ ਆ ਜੀ ਡਿਸਟ੍ਰਿਕਟ ਲੈਵਲ ਦੇ ਉੱਤੇ ਜਿਹੜੀ ਹੁੰਦੀ ਆ ਜ਼ਿਲ੍ਹਾ ਪਰਿਸ਼ਦ। ਇੱਕ ਹੁੰਦੀ ਆ ਜੀ ਬਲਾਕ ਲੈਵਲ ਤੇ, ਜਿਹਨੂੰ ਆਪਾਂ ਇੰਟਰਮੀਡੀਏਟ ਲੈਵਲ ਕਹਿ ਦਿੰਦੇ ਆ, ਠੀਕ ਆ। ਇੰਟਰਮੀਡੀਏਟ ਲੈਵਲ ਕਿਹੜਾ ਵਾ, ਆਪਣਾ ਜਿਹੜਾ ਬਲਾਕ ਲੈਵਲ ਆ, ਜਿਹਦੇ ਵਿੱਚ ਕਿ ਪੰਚਾਇਤ ਸਮਿਤੀ ਜਿਹਨੂੰ ਆਪਾਂ ਕਹਿ ਦਿੰਦੇ ਆ, ਜਾਂ ਆਪਾਂ ਮੰਡਲ ਪਰਿਸ਼ਦ, ਠੀਕ ਆ। ਹੁਣ ਸਭ ਤੋਂ ਥੱਲੇ ਜੇਕਰ ਆਪਾਂ ਗ੍ਰਾਸ ਰੂਟ ਲੈਵਲ ਦੇ ਆਪਾਂ ਗੱਲ ਕਰੀਏ ਕਿ ਹਾਂ ਗ੍ਰਾਸ ਰੂਟ ਲੈਵਲ ਦੇ ਉੱਤੇ ਕਿਹੜੀ ਆ, ਜਿਹੜੀ ਵਿਲੇਜਸ ਦੇ ਵਿੱਚ ਹੁੰਦੀ ਆ, ਜਿਹਨੂੰ ਆਪਾਂ ਗ੍ਰਾਮ ਪੰਚਾਇਤ ਵੀ ਕਹਿ ਦਿੰਦੇ ਆ, ਜਿਹਦੇ ਵਿੱਚ ਕਿ ਆਪਣੇ ਸਰਪੰਚ ਹੁੰਦੇ ਨੇ, ਠੀਕ ਆ, ਪੰਚ ਹੁੰਦੇ ਨੇ, ਅੱਗੇ ਗ੍ਰਾਮ ਸਭਾ ਹੁੰਦੀ ਆ। ਇਹ ਸਾਰੀਆਂ ਚੀਜ਼ਾਂ ਆਪਣੀਆਂ ਬਿਲਕੁਲ ਆਪਣੀ ਗ੍ਰਾਸ ਰੂਟ ਲੈਵਲ ਦੇ ਉੱਤੇ ਹੋ ਆ ਜਾਂਦੀ ਹੈ, ਠੀਕ ਆ। ਸੋ ਇਹਦੇ ਸਭ ਤੋਂ ਉੱਪਰਲਾ ਅਪੈਕਸ ਇਹ, ਦੂਜੇ ਨੰਬਰ ਤੇ ਇਹ, ਤੀਜੇ ਨੰਬਰ ਤੇ ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਹੁਣ ਆਪਾਂ ਅੱਗੇ ਚੰਗੀ ਤਰ੍ਹਾਂ ਪੜ੍ਹਦੇ ਹਾਂ। ਹੁਣ ਜੀ ਪਿੰਡਾਂ ਦੀ ਪੰਚਾਇਤ ਸਿੱਧੇ ਚੁਣੇ ਹੋਏ ਨੁਮਾਇੰਦਿਆਂ ਦੇ ਨਾਲ ਬਣਾਈ ਜਾਂਦੀ ਆ। ਪਿੰਡਾਂ ਦੀ ਪੰਚਾਇਤ ਦੀਆਂ ਚੋਣਾਂ ਬਾਰੇ ਮੇਰੇ ਅਕੋਰਡਿੰਗ ਮੈਨੂੰ ਤੁਹਾਨੂੰ ਦੱਸਣ ਦੀ ਲੋੜ ਨਹੀਂ ਪਏਗੀ, ਠੀਕ ਆ। ਸੋ ਵੀਡੀਓ ਦੇ ਵਿੱਚ ਆਪਾਂ ਟਾਈਮ ਹੀ ਖਰਾਬ ਕਰਾਂਗੇ ਕਿ ਹਾਂਜੀ ਮੈਂ ਤੁਹਾਨੂੰ ਉਹ ਸਮਝਾਉਣ ਲੱਗ ਜਾਂ, ਠੀਕ ਆ। ਇੱਕ ਚੀਜ਼ ਯਾਦ ਕਰ ਲਿਓ, ਇਹਨੂੰ ਚੁਣਦੇ ਕੌਣ ਨੇ, ਇਹਨੂੰ ਕੌਣ ਚੁਣਦੇ ਨੇ, ਇਹਨੂੰ ਚੁਣਦੇ ਨੇ ਆ ਜੀ ਗ੍ਰਾਮ ਸਭਾ ਚੁਣਦੀ ਆ ਇਹਨਾਂ ਨੂੰ।
ਹੁਣ ਤੁਸੀਂ ਇਹ ਚੀਜ਼ ਦੇਖਣੀ ਹੈ ਗ੍ਰਾਮ ਸਭਾ ਕੀ ਹੁੰਦੀ ਆ। ਦੇਖੋ ਜੀ, ਗ੍ਰਾਮ ਪੰਚਾਇਤ ਜਿਹੜੀ ਹੁੰਦੀ ਆ ਨਾ, ਗ੍ਰਾਮ ਪੰਚਾਇਤ ਤਾਂ ਜਦੋਂ ਚੁਣੀ ਗਈ ਉਦੋਂ ਇੱਕ ਗ੍ਰਾਮ ਪੰਚਾਇਤ ਬਣ ਗਈ, ਪੰਚ ਆ ਗਏ, ਸਰਪੰਚ ਆ ਗਏ, ਠੀਕ ਆ, ਇਹ ਆ ਗਿਆ, ਠੀਕ ਆ। ਉਹਨੂੰ ਚੁਣਦੀ ਕੌਣ ਆ? ਜਿਹੜਾ ਵੀ 18 ਸਾਲ ਤੋਂ ਵੱਧ ਉਮਰ ਦਾ ਕੋਈ ਵੀ ਅਡਲਟ ਆ ਜਿਹੜਾ ਵੋਟ ਪਾਉਣ ਦੇ ਯੋਗ ਆ, ਠੀਕ ਆ, ਵੋਟਰ ਲਿਸਟ ਦੇ ਵਿੱਚ ਉਹਦਾ ਨਾਮ ਦਰਜ ਆ, ਉਹਨੂੰ ਕਹਿੰਦੇ ਆ ਜੀ ਗ੍ਰਾਮ ਸੇਵਕ, ਗ੍ਰਾਮ ਸਭਾ, ਸੌਰੀ, ਠੀਕ ਆ ਜੀ। ਗ੍ਰਾਮ ਸਭਾ ਉਹ ਚੀਜ਼ ਆ 18 ਸਾਲ ਤੋਂ ਵੱਧ ਜਿਹਦੀ ਉਮਰ ਆ, ਠੀਕ ਆ ਜੀ, ਅਡਲਟ ਆ, ਇੱਕ ਪਿੰਡ ਆ, ਪਿੰਡ ਦੇ ਵਿੱਚ ਵੋਟਰ ਸੂਚੀ 'ਚ ਉਹਦਾ ਨਾਮ ਸ਼ਾਮਲ ਆ, ਉਹਨੂੰ ਆਪਾਂ ਗ੍ਰਾਮ ਸਭਾ ਕਹਿੰਦੇ ਆ। ਇਹਦੇ ਵਿੱਚੋਂ, ਠੀਕ ਆ ਜੀ, ਗ੍ਰਾਮ ਸਭਾ ਦੇ ਮੈਂਬਰ ਜਿਹੜੇ ਹੁੰਦੇ, ਮੈਂਬਰ ਉਹੀ ਹੋ ਗਿਆ 18 ਸਾਲ ਤੋਂ ਵੱਧ ਜਿਹੜਾ ਯੋਗ ਹੋ ਗਿਆ, ਠੀਕ ਆ, ਜਿਵੇਂ ਆਪਾਂ ਵਾ, ਠੀਕ ਆ, ਆਪਾਂ ਮੈਂਬਰ ਹੋ ਗਏ ਇੱਕ ਤਰ੍ਹਾਂ ਨਾਲ। ਤਾਂ ਇਹ ਕੀ ਕਰਦੇ ਨੇ, ਇਹੀ ਆਪਣੇ ਜਾਣੀ ਚੁਣੇ ਹੋਏ ਨੁਮਾਇੰਦੇ ਚੁਣਦੇ ਆ, ਪੰਚ ਸਰਪੰਚ ਬਣਦੇ ਨੇ, ਫਿਰ ਉਸ ਤੋਂ ਬਾਅਦ ਪਿੰਡਾਂ ਦੀ ਪੰਚਾਇਤ ਚੁਣੀ ਜਾਂਦੀ ਆ। ਹੁਣ ਅੱਗੇ ਦੇਖ ਲਓ, ਪੰਚਾਇਤ ਸਮਿਤੀ ਦੂਜੀ ਜਿਹੜੀ ਆਪਾਂ ਪੜ੍ਹੀ ਸੀ, ਠੀਕ ਆ, ਜਿਹੜੀ ਦੂਜੀ ਬੋਡੀ ਆ ਆਪਣੀ, ਠੀਕ ਆ। ਤਾਂ ਪੰਚਾਇਤ ਸਮਿਤੀ 'ਚ ਇਨਡਾਇਰੈਕਟਲੀ ਇਲੈਕਟਡ ਮੈਂਬਰ ਹੁੰਦੇ ਨੇ, ਠੀਕ ਆ, ਆਪਣੇ ਵਿੱਚੋਂ ਹੀ ਇਹ ਜਿਹੜੇ ਹੁੰਦੇ ਨੇ ਪੰਚਾਇਤ ਸਮਿਤੀ ਦੇ ਵਿੱਚ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਚੁਣਿਆ ਜਾਂਦਾ ਵਾ, ਠੀਕ ਆ। ਸੋ ਇਹ ਦੂਜੀ ਲੈਵਲ ਦੀ ਹੋ ਗਈ। ਤੀਜੀ ਲੈਵਲ ਦੇ ਉੱਤੇ ਜੇਕਰ ਆਪਾਂ ਗੱਲ ਕਰੀਏ, ਸਾਰੀਆਂ ਯੋਜਨਾਵਾਂ ਤੇ ਵਿਕਾਸ ਗਤੀਵਿਧੀਆਂ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੌਂਪੀਆਂ ਜਾਣੀਆਂ ਪੈਂਦੀਆਂ ਨੇ, ਠੀਕ ਆ। ਸਾਰੀਆਂ ਯੋਜਨਾਵਾਂ ਇਹਨਾਂ ਦੇ ਕੋਲੇ ਹੁੰਦੀਆਂ ਨੇ, ਹਾਂ, ਠੀਕ ਆ। ਹੁਣ ਪੰਚਾਇਤ ਸਮਿਤੀ ਜਿਹੜੀ ਆ ਕਾਰਜਕਾਰੀ ਸੰਸਥਾ ਹੋਣੀ ਚਾਹੀਦੀ ਆ, ਠੀਕ ਆ। ਕਾਰਜਕਾਰੀ ਸੰਸਥਾ ਮਤਲਬ ਐਗਜ਼ੀਕਿਊਟਿਵ ਬੋਡੀ ਹੁੰਦੀ ਹੈ, ਇੱਕ ਲੈਜਿਸਲੇਟਿਵ ਬੋਡੀ ਹੁੰਦੀ ਹੈ, ਇੱਕ ਹੁੰਦੀ ਹੈ ਐਗਜ਼ੀਕਿਊਟਿਵ ਬੋਡੀ। ਸੋ ਜ਼ਿਆਦਾ ਤੁਸੀਂ ਡਿਟੇਲ ਦੇ ਵਿੱਚ ਜਾਣ ਦੀ ਮੇਰੇ ਅਕੋਰਡਿੰਗ ਇੰਨਾ ਆਪਾਂ ਨੂੰ ਲੋੜ ਨਹੀਂ ਗੀ, ਕਿਉਂਕਿ ਜ਼ਿਆਦਾਤਰ ਇਹੋ ਜਿਹੇ ਜਿਹੜੇ ਕਨਸੈਪਚੁਅਲ ਜ਼ਿਆਦਾ ਕੁਐਸਚਨ ਨੇ ਉਹ ਆਪਾਂ ਨੂੰ UPSC ਜਾਂ ਸਟੇਟ PCS ਦੇ ਜਿਹੜੇ ਆਪਣੇ ਪੇਪਰ ਹੁੰਦੇ ਨੇ ਉਹਦੇ ਵਿੱਚ ਪੁੱਛੇ ਜਾਂਦੇ ਨੇ। ਸੋ ਇੰਨਾ ਜ਼ਿਆਦਾ ਆਪਾਂ ਜਾਣ ਦੀ ਜ਼ਰੂਰਤ ਨਹੀਂ ਆਪਾਂ ਨੂੰ, ਠੀਕ ਆ। ਹਾਂਜੀ, ਜਿਹੜੀ ਜ਼ਿਲ੍ਹਾ ਪ੍ਰੀਸ਼ਦ, ਜਿਹੜੀ ਆਪਾਂ ਕਹਿੰਦੇ ਹਾਂ ਕਿ ਜ਼ਿਲ੍ਹਾ ਪ੍ਰੀਸ਼ਦ ਸਲਾਹਕਾਰ ਤਾਲਮੇਲ ਤੇ ਨਿਗਰਾਨੀ ਦੀ ਸੰਸਥਾ, ਪੂਰੀ ਸੁਪਰਵਾਈਜ਼ਰੀ ਬੋਡੀ ਹੁੰਦੀ ਆ ਜ਼ਿਲ੍ਹਾ ਪ੍ਰੀਸ਼ਦ, ਜਿਹੜੀ ਸਭ ਤੋਂ ਉੱਪਰ ਅਪੈਕਸ ਬੋਡੀ ਆ, ਠੀਕ ਆ। ਇਹ ਚੀਜ਼ਾਂ ਹੁਣ ਤੁਸੀਂ ਯਾਦ ਕਰ ਲਓ, ਠੀਕ ਆ ਜੀ। ਹੁਣ ਨੈਕਸਟ ਆ ਗਈ, ਹਾਂਜੀ, ਜ਼ਿਲ੍ਹਾ ਕਲੈਕਟਰ, ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਚੇਅਰਮੈਨ ਹੋਣਾ ਚਾਹੀਦਾ। ਡਿਸਟ੍ਰਿਕਟ ਕਲੈਕਟਰ DC, ਜਿਹੜਾ DC ਹੁੰਦਾ ਨਾ, ਉਹ ਆਪਣਾ ਇਹਦਾ ਹੈੱਡ ਕਹਿ ਸਕਦੇ ਆ ਕਿ ਹਾਂਜੀ ਇਹ ਚੇਅਰਮੈਨ ਹੁੰਦਾ ਜ਼ਿਲ੍ਹਾ ਪ੍ਰੀਸ਼ਦ ਦਾ, ਠੀਕ ਆ। ਇਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਅੱਗੇ ਚੱਲਦੇ ਹਾਂ ਜੀ ਆਪਾਂ। ਹੁਣ ਜੀ ਪੰਚਾਇਤੀ ਰਾਜ ਦਾ ਇਹ ਮੈਂ ਤੁਹਾਨੂੰ ਕਰਾਤਾ ਕਿ ਨਗੌਰ ਇੱਕ ਇਲਾਕਾ ਵਾ ਜਿਹਦੇ ਵਿੱਚ ਕਿ ਪਿੰਡ, ਜਿਹਦੇ ਵਿੱਚ ਕਿ ਰਾਜਸਥਾਨ ਦੇ ਵਿੱਚ ਇਹ ਯੋਜਨਾ 2 ਅਕਤੂਬਰ 1959 ਨੂੰ ਹੋਈ ਸੀ, ਜਦੋਂ ਜਵਾਹਰ ਲਾਲ ਨਹਿਰੂ ਇਹਦਾ ਆਪਣਾ ਪ੍ਰਧਾਨ ਮੰਤਰੀ ਸੀਗਾ। ਹੁਣ ਰਾਜਸਥਾਨ ਤੋਂ ਬਾਅਦ ਕਿਹੜੇ ਸੀਗੇ, ਠੀਕ ਆ। ਰਾਜਸਥਾਨ ਤੋਂ ਬਾਅਦ ਜਿਹੜੇ ਆਪਣਾ ਆਂਧਰਾ ਪ੍ਰਦੇਸ਼ ਦੂਜਾ ਰਾਜ ਸੀਗਾ ਜਿਹਨੇ ਇਹ ਸੰਸਥਾ, ਇਹ ਵਾਲੀ ਪ੍ਰਣਾਲੀ ਅਪਣਾਈ, ਜਿਹੜੀ ਕਿ ਬਲਵੰਤ ਰਾਏ ਮਹਿਤਾ ਨੇ ਇੰਟਰੋਡਿਊਸ ਕੀਤੀ ਸੀਗਾ, ਪੰਚਾਇਤੀ ਰਾਜ ਜਿਹੜਾ ਤੁਸੀਂ ਅਪਣਾਓ। ਤੇ ਮੇਘਾਲਿਆ, ਮਿਜ਼ੋਰਮ ਤੇ ਨਾਗਾਲੈਂਡ ਦੇ ਵਿੱਚ ਪੰਚਾਇਤੀ ਰਾਜ ਸਿਸਟਮ ਨਹੀਂਗਾ। ਇਹ 3 ਸਟੇਟਾਂ ਥੋੜ੍ਹੀਆਂ ਯਾਦ ਕਰ ਲਿਓ, ਕਈ ਵਾਰ ਪੇਪਰ 'ਚ ਪੁੱਛ ਲੈਂਦੇ ਨੇ, ਠੀਕ ਆ ਜੀ। ਪੰਚਾਇਤੀ ਰਾਜ ਦੀ ਬਣਤਰ ਅਤੇ ਕੰਮਕਾਜ ਵਿੱਚ ਰਾਜਾਂ ਵਿੱਚ ਬਹੁਤ ਸਾਰੇ ਅੰਤਰ ਹੁੰਦੇ ਨੇ। ਵੈਸੇ ਇਹ 'ਚ ਜਿਵੇਂ ਰਾਜਸਥਾਨ ਤੇ ਆਂਧਰਾ ਪ੍ਰਦੇਸ਼ ਵਰਗੇ ਰਾਜਾਂ ਨੇ 3 ਪੱਧਰੀ 3 ਟੀਅਰ ਅਪਣਾਇਆ, ਠੀਕ ਆ। ਹੁਣ ਇਹਨਾਂ ਨੇ ਉਦੋਂ ਜਦੋਂ ਅਪਣਾਏ ਸੀ, ਉਦੋਂ ਇਸ ਹਿਸਾਬ ਨਾਲ ਅਪਣਾਏ ਸੀਗੇ ਜਦੋਂ ਜਾਣੀ ਪਹਿਲਾਂ ਇਹਨਾਂ ਨੇ ਬਲਵੰਤ ਰਾਏ ਮਹਿਤਾ ਨੇ 3 ਟੀਅਰ ਸਿਸਟਮ ਹੀ ਅਪਣਾਇਆ ਸੀਗਾ, ਕਿਹਾ ਸੀ ਕਰਨ ਨੂੰ। ਤਾਂ ਇੱਕ ਨੇ ਹੁਣ ਪੱਛਮੀ ਬੰਗਾਲ ਸੀ, ਇਹਨਾਂ ਨੇ 4 ਟੀਅਰ ਅਪਣਾ ਲਿਆ, ਜਿਹਦੇ ਗ੍ਰਾਮ ਪੰਚਾਇਤ, ਅੰਚਲ ਪਰਿਸ਼ਦ ਜਾਂ ਜ਼ਿਲ੍ਹਾ ਪਰਿਸ਼ਦ, ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਛੱਡ ਸਕਦੇ ਹੋ ਤੁਸੀਂ। ਤਾਮਿਲਨਾਡੂ ਨੇ 2 ਟੀਅਰ ਅਪਣਾ ਲਿਆ, ਜਿਹਦੇ ਵਿੱਚ ਉਹ ਵਿਲੇਜ ਪੰਚਾਇਤ ਤੇ ਪੰਚਾਇਤ ਯੂਨੀਅਨ, ਇਹ ਜ਼ਿਆਦਾ ਇੰਪੋਰਟੈਂਟ ਨਹੀਂ, ਤੁਸੀਂ ਛੱਡ ਸਕਦੇ ਹੋ, ਪੇਪਰ ਦੇ ਵਿੱਚ ਜੇ ਕੁਐਸਚਨ ਨਹੀਂ ਪੁੱਛੇ ਜਾਂਦੇ, ਠੀਕ ਆ ਜੀ। ਹੁਣ 24 ਅਪ੍ਰੈਲ 2022 ਨੂੰ 12ਵਾਂ ਪੰਚਾਇਤੀ ਰਾਜ ਦਿਵਸ ਮਨਾਇਆ ਗਿਆ, ਠੀਕ ਆ ਜੀ। ਹੁਣ ਇਹ ਵੀ ਤੁਹਾਡਾ ਇੰਪੋਰਟੈਂਟ ਕੁਐਸਚਨ ਬਣਦਾ ਕਿ ਨੈਸ਼ਨਲ ਪੰਚਾਇਤੀ ਦਿਵਸ, ਰਾਸ਼ਟਰੀ ਪੰਚਾਇਤੀ ਰਾਜ ਦਿਵਸ ਕਦੋਂ ਮਨਾਇਆ ਜਾਂਦਾ? 24 ਅਪ੍ਰੈਲ ਨੂੰ ਮਨਾਇਆ ਜਾਂਦਾ, ਠੀਕ ਆ ਜੀ। ਇਹ ਚੀਜ਼ ਹੁਣ ਤੁਹਾਡਾ ਇੱਕ ਕੁਐਸਚਨ ਹੋਰ ਕਵਰ ਹੋ ਗਿਆ, ਠੀਕ ਆ। ਹੁਣ ਦੇਖੋ ਜੀ, ਹੁਣ ਆਪਾਂ ਅੱਗੇ ਕਰਦੇ ਹਾਂ ਜੀ, ਜਿਹੜਾ ਇੰਪੋਰਟੈਂਟ ਸਾਡਾ ਬਣਦਾ ਵਾ ਕਿ ਅਸ਼ੋਕ ਮਹਿਤਾ ਕਮੇਟੀ। ਹੁਣ ਦੂਜੀ ਕਮੇਟੀ ਇਹਦੇ ਤੁਹਾਨੂੰ ਯਾਦ ਹੋਣਾ ਚਾਹੀਦੀ ਆ, ਉਹ 1957 ਦੇ ਵਿੱਚ ਹੋਇਆ ਸੀ। 1959 ਦੇ ਵਿੱਚ ਆਪਣਾ ਇਹਨਾਂ ਨੇ ਪੰਚਾਇਤੀ ਰਾਜ ਜਿਹੜੀ ਪ੍ਰਣਾਲੀ ਸੀ ਉਹ ਅਪਣਾ ਲਈ ਸੀਗੀ, ਇਹਨੇ ਆਪਣੇ ਰਾਜਸਥਾਨ ਨੇ ਸਭ ਤੋਂ ਪਹਿਲਾਂ, ਠੀਕ ਆ। ਉਹਨੇ ਸੁਜੈਸ਼ਨ ਕੀਤੀ ਸੀ। ਹੁਣ ਜੀ ਦਸੰਬਰ 1977 'ਚ ਕੀ ਹੋਇਆ, ਇੱਕ ਹੋਰ ਕਮੇਟੀ ਅਪਾਇੰਟ ਹੋਈ ਜੀ, ਅਸ਼ੋਕ ਮਹਿਤਾ ਕਮੇਟੀ। ਹੋਇਆ ਕਿ ਜੀ ਜਨਤਾ ਪਾਰਟੀ ਦੀ ਸਰਕਾਰ ਬਣੀ ਉਦੋਂ, ਠੀਕ ਆ। ਮੋਰਾ ਜੀ ਦਸਾਈ ਉਹਦੇ ਪੰਚਾਇਤੀ ਰਾਜ ਸੰਸਥਾਵਾਂ ਤੇ ਇੱਕ ਕਮੇਟੀ ਨਿਯੁਕਤ ਕੀਤੀ ਉਹਨੇ, ਜਿਹੜਾ ਉਸ ਟਾਈਮ ਦੇ ਉੱਤੇ ਪ੍ਰਧਾਨ ਮੰਤਰੀ ਸੀ। ਅਸ਼ੋਕ ਮਹਿਤਾ ਨੂੰ ਉਹਦਾ ਕਮੇਟੀ ਦਾ ਚੇਅਰਮੈਨ ਬਣਾਇਆ। ਅਸ਼ੋਕ ਮਹਿਤਾ ਨੇ 1978 'ਚ ਆਪਦੀ ਰਿਪੋਰਟ ਪੇਸ਼ ਕੀਤੀ। ਹੁਣ ਅੱਗੇ ਕੀ ਹੁੰਦਾ ਵਾ ਜੀ, ਤਾਂ ਇਹਦੇ ਵਿੱਚ ਉਹਦੇ 132 ਸਿਫਾਰਸ਼ਾਂ ਕੀਤੀਆਂ। ਕਮੇਟੀ ਨੇ 2 ਪੱਧਰੀ, ਇਹ ਕਮੇਟੀ ਕਹਿਣ ਲੱਗੇ, ਕਹਿੰਦੇ ਜੀ 2 ਟੀਅਰ ਅਪਣਾਓ, 3 ਟੀਅਰ ਵਧੀਆ ਨਹੀਂਗਾ, ਠੀਕ ਆ। ਸੋ ਇਹਦੇ ਉੱਤੇ ਜ਼ਿਆਦਾਤਰ ਇਹ ਬਹਿਸ ਵਗੈਰਾ ਚੱਲਦੀ ਰਹਿੰਦੀ ਸੀ, ਠੀਕ ਆ। ਸੋ ਪੇਪਰ 'ਚ ਕਈ ਵਾਰ ਕੁਐਸਚਨ ਆਊਗਾ ਕਿ 2 ਟੀਅਰ ਦੀ ਸੁਜੈਸ਼ਨ ਕਿਹਨੇ ਦਿੱਤੀ ਸੀ? ਇਹ ਆਪਣੀ ਇਹਨੇ ਅਸ਼ੋਕ ਮਹਿਤਾ ਕਮੇਟੀ ਨੇ ਦਿੱਤੀ ਸੀ, ਠੀਕ ਹੈ ਜੀ। ਇਹ ਕਹਿੰਦੇ ਜੀ ਇੱਕ ਨਾ ਜ਼ਿਲ੍ਹਾ ਪ੍ਰੀਸ਼ਦ ਬਣਾ ਦਿਓ ਜਿਹੜਾ ਕਿ ਡਿਸਟ੍ਰਿਕਟ ਲੈਵਲ ਤੇ ਹੋਵੇ, ਇੱਕ ਮੰਡਲ ਪੰਚਾਇਤ ਜਾਂ ਮੰਡਲ ਲੈਵਲ ਦੇ ਉੱਤੇ ਨਾ ਤੁਸੀਂ ਇੱਕ ਮੰਡਲ ਪੰਚਾਇਤ ਬਣਾ ਦਿਓ, ਠੀਕ ਹੈ ਜੀ। ਬਸ ਸਿੱਧੀ ਜੀ ਗੱਲ ਆ ਵੀ ਆ 3 ਟੀਅਰ ਦੀ ਉਹ ਕਹਿੰਦੇ ਲੋੜ ਨਹੀਂ, ਤੁਸੀਂ 2 ਟੀਅਰ ਬਣਾਓ, ਠੀਕ ਆ। ਇਹ ਕਮੇਟੀ ਨੇ ਇਹ ਸੁਜੈਸ਼ਨ ਕੀਤਾ। ਹੁਣ ਇਹ ਕਹਿੰਦੇ ਜੀ ਮੰਡਲ ਪੰਚਾਇਤ ਦੇ ਜਿਹੜੇ 15,000 20,000 ਦੇ ਆਬਾਦੀ ਵਾਲੇ ਪਿੰਡਾਂ ਦਾ ਸਮੂਹ ਰੱਖ ਲਓ, ਤੇ ਜ਼ਿਲ੍ਹਾ ਪ੍ਰੀਸ਼ਦ ਦੀ ਇੱਕ ਕਾਰਜਕਾਰੀ ਸੰਸਥਾ, ਐਗਜ਼ੀਕਿਊਟਿਵ ਸੰਸਥਾ ਵੀ ਮਤਲਬ ਹੋਣੀ ਚਾਹੀਦੀ ਆ। ਜ਼ਿਲ੍ਹਾ ਪੱਧਰ ਤੇ ਉਹ ਕਹਿੰਦੇ ਜੀ ਜ਼ਿਲ੍ਹਾ ਪ੍ਰੀਸ਼ਦ ਨੂੰ ਜ਼ਿੰਮੇਵਾਰ ਬਣਾਇਆ ਜਾਣਾ ਚਾਹੀਦਾ ਵਾ। ਬਸ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਇਹਦੇ ਵਿੱਚ ਬਸ ਆਹੀ ਹੋਣਾ ਚਾਹੀਦਾ ਤੁਹਾਨੂੰ, ਇੱਕ ਉਹਦਾ ਈਅਰ ਯਾਦ ਹੋਣਾ ਚਾਹੀਦਾ ਕਿ 1957-58 ਦੇ ਵਿੱਚ ਇਹ ਹੋਇਆ ਸੀ, ਸੌਰੀ 77-78 ਦੇ ਵਿੱਚ, ਠੀਕ ਆ। 57 ਦੇ ਵਿੱਚ ਕਿਹੜੀ ਹੋਈ ਸੀ? ਬਲਵੰਤ ਰਾਏ ਮਹਿਤਾ ਕਮੇਟੀ। ਹੁਣ ਆ ਗਈ ਜੀ GVK ਰਾਓ ਕਮੇਟੀ 1950, ਠੀਕ ਹੈ। ਇਹਦਾ ਈਅਰ ਵੀ ਯਾਦ ਕਰ ਲਓ।
ਹੁਣ ਕੀ ਹੋਇਆ ਜੀ, ਯੋਜਨਾ ਕਮਿਸ਼ਨ ਨੇ ਕੀ ਕੀਤਾ, ਪਲੈਨਿੰਗ ਕਮਿਸ਼ਨ ਚੱਲਦਾ ਹੁੰਦਾ ਸੀ ਆਪਾਂ ਨੂੰ ਪਤਾ ਉਸ ਟਾਈਮ ਦੇ ਉੱਤੇ, ਠੀਕ ਆ। ਇਹਨਾਂ ਨੇ ਕੀ ਕੀਤਾ ਜੀ, ਪੇਂਡੂ ਵਿਕਾਸ ਅਤੇ ਗਰੀਬੀ ਹਟਾਓ ਪ੍ਰੋਗਰਾਮ ਲਈ ਇਹਨਾਂ ਨੇ ਇਹ ਕਮੇਟੀ ਦੀ ਨਿਯੁਕਤੀ ਕੀਤੀ ਸੀ, ਠੀਕ ਆ ਜੀ। ਕਮੇਟੀ ਕੀ ਕਹਿੰਦੀ ਜੀ, ਪੰਚਾਇਤੀ ਰਾਜ ਸਿਸਟਮ ਨੂੰ ਮੁੜ ਸੁਰਜੀਤ ਕਰਨ ਦੀ ਇਹਨਾਂ ਨੇ ਸਿਫਾਰਿਸ਼ ਕਰਤੀ, ਜ਼ਿਲ੍ਹੇ ਨੂੰ ਯੋਜਨਾਬੰਦੀ ਇਕਾਈ ਬਣਾਈ, ਠੀਕ ਆ ਜੀ। ਸੋ ਨੈਕਸਟ ਦੇਖੋ ਜੀ, ਇਹਦੇ ਵਿੱਚ ਕੀ ਹੋਇਆ, ਬਸ ਇਹਦੇ ਵਿੱਚ ਜ਼ਿਆਦਾ ਇੰਪੋਰਟੈਂਟ ਨਹੀਂ ਬਣਦਾ, ਬਸ ਇਹ ਤੁਹਾਨੂੰ ਕਮੇਟੀਆਂ ਦਾ ਐਂ ਯਾਦ ਹੋਣਾ ਚਾਹੀਦਾ ਵੀ ਕਿਹੜੇ ਸਾਲ 'ਚ ਹੋਈ ਸੀ। 85 ਹੋਇਆ, ਕਈ ਵਾਰ ਨਾ ਸਿੱਧਾ ਹੁਣ PPSC ਦਾ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਹੋਇਆ 2022 ਦੇ ਵਿੱਚ, ਉਹਨਾਂ ਨੇ ਈਅਰ ਵਾਈਜ਼ ਪੁੱਛ ਲਿਆ ਹੋਇਆ ਕਿ ਹਾਂਜੀ ਇਹ ਦੱਸੋ ਵੀ ਆ 1 2 3 4 ਇਹਨਾਂ 'ਚੋਂ ਕਿਹੜੀ ਕਮੇਟੀ ਆ, ਸੌਰੀ ਈਅਰ ਵਾਈਜ਼ ਨਹੀਂ ਸੀ ਪੁੱਛਿਆ, ਉਹਨਾਂ ਨੇ ਪੁੱਛਿਆ ਸੀ ਕਿ ਦੱਸੋ ਇਹਨਾਂ ਦੇ ਵਿੱਚੋਂ ਕਿਹੜੀ ਕਮੇਟੀ ਹੈ ਜਿਹੜੀ ਪੰਚਾਇਤੀ ਰਾਜ ਨਾਲ ਸੰਬੰਧ ਰੱਖਦੀ ਆ ਕਿ ਨਹੀਂ, ਸਟੇਟਮੈਂਟ ਬੇਸਡ ਪੁੱਛਿਆ ਹੋਇਆ ਸੀ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ, ਇਹਨਾਂ ਦਾ ਨਾਮ ਯਾਦ ਹੋਣੇ ਚਾਹੀਦੇ ਵੀ ਇਹਦੇ ਨਾਲ ਤਾਲੁਕਾਤ ਰੱਖਦੀ ਹੈ, ਇਹਦੇ ਨਾਲ ਸਾਲ ਵੀ ਯਾਦ ਹੋਣੇ ਚਾਹੀਦੇ ਆ। ਹੁਣ ਦੇਖੋ ਜੀ, LM ਸਿੰਘਵੀ ਕਮੇਟੀ ਜਿਹੜੀ ਸੀਗੀ, ਇਹਦੇ ਵਿੱਚ ਸਾਲ 1986 ਦੇ ਵਿੱਚ ਕੀ ਹੋਇਆ ਜੀ, ਸਾਲ 1986 ਦੇ ਵਿੱਚ ਰਾਜੀਵ ਗਾਂਧੀ ਨੇ ਲੋਕਤੰਤਰ ਅਤੇ ਵਿਕਾਸ ਲਈ ਪੰਚਾਇਤੀ ਰਾਜ ਸੰਸਥਾਵਾਂ ਨੂੰ ਮੁੜ ਸੁਰਜੀਤ ਕਰਨ ਦੀ ਇਹਦੀ ਕਮੇਟੀ ਬਣੀ, ਠੀਕ ਹੈ ਜੀ। ਸੋ MM ਸਿੰਘ ਦੀ ਕਮੇਟੀ ਦੀ ਜਿਹੜੀ ਇਹ ਸੀਗੀ, ਠੀਕ ਆ, MM ਸਿੰਘ ਵੀ ਦੀ ਜਿਹੜੀ ਕਮੇਟੀ ਸੀ, ਇਹਨੇ ਪੰਚਾਇਤੀ ਰਾਜ ਸੰਸਥਾਵਾਂ ਨੂੰ ਸੰਵਿਧਾਨਕ ਤੌਰ ਤੇ ਮਾਨਤਾ ਤੇ ਸੁਰੱਖਿਅਤ ਰੱਖਣਾ ਇਹਨਾਂ ਨੇ ਸਿਫਾਰਿਸ਼ ਕਰਤੀ, ਕਹਿੰਦੇ ਇਹਨੂੰ ਇੱਕ ਤੁਸੀਂ ਨਾ ਆਪਣਾ ਇਹਦੇ ਜਿਹੜੇ ਕੌਂਸਟੀਟਿਊਸ਼ਨਲੀ ਰਿਕੋਗਨਾਈਜ਼ ਕਰੋ ਇਹਨੂੰ, ਮਤਲਬ ਪਹਿਲਾਂ ਕੌਂਸਟੀਟਿਊਸ਼ਨਲੀ ਇਹ ਚੀਜ਼ ਨਹੀਂ ਸੀ ਵੀ ਹਾਂ ਤੁਸੀਂ ਇਹ ਚੀਜ਼ ਕਰਨੀ ਹੀ ਪੈਣੀ ਆ। ਹਰੇਕ ਪਿੰਡ ਜਿੱਦਾਂ ਕਿ ਆਪਾਂ ਪੜ੍ਹਿਆ ਕਿ DPSP ਦੇ ਵਿੱਚ 40 ਨੰਬਰ ਆਰਟੀਕਲ ਆ, 40 ਨੰਬਰ ਆਰਟੀਕਲ ਸਿਰਫ ਨਿਰਦੇਸ਼ ਦਿੰਦਾ ਸੀ ਸਟੇਟਸ ਨੂੰ ਕਿ ਹਾਂਜੀ ਤੁਸੀਂ ਇਹਦੇ ਵਿੱਚ ਕਰਨਾ ਕਰ ਸਕਦੇ ਹੋ, ਨਹੀਂ ਕਰਨਾ ਨਾ ਕਰੋ, ਠੀਕ ਹੈ। ਜਿਵੇਂ ਰਾਜਸਥਾਨ ਨੇ ਅਪਣਾ ਲਈ ਸੀ ਫਿਰ ਉਹ, ਪਰ ਐਕਚੁਅਲ ਦੇ ਵਿੱਚ ਉਹ ਕੋਈ ਕਾਨੂੰਨ ਨਹੀਂ ਸੀ। ਇਹਨਾਂ ਨੇ ਕਹਿਤਾ ਵੀ ਹਾਂਜੀ ਇਹਦਾ ਇੱਕ ਕਾਨੂੰਨ ਬਣੇ। ਫਿਰ ਹੌਲੀ ਹੌਲੀ ਕੀ ਹੁੰਦਾ ਜੀ, 1991 ਤੱਕ ਜਾਂਦੇ ਜਾਂਦੇ ਫਿਰ ਨਾ PV ਨਰਸਿਮਹਾ ਰਾਓ ਦੀ ਸਰਕਾਰ ਬਣ ਗਈ, ਠੀਕ ਹੈ ਜੀ, ਪ੍ਰਧਾਨ ਮੰਤਰੀ ਬਣ ਗਏ। ਹੁਣ ਇਹ ਜੀ ਕਾਂਗਰਸ ਸਰਕਾਰ ਸੀ, PV ਨਰਸਿਮਹਾ ਰਾਓ ਨੇ ਕੀ ਕਿਹਾ ਜੀ, ਇਹਨਾਂ ਨੇ ਚੱਕ ਕੇ ਇਹਨਾਂ ਨੇ ਪੰਚਾਇਤੀ ਰਾਜ ਸੰਸਥਾਵਾਂ ਲਈ ਇਹਨੂੰ ਵਿਚਾਰ ਲਿਆ ਕਿ ਹਾਂ ਯਾਰ ਇਹਨੂੰ ਨਾ ਕੌਂਸਟੀਟਿਊਸ਼ਨਲੀ ਇਹਨੂੰ ਅਡੋਪਟ ਕਰਨਾ ਚਾਹੀਦਾ ਵਾ ਆਪਾਂ ਨੂੰ, ਇਹ ਚੀਜ਼ ਵਧੀਆ ਸੁਝਾਅ ਆ, ਠੀਕ ਆ। ਹੁਣ ਇਹਨਾਂ ਨੇ ਜਿਹਦੇ ਮੰਨ ਲਓ ਕੋਈ ਕੰਟਰੋਵਰਸ਼ੀਅਲ ਚੀਜ਼ਾਂ ਸੀਗੀਆਂ, ਬਹੁਤ ਚੀਜ਼ਾਂ ਸੀਗੀਆਂ, ਉਹਨਾਂ ਆਪਾਂ ਨੂੰ ਡੀਪ ਜਾਣ ਦੀ ਜ਼ਰੂਰਤ ਨਹੀਂ, ਉਹਨੂੰ ਹਟਾਤਾ ਇਹਨਾਂ ਨੇ ਬਿੱਲ ਦੇ ਵਿੱਚ ਜਦੋਂ ਬਿੱਲ ਪੇਸ਼ ਹੋਇਆ। ਹੁਣ ਜੀ 73ਵਾਂ, ਹੁਣ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿਹੜਾ ਸੰਵਿਧਾਨਕ ਸੋਧ ਬਿੱਲ ਸੀ, 73ਵੀਂ ਅਮੈਂਡਮੈਂਟ ਬਿੱਲ ਸੀਗਾ ਕੌਂਸਟੀਟਿਊਸ਼ਨਲ, ਜਿਹਦੇ ਤਹਿਤ ਉਹਦੇ ਪੰਚਾਇਤੀ ਰਾਜ ਦੀ ਸਥਾਪਨਾ ਹੋਈ ਸੀ, ਠੀਕ ਆ। 91 ਦੇ ਵਿੱਚ ਲੋਕ ਸਭਾ 'ਚ ਪੇਸ਼ ਕੀਤਾ, 92 ਦੇ ਵਿੱਚ ਲੋਕ ਸਭਾ ਦੁਆਰਾ ਬਿੱਲ ਪਾਸ ਕੀਤਾ ਗਿਆ, ਠੀਕ ਆ। 92 'ਚ ਇਹਨਾਂ ਨੇ 22 ਦਸੰਬਰ ਨੂੰ ਪਾਸ ਕਰਤਾ, 23 ਦਸੰਬਰ ਨੂੰ ਜੀ ਰਾਜ ਸਭਾ ਦੁਆਰਾ ਵੀ ਬਿੱਲ ਪਾਸ ਕਰ ਦਿੱਤਾ ਗਿਆ, ਠੀਕ ਆ। ਸੋ ਬਿੱਲ ਦੇ ਵਿੱਚ 17 ਰਾਜ ਅਸੈਂਬਲੀਆਂ ਨੇ ਵੀ ਮਨਜ਼ੂਰੀ ਦਿੱਤੀ ਵੀ ਹਾਂਜੀ ਬਾਈ ਕਰ ਲਓ ਵੀ ਇਹ ਠੀਕ ਆ ਸਾਰਾ ਕੁਛ, ਠੀਕ ਆ। ਹੁਣ ਕੀ ਹੋਇਆ ਜੀ, ਜਦੋਂ ਉਦੋਂ ਫੈਡਰਲ ਪਾਵਰ ਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ ਸਧਾਰਨ ਬਹੁਮਤ ਨਾਲ ਘੱਟੋ ਘੱਟ ਅੱਧੇ ਰਾਜਾਂ ਦੀ ਸਹਿਮਤੀ ਮਿਲਣੀ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ, ਠੀਕ ਆ ਜੀ। ਤਾਂ ਰਾਸ਼ਟਰਪਤੀ ਉਸ ਟਾਈਮ ਤੇ ਸੀਗਾ ਜੀ ਸ਼ੰਕਰ ਦਿਆਲ ਸ਼ਰਮਾ ਨੇ, ਇਹਨੇ ਜੀ ਕੀ ਕੀਤਾ ਜੀ, ਅਪ੍ਰੈਲ 1993 ਦੇ ਵਿੱਚ ਆਪਦੀ ਸਹਿਮਤੀ ਦਿੱਤੀ ਤੇ 1993 'ਚ ਇਹਨੂੰ ਲਾਗੂ ਕਰਤਾ। ਹੁਣ ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਵੈਸੇ ਤਾਂ ਇਹ ਆਉਂਦਾ ਨਹੀਂ, ਜ਼ਿਆਦਾਤਰ ਤੁਹਾਨੂੰ ਪੇਪਰ ਦੇ ਵਿੱਚ ਇਹ ਹੋਏਗਾ ਇਹ 91ਵਾਂ ਸੰਵਿਧਾਨ, ਆਹ ਕੁਐਸਚਨ PSSB ਦੇ ਇੱਕ ਪੇਪਰ 'ਚ ਬਣ ਚੁੱਕਿਆ ਵਾ, ਠੀਕ ਆ, ਸ਼ਾਇਦ ਜੇਲ੍ਹ ਵਾਰਡਨ 'ਚ ਬਣਿਆ ਹੋਇਆ ਕਿ ਕਿਹੜੇ ਕੌਂਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਤਹਿਤ ਪੰਚਾਇਤੀ ਰਾਜ ਦਾ ਨੂੰ ਕੌਂਸਟੀਟਿਊਸ਼ਨਲ ਦਰਜਾ ਮਿਲਿਆ ਸੀ, ਠੀਕ ਆ। ਕਿਹੜੇ ਦੇ ਵਿੱਚ 73ਵਾਂ ਸੰਵਿਧਾਨਕ ਸੋਧ ਐਕਟ ਬਣਿਆ ਸੀ, ਠੀਕ ਆ, ਇਹ ਠੀਕ ਆ 1992 ਦਾ। ਪਰ ਇਹ ਕੰਮ ਕੇਮ ਇਨਟੂ ਫੋਰਸ ਕਦੋਂ ਹੋਇਆ ਸੀ, ਇਹਨੂੰ 1993 ਦੇ ਵਿੱਚ ਫੋਰਸ ਦੇ ਵਿੱਚ ਲਾਤਾ ਸੀ ਇਹਨੂੰ, ਠੀਕ ਆ ਜੀ, ਲਾਗੂ ਹੋ ਗਿਆ ਸੀ ਮਤਲਬ ਇਹ। ਹੁਣ ਦੇਖੋ ਜੀ 73ਵੇਂ ਜਿਹੜੇ ਸੰਵਿਧਾਨਕ ਸੋਧ ਐਕਟ ਦੀਆਂ ਇਹਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕੀ ਸੀ, ਸਾਨੂੰ ਹੁਣ ਇਹ ਵੀ ਚੀਜ਼ ਪਤਾ ਹੋਣੀ ਚਾਹੀਦੀ ਹੈ ਕਿ ਹਾਂਜੀ ਇਹਦੇ ਵਿੱਚ ਕੀ ਕੀ ਵਿਸ਼ੇਸ਼ਤਾ ਸੀਗੀ। ਹੁਣ ਇਹ ਐਕਟ ਸਭ ਤੋਂ ਪਹਿਲਾਂ ਤੁਹਾਡਾ ਇਸ ਐਕਟ ਦੇ ਵਿੱਚ ਬਹੁਤ ਇੰਪੋਰਟੈਂਟ ਹੁੰਦਾ ਕਿ ਕਿੰਨੇ ਪਾਰਟ ਦੇ ਵਿੱਚ ਇਹਨੂੰ ਸ਼ਾਮਲ ਕੀਤਾ। ਪਾਰਟ 9 ਯਾਦ ਕਰ ਲਓ ਜੀ, ਪਾਰਟ 9 ਜਾਂ ਸ਼ਡਿਊਲ ਦੇ ਵਿੱਚੋਂ ਸਿੱਧਾ ਕੁਐਸਚਨ ਆਊਗਾ ਪੇਪਰ ਦੇ ਵਿੱਚ, ਪੁੱਛਿਆ ਜਾ ਚੁੱਕਿਆ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ। ਹੁਣ ਜੀ 11ਵੇਂ ਸ਼ਡਿਊਲ ਦੇ ਵਿੱਚ ਸ਼ਾਮਲ ਆ, 9ਵੇਂ ਪਾਰਟ ਦੇ ਵਿੱਚ ਸ਼ਾਮਲ ਆ, ਬਸ ਦੋ ਚੀਜ਼ਾਂ ਯਾਦ ਕਰ ਲਓ, ਠੀਕ ਆ। ਵਿਸ਼ੇ ਕਿੰਨੇ ਆ 29 ਸਬਜੈਕਟ ਇਹਨਾਂ ਨੇ ਸ਼ਾਮਲ ਕਰਤੇ ਸੀ, ਠੀਕ ਆ 11ਵੇਂ ਸ਼ਡਿਊਲ 'ਚ ਵੀ ਹਾਂ ਇਹਨਾਂ ਵਿਸ਼ਿਆਂ ਦੇ ਉੱਤੇ ਇਹ ਕੰਮ ਕਰ ਸਕਦੇ ਹੋ। ਵਿਸ਼ੇ ਵੀ ਕੀ ਆਪਾਂ ਨੂੰ ਇੰਨਾ ਵੀ ਕੀ ਯਾਦ ਕਰਨ ਦੀ ਜ਼ਰੂਰਤ ਆ, ਚਲੋ ਮੈਂ ਤੁਹਾਨੂੰ ਇੱਕ ਰਫਲੀ ਜਿਹਾ ਆਈਡੀਆ ਦੇ ਦਿੰਦਾ ਮੈਂ, ਠੀਕ ਆ, ਕਿਹੜੇ ਵਿਸ਼ੇ ਸੀ। ਇਹਨਾਂ ਨੇ ਕੀ ਕੀਤਾ ਜੀ, ਪੰਚਾਇਤ ਦੇ ਵਿੱਚ ਇਹਨਾਂ ਨੇ ਜਿਹੜੇ ਆਹ ਆਪਣਾ ਜਿਹੜੀ ਸੋਧ ਹੋਈ ਸੀ 73ਵੀਂ ਸੋਧ, ਠੀਕ ਆ, ਉਹਦੇ ਵਿੱਚ ਉਹ ਕਹਿੰਦੇ ਵੀ ਹਾਂਜੀ ਜਿਹੜੇ ਗ੍ਰਾਮ ਪੰਚਾਇਤ ਆ ਉਹ ਐਗਰੀ ਨਾਲ ਰਿਲੇਟਡ ਆਪਦਾ ਮਤਲਬ ਸਾਰਾ ਕੁਝ ਦੇਖਣ, ਠੀਕ ਆ, ਮਤਲਬ ਲੈਂਡ ਨਾਲ ਰਿਲੇਟਡ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਆ, ਸੋਇਲ ਨਾਲ ਰਿਲੇਟਡ ਥੋੜਾ ਬਹੁਤ ਤੁਸੀਂ ਆਪਦਾ ਦੇਖ ਸਕਦੇ ਹੋਗੇ ਹਾਂਜੀ। ਇਹਦੇ ਲਈ ਇਰੀਗੇਸ਼ਨ ਨਾਲ ਰਿਲੇਟਡ ਕੋਈ ਵੀ, ਜਿਵੇਂ ਹੁਣ ਪਿੰਡਾਂ ਦੇ ਵਿੱਚ ਪ੍ਰੋਬਲਮਸ ਆਪਾਂ ਪੜ੍ਹੀਆਂ ਇਹਨਾਂ ਉੱਪਰ ਹੋਈਆਂ ਹਨਾ, ਤਾਂ ਵਾਟਰ ਦੇ ਨਾਲ ਰਿਲੇਟਡ ਹੋਇਆ, ਹੋਰ ਵੀ ਕੋਈ ਫਿਸ਼ਰੀ ਹੋ ਗਿਆ, ਡੈਰੀ ਦੇ ਨਾਲ ਰਿਲੇਟਡ ਕੋਈ ਵੀ ਦਿੱਕਤ ਆ, ਇਹ ਸਾਰਾ ਕੁਝ ਇਹ 29 ਸਬਜੈਕਟ 'ਚ ਲਿਖਿਆ ਕਿ ਹਾਂ ਵੀ ਤੁਸੀਂ ਇਹਨਾਂ ਦੇ ਉੱਤੇ ਵਰਕ ਕਰ ਸਕਦੇ ਹੋ, ਠੀਕ ਆ। ਨੈਕਸਟ ਆ ਗਿਆ ਹੁਣ ਜੀ, ਇਹ ਸਭ ਤੋਂ ਪਹਿਲਾਂ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕਿ ਕਿੰਨੇ ਤੋਂ ਕਿੰਨੇ ਨੰਬਰ ਆਰਟੀਕਲ ਦੇ ਵਿੱਚ ਦਰਜ ਆ। ਦੇਖੋ ਜੀ ਹੁਣ ਜਦੋਂ ਅਮੈਂਡਮੈਂਟ ਹੋਈ ਆ, ਅਮੈਂਡਮੈਂਟ ਦਾ ਮਤਲਬ ਹੀ ਇਹ ਹੁੰਦਾ ਵਾ ਕਿ ਉਹਦੇ ਵਿੱਚ ABCDEFGHIJK ਇਸ ਤਰ੍ਹਾਂ ਜੋੜ ਦਿੱਤੀਆਂ ਜਾਂਦੀਆਂ ਨੇ ਚੀਜ਼ਾਂ, ਠੀਕ ਆ। ਹੁਣ 243 ਨੰਬਰ ਆਰਟੀਕਲ A ਤੋਂ ਲੈ ਕੇ, ਠੀਕ ਆ ਜੀ, A ਤੋਂ ਲੈ ਕੇ O ਤੱਕ ਇਹ ਸਾਰਾ ਦਰਜਾ, ਠੀਕ ਆ ਜੀ, A ਤੋਂ ਲੈ ਕੇ O ਤੱਕ ਇਹ ਸਾਰੇ ਦਰਜਾ ਤਾਂ ਨਵਾਂ ਲੇਖ ਜੋੜਿਆ ਗਿਆ, ਠੀਕ ਆ ਜੀ। ਸੋ ਇਹ ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਕਿ O ਤੱਕ ਕਿਹੜੀ ਦਰਜਾ ਆਪਣਾ ਪੰਚਾਇਤੀ ਰਾਜ। ਹੁਣ
DPSP ਨੂੰ ਬਾਰ-ਬਾਰ ਤੁਹਾਨੂੰ ਦੱਸਣ ਦੀ ਲੋੜ ਨਹੀਂ, ਮੈਂ ਬਹੁਤ ਵਾਰੀ ਕਰਵਾ ਚੁੱਕਿਆ। ਆਰਟੀਕਲ 40 ਦੇ ਵਿੱਚ ਦਰਜ ਆ, ਜਿਹਦੇ ਵਿੱਚ ਕਿ ਰਾਜ ਗ੍ਰਾਮ ਪੰਚਾਇਤਾਂ ਨੂੰ ਸੰਗਠਿਤ ਕਰਨ ਲਈ ਕਦਮ ਚੁੱਕੂਗਾ ਤੇ ਆਪਣੀਆਂ ਸ਼ਕਤੀਆਂ ਤੇ ਅਧਿਕਾਰ ਪ੍ਰਾਪਤ ਕਰੋ। ਸੋ ਇਹ ਤਾਂ ਕੋਈ ਦੱਸਣ ਦੀ ਲੋੜ ਨਹੀਂ, ਤੁਸੀਂ ਆਪਦੀ DPSP ਦੀ ਕਲਾਸ ਦੇਖੋ, ਉਹਦੇ ਵਿੱਚ ਮੈਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਹੈ, ਠੀਕ ਆ। ਬਟ ਇਹ ਕੋਈ ਲਾਅ ਨਹੀਂ ਸੀ, ਠੀਕ ਆ। ਨੈਕਸਟ ਆ ਗਿਆ ਜੀ, ਹੁਣ ਜਿਵੇਂ ਮੰਨ ਲਓ ਹੁਣ ਆ ਨਾ 73ਵੀਂ ਅਮੈਂਡਮੈਂਟ, ਹੁਣ ਤਾਂ ਤੁਸੀਂ ਦੇਖਿਆ ਹੋਊਗਾ ਕਿ ਹਾਂਜੀ ਸਾਰੇ ਜਿੰਨੇ ਵੀ ਨੋਟੀਫਾਈਡ ਆਪਣੇ ਹੋ ਗਿਆ, ਪੰਚਾਇਤਾਂ ਹੋ ਗਈਆਂ, ਮਿਊਨਿਸਪੈਲਿਟੀਜ਼ ਹੋ ਗਈਆਂ, ਇਹਨਾਂ ਦੇ ਤਹਿਤ 73ਵੀਂ ਤੇ 74ਵੀਂ ਜਿਹੜੀ ਅਮੈਂਡਮੈਂਟ ਹੋਈ ਸੀ ਉਹਦੇ ਤਹਿਤ ਇਹ ਲਾਗੂ ਕਰ ਦਿੱਤਾ ਗਿਆ ਵੀ ਹਾਂ ਇਹ ਇਹਦੇ ਵਿੱਚ ਬਣੂਗੀ ਹੀ ਬਣੂਗੀ, ਇਹਦੇ ਵਿੱਚ ਪੰਚਾਇਤ ਬਣੂਗੀ ਹੀ ਬਣੂਗੀ, ਇਹ 'ਚ ਮਿਊਨਿਸਪੈਲਿਟੀਜ਼ ਬਣੂਗੀ ਹੀ ਬਣੂਗੀ, ਠੀਕ ਹੈ ਜੀ। ਸੋ ਇਹ ਚੀਜ਼ ਹੁੰਦੀ ਆ। ਨੈਕਸਟ ਆਪਾਂ ਚੱਲਦਾ, ਪਰ ਇਹਦੇ ਵਿੱਚ ਹੈ ਨਹੀਂ ਸੀ ਆਰਟੀਕਲ 40 ਦੇ ਵਿੱਚ ਆਪਾਂ DPSP 'ਚ ਬੜਾ, ਕਿਉਂਕਿ ਇਹ ਤਾਂ ਜਸਟ ਇੱਕ ਨਿਰਦੇਸ਼ ਦਿੱਤੇ ਸੀ, ਕੋਈ ਵੀ ਕੋਰਟ ਨਹੀਂ ਸੀ ਜਾ ਸਕਦਾ, ਹਾਂ ਵੀ ਇਹਨੂੰ ਚੈਲੰਜ ਨਹੀਂ ਸੀ ਕਰ ਸਕਦਾ ਵੀ ਹਾਂ ਵੀ ਤੁਸੀਂ ਮੰਨ ਲਓ ਪੰਜਾਬ ਸਰਕਾਰ ਦੇ ਵਿੱਚ ਕਿਸੇ ਇੱਕ ਜਗ੍ਹਾ ਦੇ ਉੱਤੇ ਉਹਨਾਂ ਨੇ ਪੰਚਾਇਤੀ ਰਾਜ ਨਹੀਂ ਬਣਾਇਆ, ਠੀਕ ਹੈ, ਪੰਚਾਇਤ ਦੀ ਨਹੀਂ ਸਥਾਪਨਾ ਕੀਤੀ ਵੀ ਹਾਂ ਵੀ ਅਸੀਂ ਉਹ ਕੋਆਰਡੀਨੇਟ ਕਰਾਂਗੇ ਸਾਰਾ ਕੁਝ, ਤਾਂ ਤੁਸੀਂ 40 ਦੇ ਤਹਿਤ ਨਹੀਂ ਜਾ ਸਕਦੇ ਸੀਗੇ, ਪਰ ਹੁਣ ਜਾ ਸਕਦਾ, ਹੁਣ ਇਹਨੂੰ ਚੈਲੰਜ ਕੀਤਾ ਜਾ ਸਕਦਾ ਵੀ ਹਾਂਜੀ ਕਿਉਂ ਨਹੀਂ ਬਣੀਗੀ ਇਹਦੇ ਵਿੱਚ, ਠੀਕ ਹੈ ਜੀ। ਪਰ ਕਰਦਾ ਫਿਰ ਵੀ ਸਟੇਟ ਗੌਰਮੈਂਟ ਦੇ ਅਧਿਕਾਰ ਦੇ ਅੰਡਰ ਹੀ ਆਉਂਦਾ ਹੁੰਦਾ ਇਹ ਸਾਰਾ ਕੁਝ। ਹੁਣ ਜੀ 3 ਟੀਅਰ ਸਿਸਟਮ ਜਿਹੜਾ ਹੁੰਦਾ ਐਕਟ ਪੂਰੇ ਦੇਸ਼ ਵਿੱਚ ਇਕਸਾਰਤਾ ਲਿਆਉਣ ਲਈ ਬਣਾਇਆ ਗਿਆ, ਠੀਕ ਹੈ ਜੀ, ਕਿ 3 ਟੀਅਰ ਆਪਾਂ ਕਰ ਚੁੱਕੇ ਹਾਂ, ਠੀਕ ਆ। ਹੁਣ ਮੈਂ ਤੁਹਾਨੂੰ ਵੈਸੇ ਕਰਵਾਈ ਚੁੱਕਿਆ, ਇੱਕ ਵਾਰੀ ਤੁਹਾਨੂੰ ਥੋੜਾ ਜਿਹਾ ਓਵਰਵਿਊ ਆਪਾਂ ਦੇ ਦਈਏ। ਜ਼ਿਲ੍ਹਾ ਪ੍ਰੀਸ਼ਦ ਡਿਸਟ੍ਰਿਕਟ ਲੈਵਲ ਤੇ ਹੁੰਦਾ, ਜਿਹੜਾ ਅਪੈਕਸ ਬੋਡੀ ਸਭ ਤੋਂ ਉੱਪਰਲੀ ਬੋਡੀ ਹੁੰਦੀ ਆ, ਠੀਕ ਆ। ਸੋ ਇਹਦਾ ਹੈੱਡ ਕੌਣ ਹੁੰਦਾ? DC ਹੁੰਦਾ ਵਾ, ਠੀਕ ਆ। ਡਿਸਟ੍ਰਿਕਟ ਕਲੈਕਟਰ ਆਮ ਤੌਰ ਦੇ ਉੱਤੇ ਦਾ ਹੈੱਡ ਹੁੰਦਾ ਵਾ, ਠੀਕ ਆ, IAS ਆਫਿਸਰ ਹੁੰਦਾ। ਤਾਂ ਬਲਾਕ ਲੈਵਲ ਤੇ ਜਿਹੜੇ ਆਪਾਂ ਇੰਟਰਮੀਡੀਏਟ ਲੈਵਲ ਆਪਾਂ ਪੜ੍ਹਿਆ ਸੀ ਪੰਚਾਇਤ ਸਮਿਤੀ ਜਾਂ ਪੰਚਾਇਤੀ ਮੰਡਲ ਹੁੰਦਾ, ਇਹਦਾ ਹੈੱਡ ਹੁੰਦਾ ਬਲਾਕ ਪ੍ਰਮੁੱਖ ਜਾਂ ਪ੍ਰਧਾਨ ਹੁੰਦਾ ਵਾ, ਠੀਕ ਆ। ਸੋ ਇਹਦੇ ਵਿੱਚ ਵੀ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦੇਣਾ ਚਾਹੁੰਦਾ ਕਿ ਇਹ ਜਿਹੜਾ ਹੁੰਦਾ ਵਾ ਬਲਾਕ ਪ੍ਰਮੁੱਖ ਜਾਂ ਜਿਹਨੂੰ ਆਪਾਂ ਪ੍ਰਧਾਨ ਕਹਿ ਦਿੰਦੇ ਹਾਂ, ਇਹਦੇ ਵਿੱਚ ਵੀ ਜਾਣੀ ਕਿ ਮਤਲਬ ਇੱਕ ਤਰ੍ਹਾਂ ਨਾਲ ਇਹ ਡਾਇਰੈਕਟਲੀ ਨਹੀਂ ਇਲੈਕਟ ਹੁੰਦੇ ਗੇ, ਠੀਕ ਆ, ਇਨਡਾਇਰੈਕਟਲੀ ਇਲੈਕਟਡ ਹੁੰਦੇ ਨੇ। ਹੁਣ ਇਹਦੇ ਵਿੱਚ ਬਹੁਤ ਸਾਰੇ ਮੈਂਬਰ ਹੁੰਦੇ ਆ, ਸਰਪੰਚ ਵੀ ਹੁੰਦਾ ਵਾ, ਵੀਡੀਓ ਇਹ ਦੂਸਰਾ ਵੀਡੀਓ ਨਹੀਂ ਜਿਹੜੀ ਤੁਸੀਂ ਪੋਸਟ ਭਰੀ ਹੋਈ ਆ, ਠੀਕ ਆ, ਇਹ ਵਿਲੇਜ ਡਿਵੈਲਪਮੈਂਟ ਆਫਿਸਰ ਹੋ ਗਿਆ, ਠੀਕ ਆ। ਸੋ ਇਹ ਬਲਾਕ ਡਿਵੈਲਪਮੈਂਟ ਆਫਿਸਰ ਹੋ ਗਿਆ, ਉਹ ਇਹ ਸਟੇਟ PCS ਦੀ ਪੋਸਟ ਆ, ਠੀਕ ਆ, ਸਟੇਟ PCS ਦੀ ਹਾਲੀ ਪੋਸਟ ਆ ਵੀਡੀਓ, ਠੀਕ ਆ। ਸੋ ਇਹ ਤੁਸੀਂ ਧਿਆਨ ਦੇਣਾ ਵਾ, ਸੋ ਇਹਨੂੰ ਉਹਦੇ ਨਾਲ ਕਨਫਿਊਜ਼ ਨਾ ਕਰਿਓ। ਜਿਹੜੀ ਤੁਸੀਂ ਹੁਣ PSSB ਦੀ ਦੇ ਰਹੇ ਹੋ ਨਾ, ਮਤਲਬ ਪੇਪਰ ਦੇ ਰਹੇ ਹੋ, ਉਹ ਹੈਗੀ ਆ ਵਿਲੇਜ ਡਿਵੈਲਪਮੈਂਟ ਆਰਗੇਨਾਈਜ਼ਰ, ਇਹ ਹੈਗਾ ਬਲਾਕ ਡਿਵੈਲਪਮੈਂਟ ਆਫਿਸਰ, ਠੀਕ ਆ ਜੀ। ਸੋ ਇਹ ਦੋਨਾਂ 'ਚ ਫਰਕ ਆ, ਇਹਦੇ ਵਿੱਚ ਤੁਸੀਂ ਉਹ ਨਾ ਹੋ ਜਾਓ, ਠੀਕ ਆ, ਕਨਫਿਊਜ਼ ਨਾ ਹੋ ਜਾਓ, ਠੀਕ ਆ ਜੀ। ਸੋ ਇਹਦੇ ਵਿੱਚ ਸਾਰੇ ਹੁੰਦੇ ਨੇ, ਫਿਰ ਇਹਨਾਂ ਦੇ ਵਿੱਚੋਂ ਹੀ ਆਪਣੇ ਦੇ ਵਿੱਚੋਂ ਹੀ ਇੱਕ ਨੂੰ ਇਹ ਚੇਅਰਮੈਨ ਆਪਣਾ ਬਲਾਕ ਪ੍ਰਮੁੱਖ ਚੁਣ ਲੈਂਦੇ ਹੁੰਦੇ ਨੇ, ਠੀਕ ਆ। ਸੋ ਵਿਲੇਜ ਲੈਵਲ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਬੇਸ ਲੈਵਲ ਹੁੰਦਾ, ਗ੍ਰਾਸ ਰੂਟ ਲੈਵਲ ਦੇ ਉੱਤੇ ਸਭ ਤੋਂ ਥੱਲੇ ਹੁੰਦਾ ਹੈੱਡ ਹੁੰਦਾ ਸਰਪੰਚ ਜਾਂ ਪ੍ਰਧਾਨ, ਨਾਲ ਉਹਦੇ ਪੰਚ ਹੁੰਦੇ ਨੇ, ਠੀਕ ਆ। ਸੋ ਗ੍ਰਾਮ ਸਭਾ ਆ ਗਈ ਵਿੱਚ ਇਹਦੇ। ਹੋਰ ਹਾਂਜੀ ਸੀਟਾਂ ਦੀ ਰਿਜ਼ਰਵੇਸ਼ਨ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਹਾਂਜੀ ਇਹਦੀ ਸੀਟਾਂ ਦੀ ਆ ਜਿਹੜੀ ਉਹ ਰਿਜ਼ਰਵੇਸ਼ਨ ਕਿਸ ਤਰ੍ਹਾਂ ਹੁੰਦੀ ਆ, ਠੀਕ ਆ ਜੀ। ਹੁਣ ਦੇਖੋ ਜੀ, ਹੁਣ ਨਾ ਇੱਕ ਚੀਜ਼ ਹੋਰ ਮੈਂ ਤੁਹਾਨੂੰ ਥੋੜ੍ਹੀ ਜਿਹੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ, ਠੀਕ ਆ। ਸੋ ਲੈਜਿਸਲੇਟਿਵ ਫੰਕਸ਼ਨ ਜਿਹੜੇ ਹੁੰਦੇ ਨੇ ਨਾ ਆਪਣੇ ਇਹਦੇ ਗ੍ਰਾਮ ਸਭਾ ਦੇ ਲੈਜਿਸਲੇਟਿਵ, ਥੋੜ੍ਹਾ ਜਿਹਾ ਚਲੋ ਤੁਹਾਨੂੰ ਦੱਸ ਦਿੰਦੇ ਹਾਂ। ਲੈਜਿਸਲੇਟਿਵ ਹੁੰਦੇ ਆ ਇੱਕ ਹੁੰਦੇ ਆ ਜੀ ਐਗਜ਼ੀਕਿਊਟਿਵ, ਠੀਕ ਆ ਜੀ। ਇੱਥੇ ਥੋੜੀ ਸਪੇਸ ਘੱਟ ਆਪਣੀ, ਐਗਜ਼ੀਕਿਊਟਿਵ ਹੋ ਗਈ, ਠੀਕ ਆ। ਹੁਣ ਲੈਜਿਸਲੇਟਿਵ ਦੇ ਵਿੱਚ ਮੈਂ ਤੁਹਾਨੂੰ ਸਮਝਾਇਆ ਸੀਗਾ ਗ੍ਰਾਮ ਸਭਾ ਹੁੰਦੀ ਹੈ, ਗ੍ਰਾਮ ਸਭਾ ਚੁਣਦੀ ਆ। ਹੁਣ ਗ੍ਰਾਮ ਸਭਾ ਦੇ ਵਿੱਚ ਜਿਹੜੀ 18+ ਤੋਂ ਜਿੰਨੇ ਵੀ ਵੋਟਰ ਨੇ ਉਹ ਸਾਰੇ ਆ ਜਾਂਦੇ ਨੇ, ਠੀਕ ਆ। ਹੁਣ ਐਗਜ਼ੀਕਿਊਟਿਵ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਾਂ ਐਗਜ਼ੀਕਿਊਟਿਵ ਦੇ ਵਿੱਚ ਗ੍ਰਾਮ ਪੰਚਾਇਤ ਦੇ ਮੈਂਬਰ ਹੋ ਗਏ, ਠੀਕ ਆ, ਕਿਉਂਕਿ ਐਗਜ਼ੀਕਿਊਟਿਵ ਫੰਕਸ਼ਨ ਇਹਨਾਂ ਦੇ ਹੱਥ ਆ ਗਈ, ਠੀਕ ਆ। ਸੋ ਜਿਹੜੀ ਗ੍ਰਾਮ ਪੰਚਾਇਤ ਹੁੰਦੇ ਨੇ ਇਹਦੇ ਵਿੱਚ ਸਰਪੰਚ ਹੋ ਗਿਆ, ਵਾਰਡਸ ਦੇ ਵਿੱਚ ਜਿਵੇਂ ਅੱਗੇ ਦੀ ਅੱਗੇ ਵੰਡੇ ਗਿਆ ਤਾਂ ਪੰਚ ਆ ਗਏ, ਠੀਕ ਆ। ਇਹ ਚੀਜ਼ਾਂ ਹੁੰਦੀਆਂ ਨੇ, ਠੀਕ ਆ। ਸੋ ਇਹ ਸਾਰੇ ਜਿੰਨੇ ਵੀ ਹੁੰਦੇ ਨੇ ਜਿਹੜੇ ਇਹ ਸਾਰੇ ਹੁੰਦੇ ਇਹ ਸਟੇਟ ਗੌਰਮੈਂਟ। ਫਿਰ ਇੱਕ ਚੀਜ਼ ਹੋਰ ਵੀ ਹੁੰਦੀ ਆ ਪਿੰਡਾਂ ਦੇ ਵਿੱਚ ਨਾ, ਇੱਕ ਸਟੇਟ ਗੌਰਮੈਂਟ ਆਪਦਾ ਰਿਪਰੈਜ਼ੈਂਟੇਟਿਵ ਪੇਸ਼ ਕਰਦੀ ਆ, ਕਿਹੜਾ ਹੁੰਦਾ ਉਹਨੂੰ, ਜਿਹਨੂੰ ਆਪਾਂ ਪੰਚਾਇਤ ਸੈਕਟਰੀ ਕਹਿ ਦਿੰਦੇ ਹਾਂ, ਠੀਕ ਆ। ਪੰਚਾਇਤ ਸੈਕਟਰੀ ਨੂੰ ਕਹਿੰਦੇ ਆ ਵੀ ਹਾਂ ਵੀ ਤੈਨੂੰ ਅਸੀਂ ਅਪਾਇੰਟ ਕੀਤਾ ਵਾ, ਤੂੰ ਇਹਦੇ ਵਿੱਚ ਜਿੰਨੀਆਂ ਵੀ ਐਕਟੀਵਿਟੀਜ਼ ਹੋ ਰਹੀਆਂ ਪੰਚਾਇਤ ਦੇ ਵਿੱਚ ਜਾਂ ਕੁਛ ਵੀ ਹੋ ਰਿਹਾ ਉਹਦੀ ਸਾਰੀ ਚੀਜ਼ਾਂ ਦੀ ਤੂੰ ਨਿਗਾਹ ਰੱਖਣੀ ਆ, ਤੇ ਤੂੰ ਸਾਡੇ ਲਈ ਤੂੰ ਰਿਸਪੌਂਸੀਬਲ ਆ, ਠੀਕ ਆ। ਹੁਣ ਜੇਕਰ ਗ੍ਰਾਮ ਸਭਾ ਜਿਹਨੂੰ ਕਿ ਆਪਾਂ ਗ੍ਰਾਮ ਸਭਾ ਨੂੰ ਵੀ ਮੈਂ ਕਹਿ ਰਿਹਾ, ਗ੍ਰਾਮ ਸਭਾ ਦੀ ਮੀਟਿੰਗ ਵੀ ਇੱਕ ਹੁੰਦੀ ਆ, ਠੀਕ ਆ। ਗ੍ਰਾਮ ਸਭਾ ਸਾਲ ਦੇ ਵਿੱਚ ਜਰਨਲੀ 4 ਵਾਰ ਮੀਟਿੰਗ ਹੁੰਦੀ ਆ, ਜਿਹਦੇ ਵਿੱਚ ਕਿ ਸਾਰੀਆਂ ਚੀਜ਼ਾਂ ਨੂੰ ਵਿਚਾਰਿਆ ਜਾਂਦਾ ਵਾ, ਠੀਕ ਆ। ਫਿਰ ਜਿਹੜੇ ਐਗਜ਼ੀਕਿਊਟਿਵ ਹੁੰਦੇ ਨੇ, ਜਿਹੜੇ ਮੈਂ ਤੁਹਾਨੂੰ ਕਰਾਇਆ ਸਰਪੰਚ ਹੋ ਗਿਆ ਜਾਂ ਪੰਚ ਹੋ ਗਏ, ਉਹ ਉਹਦੇ ਤੇ ਡਿਸੀਜ਼ਨ ਕਰ ਲੈਂਦੇ ਨੇ, ਠੀਕ ਆ, ਰਲ ਮਿਲ ਕੇ। ਇਹ ਚੀਜ਼ਾਂ ਹੁੰਦੀਆਂ ਨੇ, ਮਤਲਬ ਇਹ ਚੀਜ਼ਾਂ ਮਤਲਬ ਇਹ ਸਟਰਕਚਰ ਆ। ਵੈਸੇ ਇਹਦੇ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਕਿਉਂਕਿ ਜਿਹੜੇ ਵੀ ਕੈਂਡੀਡੇਟ ਪਿੰਡਾਂ ਦੇ ਵਿੱਚ ਹੀ ਜ਼ਿਆਦਾਤਰ ਕੈਂਡੀਡੇਟ ਰਹਿੰਦੇ ਨੇ, ਜਾਂ ਤੁਸੀਂ ਸ਼ਹਿਰਾਂ ਦੇ ਵਿੱਚ ਵੀ ਉਹ ਕਰਦੇ ਹੋ, ਤਾਂ ਤੁਹਾਨੂੰ ਇੰਨਾ ਕੁ ਤਾਂ ਤੁਹਾਨੂੰ ਪਤਾ ਹੀ ਹੁੰਦਾ ਵਾ, ਠੀਕ ਆ। ਸੋ ਇਹ ਚੀਜ਼ਾਂ ਹੁੰਦੀਆਂ ਨੇ। ਤਾਂ ਅੱਗੇ ਆਪਾਂ ਹੁਣ ਕੀ ਕਰਨ ਲੱਗਿਆ, ਹੁਣ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਹੁੰਦੀ ਆ, ਆਪਾਂ ਨੂੰ ਪਤਾ ਹੈ ਕਿ ਸਭ ਤੋਂ ਅਪੈਕਸ ਬੋਡੀ ਹੋ ਗਈ, ਇਹ ਗੌਰਮੈਂਟ ਵੱਲੋਂ ਹੋ ਗਈ, ਠੀਕ ਆ। ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ, ਹੈ ਨਾ ਜੀ, ਜ਼ਿਲ੍ਹਾ ਪ੍ਰੀਸ਼ਦ ਸਟੇਟ ਗੌਰਮੈਂਟ ਨੇ ਕ੍ਰੀਏਟ ਕੀਤੀ ਹੋਈ। ਸਟੇਟ ਗੌਰਮੈਂਟ ਨੇ ਕਿਹਾ ਵੀ ਹਾਂ ਵੀ ਇਹ ਸਾਡੇ ਵੱਲੋਂ ਇਹ ਸਭ ਤੋਂ ਅਪੈਕਸ ਬੋਡੀ ਹੋ ਗਈ, ਠੀਕ ਆ, ਪੰਚਾਇਤੀ ਰਾਜ ਦੇ ਵਿੱਚ। ਨੈਕਸਟ ਕਰਦੇ ਹਾਂ ਆਪਾਂ ਹੁਣ ਜੀ ਸੀਟਾਂ ਦੀ ਰਿਜ਼ਰਵੇਸ਼ਨ ਹੋ ਗਈ। ਸੀਟਾਂ ਦੀ ਰਿਜ਼ਰਵੇਸ਼ਨ 243D ਦੇ ਵਿੱਚ ਇਹ ਪ੍ਰੋਵਾਈਡਡ ਆ, ਠੀਕ ਆ ਜੀ। SC ਤੇ ST ਕੈਟਾਗਰੀ ਲਈ ਸੀਟਾਂ ਦੀ ਰਿਜ਼ਰਵੇਸ਼ਨ ਕੀ ਦਿੱਤੀ ਗਈ ਆ। ਇਹ ਤਿੰਨੇ ਲੈਵਲ ਜਿਹੜੇ, ਚਾਹੇ ਉਹ ਆਪਣੇ ਬਲਾਕ ਲੈਵਲ ਹੋ ਗਿਆ, ਚਾਹੇ ਆਪਣਾ ਨੀਚਲਾ, ਤਿੰਨੇ ਲੈਵਲ ਦੇ ਵਿੱਚ ਉਹ ਕਹਿੰਦੇ ਪ੍ਰਪੋਰਸ਼ਨਲ ਟੂ ਦੇਅਰ ਪੋਪੂਲੇਸ਼ਨ ਦੇ ਅਕੋਰਡਿੰਗ ਉਹਨਾਂ ਨੂੰ ਦਿੱਤਾ ਗਿਆ। ਹੁਣ ਔਰਤਾਂ ਨੂੰ ਵੀ ਜਿਹੜੇ ਤਿੰਨੇ ਨੇ, ਠੀਕ ਆ, ਕਈ ਵਾਰ ਪੇਪਰ 'ਚ ਆ ਜਾਂਦਾ ਕਿ ਵੂਮੈਨਸ ਨੂੰ ਕਿੰਨੀ ਰਿਜ਼ਰਵੇਸ਼ਨ ਦਿੱਤੀ ਹੋਈ ਆ ਪੰਚਾਇਤੀ ਰਾਜ ਜਾਂ ਮਿਊਨਿਸਪੈਲਿਟੀਜ਼ ਤੇ। ਮਿਊਨਿਸਪੈਲਿਟੀ ਦੇ ਵਿੱਚ ਵੀ ਸੇਮ ਟੂ ਸੇਮ ਇਹੀ ਆ, ਠੀਕ ਹੈ। ਯਾਦ ਰੱਖਣਾ ਇਹ ਮਿਊਨਿਸਪੈਲਿਟੀ ਲਈ ਵੀ ਸੇਮ ਟੂ ਸੇਮ ਆ, ਠੀਕ ਆ ਜੀ।
ਸੋ ਸਿਰਫ ਆਰਟੀਕਲ ਦਾ ਫਰਕ ਹੋ ਜਾਊਗਾ, ਮਿਊਨਿਸਪੈਲਿਟੀ ਲਈ ਹੋਰ ਆਰਟੀਕਲ ਹੋ ਜਾਊਗਾ, ਠੀਕ ਹੈ, ਇਹਦੇ ਵਿੱਚ ਹੋਰ ਆ ਜਾਊਗਾ, ਇਹਦੇ 'ਚ ਆਰਟੀਕਲ 243D ਆ। ਤੇ ਬਟ ਬਾਕੀ ਸਾਰਾ ਕੁਝ ਸੇਮ ਟੂ ਸੇਮ ਇੱਦਾਂ ਹੀ ਆ ਕਿ SC ST ਨੂੰ ਰਿਜ਼ਰਵੇਸ਼ਨ ਮਿਲਦੀ ਆ, ਔਰਤਾਂ ਨੂੰ ਜਿਹੜੀ ਵੂਮੈਨਸ ਨੂੰ 1/3 ਪਾਰਟ ਰਿਜ਼ਰਵੇਸ਼ਨ ਮਿਲਦੀ ਹੈ, ਠੀਕ ਹੈ। ਮਤਲਬ ਜੇ 3 ਕੈਂਡੀਡੇਟ ਨੇ, ਠੀਕ ਹੈ ਜੀ, ਉਹਨਾਂ 'ਚੋਂ ਇੱਕ ਔਰਤ ਹੋਊਗੀ, ਠੀਕ ਹੈ, ਇਸ ਤਰ੍ਹਾਂ ਦਾ। ਨੈਕਸਟ ਕਰ ਦਾਂਗੇ ਹਾਂਜੀ ਇਹਦੀ ਟਰਮ ਇਹਦੀ ਸਿੱਧੀ ਆ ਜੀ 5 ਸਾਲ ਇਹਦੀ ਟਰਮ ਹੁੰਦੀ ਆ। ਸਾਰਿਆਂ ਨੂੰ ਪਤਾ ਜੀ ਪੰਚਾਇਤ ਕਿੰਨੇ ਟਾਈਮ ਲਈ ਚੁਣੀ ਜਾਂਦੀ ਆ, 5 ਸਾਲ ਲਈ। ਹੁਣ ਨਾ ਇੱਕ ਚੀਜ਼ ਥੋੜ੍ਹੀ ਜਿਹੀ ਤੁਸੀਂ ਚੰਗੀ ਤਰ੍ਹਾਂ ਦੇਖ ਲਿਓ ਕਿ ਇਹਦੇ ਵਿੱਚ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਆ ਕਿ ਹਾਂਜੀ ਇਹਦੇ ਵਿੱਚ ਕੀ ਹੁੰਦਾ ਵਾ। ਤਾਂ ਰਾਜ ਦੇ ਕਾਨੂੰਨ ਦੁਆਰਾ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਜੇਕਰ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਦਫ਼ਤਰ ਨੂੰ ਭੰਗ ਕੀਤਾ ਜਾ ਸਕਦਾ। ਕੀਤਾ ਕਿਵੇਂ ਜਾ ਸਕਦਾ ਵਾ ਜੀ? ਹੁਣ ਸਟੇਟ ਗੌਰਮੈਂਟ ਕਿਵੇਂ ਕਰ ਸਕਦੀ ਆ ਲਾਅ ਦੇ ਨਾਲ? ਭੰਗ ਹੋਣ ਦੀ ਸੂਰਤ ਵਿੱਚ ਮੰਨ ਲਓ ਕੋਈ ਦਿੱਕਤ ਪਰੇਸ਼ਾਨੀ ਹੋਈ ਤੇ ਭੰਗ ਹੋ ਗਈ, ਪੇਪਰ ਦੇ ਵਿੱਚ ਸਿੱਧਾ ਕੁਐਸਚਨ ਆਉਂਦਾ ਕਿ ਕਿੰਨੇ ਮਹੀਨਿਆਂ ਦੇ ਵਿੱਚ ਉਹ ਹੋਣੀਆਂ। 6 ਮਹੀਨਿਆਂ ਦੇ ਵਿੱਚ ਇਹਦੀਆਂ ਚੋਣਾਂ ਕਰਵਾਉਣੀਆਂ ਜਾਣੀਆਂ ਜ਼ਰੂਰੀ ਹੁੰਦੀਆਂ ਨੇ ਜੇਕਰ ਭੰਗ ਹੋ ਰਹੀਆਂ ਨੇ, ਠੀਕ ਆ। ਹੁਣ ਆਏ ਨਹੀਂਗਾ ਵੀ ਜੇ 6 ਮਹੀਨਿਆਂ ਬਾਅਦ ਇਹਨਾਂ ਨੇ ਚੋਣਾਂ ਕਰਵਾਤੀਆਂ ਤੇ ਅਗਲੇ 5 ਸਾਲ ਲਈ ਨਵਾਂ ਸਰਪੰਚ ਬਣ ਜਾਊਗਾ, ਇਹਨਾਂ ਨਵੀਂ ਉਹ ਕਮੇਟੀ ਫਾਰਮ ਹੋ ਜੂਗੀ, ਠੀਕ ਆ। ਸੋ ਇਹਦੇ ਲਈ ਸਿਰਫ ਜਿਹੜਾ ਬਾਕੀ ਸਮਾਂ ਮੰਨ ਲਓ ਜੀ 3 ਸਾਲ ਦੇ ਬਾਅਦ ਇਹਨਾਂ ਨੇ ਕੀ ਕੀਤਾ, 3 ਸਾਲਾਂ ਬਾਅਦ ਡਿਜ਼ੋਲਵ ਹੋ ਗਈ ਪੰਚਾਇਤ, ਠੀਕ ਆ। ਤਾਂ ਉਹਨਾਂ ਨੇ ਕੀ ਕਹਿਣਾ ਜੀ 6 ਮਹੀਨਿਆਂ ਦੇ ਵਿੱਚ ਇੱਕ ਨਵਾਂ ਪੰਚਾਇਤੀ ਇਲੈਕਸ਼ਨ ਕੰਡਕਟ ਕਰਾਓ, ਨਵਾਂ ਪੰਚਾਇਤ ਆਪਣਾ ਬਣਾਓ, ਠੀਕ ਆ। 5 ਸਰਪੰਚ ਦੁਬਾਰੇ ਚੁਣੋ ਤਾਂ ਜਿਹੜੇ ਦੁਬਾਰੇ ਹੋਣਗੇ, ਜਿਹੜੇ 2 ਸਾਲ ਬਚਣਗੇ, ਠੀਕ ਆ। ਵੈਸੇ 5 ਸਾਲ 2 ਸਾਲ ਲਈ ਜਿਹੜੇ ਉਹਨਾਂ ਨੂੰ ਹੋਏਗੀ, ਠੀਕ ਆ, 2 ਸਾਲ ਲਈ ਹੋਰ ਚੁਣੇ ਜਾਣਗੇ। ਉਸ ਤੋਂ ਬਾਅਦ ਪੰਚਾਇਤ ਦੀਆਂ ਨਵੀਆਂ ਚੋਣਾਂ 5 ਸਾਲ ਦੀ ਮਿਆਦ ਪੁੱਗਣ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ ਨੇ, ਠੀਕ ਹੈ ਜੀ। ਸੋ ਉਸ ਤੋਂ ਪਹਿਲਾਂ ਕਰਵਾਈਆਂ ਜਾ ਸਕਦੀਆਂ, ਇਸ ਤਰ੍ਹਾਂ ਨਹੀਂ ਵੀ ਨਹੀਂ ਕਰਵਾਈਆਂ, ਪਹਿਲਾਂ ਹੀ ਹੁੰਦੀਆਂ ਨੇ ਫਰੈਸ਼ ਇਲੈਕਸ਼ਨ, ਠੀਕ ਹੈ। ਸੋ ਸਿਰਫ ਉਨੇ ਟਾਈਮ ਲਈ ਚੁਣੀ ਜਾਂਦੀ ਹੈ ਜਿੰਨੀ ਪੁਰਾਣੀ ਸਰਕਾਰ ਜਿਹੜੀ ਭੰਗ ਹੋਈ ਆ, ਜਿਹੜੀ ਆਪਣੀ ਪੰਚਾਇਤ ਭੰਗ ਹੋਈ ਆ, ਉਹਦੇ ਲਈ ਹੀ ਉਨਾ ਟਾਈਮ ਲਈ ਹੀ ਚੁਣੀ ਜਾਂਦੀ ਆ। ਹੁਣ ਆ ਗਈ ਜੀ ਯੋਗਤਾ ਦੇ ਵਿੱਚ ਜੀ 243F ਦੇ ਵਿੱਚ ਕਿਹਾ ਕਿ ਜਿਹੜਾ ਵੀ ਵਿਅਕਤੀ ਰਾਜ ਵਿਧਾਨ ਸਭਾ ਲਈ ਚੁਣੇ ਜਾਣ ਦੇ ਯੋਗ ਆ, ਉਹ ਆਪਣਾ ਕੈਂਡੀਡੇਟ ਆ ਜਿਹੜਾ ਉਹ ਪੰਚਾਇਤੀ ਰਾਜ ਵਜੋਂ ਹੀ ਚੁਣਿਆ ਜਾਂਦਾ ਵਾ, ਠੀਕ ਆ। ਮਤਲਬ ਉਹ ਆਪਾਂ ਪੜ੍ਹਿਆ ਹੋਇਆ ਕਿ ਹਾਂ ਉਹਦੀ ਕੁਆਲੀਫਿਕੇਸ਼ਨ ਕੀ ਬਣਦੀ ਆ, ਆਪਣਾ ਭਾਰਤ ਦਾ ਮੈਂਬਰ ਹੋਣਾ ਚਾਹੀਦਾ, ਵੋਟਰ ਦੇ ਵਿੱਚ ਨਾਂ ਸੂਚੀ 'ਚ ਨਾਮ, ਇਸ ਤਰ੍ਹਾਂ ਦਾ ਸਾਰਾ ਕੁਛ ਹੁੰਦਾ ਵਾ, ਠੀਕ ਆ। ਉਹ ਇੰਨਾ ਡੀਪ ਜਾਣ ਦੀ ਲੋੜ ਨਹੀਂ। ਹੁਣ ਇਹਦੇ ਵਿੱਚ ਮੇਨ ਪੁੱਛਦੇ ਆ ਕਿ ਕਿੰਨੇ ਸਾਲ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਆ ਪੰਚਾਇਤੀ ਰਾਜ ਦੀਆਂ ਚੋਣਾਂ ਲੜਨ ਲਈ। 21 ਸਾਲ, ਠੀਕ ਆ, ਸਭ ਤੋਂ ਘੱਟ ਉਮਰ ਇਹਦੀ ਆ। ਉਹਦੀ ਜਿਹੜੀ ਆਪਾਂ ਸਟੇਟ ਅਸੈਂਬਲੀ ਦੀ ਆਪਾਂ ਗੱਲ ਕਰਦੇ ਆ, ਠੀਕ ਆ, ਉਹ 'ਚ 25 ਸਾਲ ਹੁੰਦੀ ਆ। ਇਹ 'ਚ ਕਨਫਿਊਜ਼ ਨਾ ਹੋਇਆ, ਠੀਕ ਆ। ਸਟੇਟ ਅਸੈਂਬਲੀ 'ਚ 25 ਸਾਲ ਆ, ਠੀਕ ਆ। ਜਿਹੜੇ MLA ਵਗੈਰਾ ਉਹ ਚੁਣੇ ਜਾਂਦੇ ਨੇ, ਠੀਕ ਆ ਜੀ ਆਪਣੇ। ਸੋ ਇਹਦੀ 25 ਸਾਲ ਘੱਟ ਤੋਂ ਘੱਟ ਉਮਰ ਹੋਣੀ ਚਾਹੀਦੀ ਹੈ। ਇਹਦੇ ਵਿੱਚ 21 ਸਾਲ ਤੇ ਗ੍ਰਾਮ ਸਭਾ ਜਿਹਨੂੰ ਕਿ ਵੋਟਰ ਸੀ ਆਪਾਂ ਕਹਿ ਦਿੰਦੇ ਹਾਂ, ਉਹਦੀ 18 ਸਾਲ ਹੁੰਦੀ ਆ। ਕਨਫਿਊਜ਼ ਹੋ ਕੇ ਉਹਦੇ 'ਚ 18 ਨਾ ਲਾਇਆ ਉਹ, ਠੀਕ ਆ ਵੀ ਹਾਂ ਉਹਦੇ ਵਿੱਚ ਆਪਾਂ ਗ੍ਰਾਮ ਸਭਾ ਨੂੰ 18 ਸਾਲ ਤੋਂ ਵੱਧ ਵਾਲੇ ਕਿਹਾ ਸੀ। ਉਹ ਗ੍ਰਾਮ ਸਭਾ ਦੀ ਗੱਲ ਹੋ ਰਹੀ ਆ, ਠੀਕ ਆ। ਜਿਹੜੇ ਵੋਟਰਸ ਨੇ, ਜਿਹੜੇ ਐਲੀਜੀਬਿਲਟੀ ਆ, ਉਹ ਗ੍ਰਾਮ ਸਭਾ ਦੇ ਮੈਂਬਰ ਨੇ, ਪਰ ਆਪਾਂ ਪੰਚਾਇਤੀ ਰਾਜ ਦੀ ਗੱਲ ਕਰ ਰਹੇ ਹਾਂ, ਠੀਕ ਆ, ਪੰਚਾਇਤੀ ਚੋਣਾਂ ਲੜਨ ਲਈ, ਠੀਕ ਆ ਜੀ। ਸੋ ਉਹਦੀ ਗੱਲ ਹੋ ਰਹੀ ਆ। ਸੋ ਇਹਦੇ ਵਿੱਚ ਬਿਲਕੁਲ ਵੀ ਕਨਫਿਊਜ਼ ਨਾ ਹੋਇਆ, ਗ੍ਰਾਮ ਪੰਚਾਇਤ ਦੀ ਗੱਲ ਹੋ ਰਹੀ ਆ। ਇਹ ਸੇਮ ਟੂ ਸੇਮ ਕੁਆਲੀਫਿਕੇਸ਼ਨ ਹੀ ਆਪਣੀ ਲਾਗੂ ਹੁੰਦੀ ਆ ਮਿਊਨਿਸਪੈਲਿਟੀਜ਼ ਦੇ ਵਿੱਚ ਜਿਹੜੇ ਚੁਣੇ ਜਾਂਦੇ ਨੇ, ਠੀਕ ਆ। ਮਿਊਨਿਸਪੈਲਿਟੀ ਦੇ ਵਿੱਚ ਵੀ ਸੇਮ ਟੂ ਸੇਮ ਇਹੀ ਕੰਡੀਸ਼ਨ ਹੁੰਦੀ ਆ। ਇਹਦੇ ਵਿੱਚ ਅਲੱਗ-ਅਲੱਗ ਕਰਨ ਦੀ ਤੁਹਾਨੂੰ ਜ਼ਰੂਰਤ ਨਹੀਂ ਗੀ। ਨੈਕਸਟ ਕਰਦਾ ਡਿਸਕੁਆਲੀਫਾਈ। ਹੁਣ ਜੀ ਅਯੋਗਤਾ ਕਦੋਂ ਹੋਊਗੀ ਜੀ? ਜੇਕਰ ਕਿਸੇ ਰਾਜ ਨੂੰ ਸੰਬੰਧਿਤ ਰਾਜ ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਉਦੇਸ਼ ਲਈ ਮੌਜੂਦਾ ਸਮੇਂ ਲਈ ਲਾਗੂ ਕਿਸੇ ਕਾਨੂੰਨ ਮਤਲਬ ਅਯੋਗ ਠਹਿਰਾਇਆ ਗਿਆ, ਤਾਂ ਜੇਕਰ ਕੋਈ ਵਿਅਕਤੀ ਰਾਜ ਵਿਧਾਨ ਸਭਾ ਦੁਆਰਾ ਚੁਣੇ ਗਏ ਕਿਸੇ ਕਾਨੂੰਨ ਅਧੀਨ ਅਯੋਗ ਠਹਿਰਾ, ਮਤਲਬ ਸਟੇਟ ਲੈਜਿਸਲੇਟਿਵ ਦੇ ਵਿੱਚ ਕਹਤਾ ਵੀ ਹਾਂ ਯਾਰ ਇਹ ਬੰਦਾ ਸਹੀ ਨਹੀਂ ਗਾ, ਇਹਦੀ ਡਿਸਕੁਆਲੀਫਿਕੇਸ਼ਨ ਬਣਦੀ ਆ, ਤਾਂ ਉਹਨੂੰ ਡਿਸਕੁਆਲੀਫਾਈ ਕੀਤਾ ਜਾ ਸਕਦਾ। ਕਿਸੇ ਵੀ ਵਿਅਕਤੀ ਨੂੰ ਇਸ ਆਧਾਰ 'ਤੇ ਯੋਗ ਨਹੀਂ ਠਹਿਰਾਇਆ ਜਾ ਸਕਦਾ ਕਿ ਉਹ 25 ਸਾਲ ਤੋਂ ਘੱਟ ਉਮਰ ਦਾ ਹੈ। ਜਿਵੇਂ ਆਪਾਂ ਕਿਹਾ ਸੀ ਕਿ ਵੈਸੇ ਜਿਹੜੀ ਯੋਗਤਾ ਹੁੰਦੀ ਆ ਉਹ ਲਗਭਗ ਉਹਦੇ ਵਾਂਗੂ ਹੁੰਦੀ ਆ ਜਿਵੇਂ ਸਟੇਟ ਅਸੈਂਬਲੀ ਲਈ ਹੁੰਦੀ ਆ, ਪਰ ਉਹਦੇ ਵਿੱਚ ਆਪਾਂ ਪੜ੍ਹਿਆ ਕਿ ਸਟੇਟ ਅਸੈਂਬਲੀ ਲਈ ਤਾਂ ਉਮਰ ਜਿਹੜੀ ਹੁੰਦੀ ਆ ਰਾਜ ਵਿਧਾਨ ਸਭਾ ਲਈ ਤਾਂ 25 ਸਾਲ ਘੱਟ ਤੋਂ ਘੱਟ ਉਮਰ ਆ। ਇਹਦਾ ਮਤਲਬ ਐਂ ਨਹੀਂਗਾ ਵੀ ਜੇ 25 ਸਾਲ ਦਾ 24 ਸਾਲ ਦਾ ਕੋਈ ਕੈਂਡੀਡੇਟ ਆ ਵੀ ਉਹਨੂੰ ਨਹੀਂ ਕਰਾਇਆ ਜਾਊਗਾ, ਤਾਂ ਉਹਦੇ ਲਈ ਉਮਰ 21 ਸਾਲ ਆ। ਇਹੀ ਫਰਕ ਆ ਬਸ ਉਹਦੇ ਵਿੱਚ, ਠੀਕ ਆ, ਹੋਰ ਕੋਈ ਨਹੀਂ। ਹਾਂਜੀ ਅਯੋਗਤਾ ਦੇ ਸਾਰੇ ਸਵਾਲ। ਡਿਸਕੁਆਲੀਫਿਕੇਸ਼ਨ ਦੇ ਵਿੱਚ ਸਾਰਾ ਦਾ ਸਾਰਾ ਨਿਰੰਤਰ ਜਿੰਨਾ ਵੀ ਮਤਲਬ ਸਾਰਾ ਹੁੰਦਾ ਅਥਾਰਟੀ ਕਿਹੜੀ ਆ? ਰਾਜ ਵਿਧਾਨ ਸਭਾ, ਸਟੇਟ ਲੈਜਿਸਲੇਚਰ ਜਿਹੜੀ ਆਪਣੀਆਂ ਉਹੀ ਡਿਟਰਮਾਈਨ ਕਰਦੀ ਆ। ਨੈਕਸਟ ਆ ਗਿਆ ਜੀ ਹੁਣ ਆਪਣਾ। ਹੁਣ ਜੀ ਧਾਰਾ ਆ ਗਈ ਜੀ 243G ਤੋਂ H ਤੱਕ। ਇਹਦੀਆਂ ਸਾਰੀਆਂ ਜਿੰਨੀਆਂ ਇਹਦੀਆਂ ਸ਼ਕਤੀਆਂ ਨੇ, ਅਥਾਰਟੀ ਆ, ਪੰਚਾਇਤ ਦੀਆਂ ਜ਼ਿੰਮੇਵਾਰੀਆਂ ਇਹਦੇ 'ਚ ਦਰਜ ਆ। 11ਵੇਂ ਸ਼ਡਿਊਲ ਦੇ ਵਿੱਚ ਸਾਰਾ ਕੁਛ ਦਰਜ ਆ, ਠੀਕ ਆ। ਇਹ ਸਾਰਾ ਮੈਂ ਤੁਹਾਨੂੰ ਕਰਵਾਇਆ ਹੋਇਆ ਵਾ। ਹੁਣ ਰਾਜ ਵਿੱਤ ਕਮਿਸ਼ਨ ਜਿਹੜੀ ਸਟੇਟ ਫਾਈਨੈਂਸ ਕਮਿਸ਼ਨ ਵੀ ਦੇਖੋ ਜੀ ਹੁਣ ਇਹਦੇ ਵਿੱਚ ਸਥਾਪਿਤ ਕੀਤਾ ਗਿਆ। ਇਹ ਕੀ ਕੀਤਾ ਜੀ 243I ਦੇ ਵਿੱਚ ਦਰਜ ਆ ਇਹ, ਠੀਕ ਹੈ। ਸਟੇਟ ਫਾਈਨੈਂਸ ਕਮਿਸ਼ਨ ਇਹਨਾਂ ਨੇ ਲਾਗੂ ਕੀਤਾ ਕਿਉਂਕਿ ਇਹਦੇ ਵਿੱਚ ਇਹਨੂੰ ਗਠਨ ਕੌਣ ਕਰਦਾ? ਇਹਦਾ ਗਠਨ ਕਰਦਾ ਰਾਜਪਾਲ, ਗਵਰਨਰ ਕਰਦਾ ਵਾ ਉਸ ਰਾਜ ਦਾ। 5 ਸਾਲਾਂ ਲਈ ਨਿਯੁਕਤ ਕੀਤਾ ਜਾਂਦਾ ਵੀ ਹਾਂ ਵੀ ਤੂੰ ਦੇਖਣਾ ਸਾਰਾ ਕੁਛ। ਇਹਦਾ ਕੀ ਦੇਖਿਆ ਜਾਂਦਾ ਇਹਦੇ ਵਿੱਚ ਹੁਣੇ ਵੀ ਦੇਖ ਲਓ। ਹੁਣ ਜੀ ਇਹ ਸਿਫਾਰਿਸ਼ ਕਰਦਾ ਕਿ ਰਾਜ ਦੁਆਰਾ ਲਗਾਏ ਜਾਣ ਵਾਲੇ ਟੈਕਸਾਂ, ਡਿਊਟੀਆਂ, ਟੋਲ, ਫੀਸਾਂ ਦੀ ਸ਼ੁੱਧ ਕਮਾਈ ਨੂੰ ਰਾਜ ਸਰਕਾਰ ਅਤੇ ਪੰਚਾਇਤਾਂ ਦੇ ਵਿਚਕਾਰ ਵੰਡਿਆ ਜਾਵੇ, ਠੀਕ ਆ। ਮਤਲਬ ਜਿਹੜਾ ਕੁਝ ਵੀ ਆ ਰਿਹਾ ਸਹੀ ਤਰੀਕੇ ਨਾਲ ਇਹਦੀ ਵੰਡ ਹੋਵੇ। ਗਰਾਂਟਾਂ ਹੋ ਗਈਆਂ, ਠੀਕ ਆ। ਹੁਣ ਪੰਚਾਇਤਾਂ ਨੂੰ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਬਾਰੇ ਵੀ ਸਿਫਾਰਿਸ਼ ਕਰਦਾ। ਵਿੱਤ ਕਮਿਸ਼ਨ ਦੀ ਰਿਪੋਰਟ ਰਾਜਪਾਲ ਦੁਆਰਾ ਰਾਜ ਵਿਧਾਨ ਸਭਾ ਦੇ ਸਾਹਮਣੇ ਇਸ 'ਤੇ ਕੀਤੀ ਗਈ ਮੈਮੋਰੰਡਮ। ਸੋ ਇੰਨਾ ਜ਼ਿਆਦਾ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ, ਬਸ ਆਹ ਚੀਜ਼ ਕਰ ਲਓ, ਠੀਕ ਆ।
ਸੋ ਜੀ ਹੁਣ ਰਾਜ ਚੋਣ ਕਮਿਸ਼ਨ, ਸਟੇਟ ਇਲੈਕਸ਼ਨ ਕਮਿਸ਼ਨ ਆਪਾਂ ਉਹਦੇ ਬਾਰੇ ਪੜ੍ਹ ਚੁੱਕੇ ਹਾਂ, ਠੀਕ ਆ। ਜਿਹੜਾ ਆਪਣਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੁੰਦਾ ਵਾ, ਠੀਕ ਆ। ਹੁਣ ਜਿਹੜੇ ਸਟੇਟ ਇਲੈਕਸ਼ਨ ਕਮਿਸ਼ਨ ਆ, ਇਹ ਜੀ ਆਰਟੀਕਲ 243 ਦੇ ਵਿੱਚ ਇਹ ਦਰਜ ਆ। ਇਹਦੇ ਵਿੱਚ ਇਹਨਾਂ ਨੇ ਕਿਹਾ ਵੀ ਹਾਂਜੀ ਸਟੇਟ ਇਲੈਕਸ਼ਨ ਕਮਿਸ਼ਨ ਆ ਜਿਹੜਾ ਉਹ ਚੋਣਾਂ ਦੀ ਇਹਦਾ ਸਾਰਾ ਦਾ ਇਹਦੀ ਗਠਨ ਕਰਦਾ ਵਾ। ਇਹ ਨਗਰ ਪੰਚਾਇਤ ਦੀਆਂ ਚੋਣਾਂ ਵਗੈਰਾ ਦੇ ਉੱਤੇ ਵੀ ਤੁਸੀਂ ਸਾਰੀ ਨਿਗਾਹ ਰੱਖਣੀ ਆ। ਰਾਜ ਚੋਣ ਕਮਿਸ਼ਨਰ ਜਿਹੜਾ ਸਟੇਟ ਦਾ ਇਲੈਕਸ਼ਨ ਕਮਿਸ਼ਨਰ ਹੁੰਦਾ ਵਾ, ਉਹਨੂੰ ਅਪਾਇੰਟ ਕੌਣ ਕਰਦਾ? ਗਵਰਨਰ। ਮੋਸਟ ਇੰਪੋਰਟੈਂਟ ਕੁਐਸਚਨ ਆ, ਠੀਕ ਆ ਜੀ। ਸੋ ਇਹਦੇ ਵਿੱਚ ਕਨਫਿਊਜ਼ ਨਾ ਹੋਇਓ, ਠੀਕ ਆ। ਸੋ ਵੈਸੇ ਇਲੈਕਸ਼ਨ ਕਮਿਸ਼ਨ ਦੇ ਉੱਤੇ ਮੈਂ ਤੁਹਾਨੂੰ ਕਰਵਾ ਦਾਂਗਾ ਜਦੋਂ ਆਪਾਂ ਕੌਂਸਟੀਟਿਊਸ਼ਨਲ ਬੋਡੀ ਦੇ ਵਿੱਚ ਕਰਾਂਗੇ, ਠੀਕ ਆ। ਹੁਣ ਇਸ ਤੋਂ ਅਗਲੀ ਕਲਾਸ ਤੋਂ ਉਸ ਤੋਂ ਅਗਲੀ ਕਲਾਸ ਆਪਣੀ ਕੌਂਸਟੀਟਿਊਸ਼ਨਲ ਬੋਡੀਜ਼ ਦੀ ਹੋਏਗੀ, ਉਹਦੇ ਵਿੱਚ ਮੈਂ ਤੁਹਾਨੂੰ ਇਲੈਕਸ਼ਨ ਕਮਿਸ਼ਨ ਚੰਗੀ ਤਰ੍ਹਾਂ ਸਮਝਾ ਦਾਂਗਾ। ਹਾਂਜੀ ਜਿਹੜਾ ਇਹ ਆਪਾਂ ਕਰ ਲਿਆ ਹੋਇਆ, ਠੀਕ ਆ। ਸਟੇਟ ਇਲੈਕਸ਼ਨ ਕਮਿਸ਼ਨ ਇਜ਼ ਵੈਸਟਡ ਵਿਦ ਦਾ ਰਿਸਪੌਂਸਿਬਿਲਟੀਜ਼ ਆਫ ਸਾਰਾ ਕੁਝ, ਠੀਕ ਆ। ਸਾਰੀ ਰਿਸਪੌਂਸਿਬਿਲਟੀ ਹੁੰਦੀ ਆ। ਕਿਹੜੀਆਂ ਰਿਸਪੌਂਸਿਬਿਲਟੀਜ਼ ਹੁੰਦੀਆਂ? ਪੰਚਾਇਤ ਦੀਆਂ ਚੋਣਾਂ। ਪੰਚਾਇਤੀ ਚੋਣਾਂ ਕੌਣ ਕਰਵਾਉਂਦਾ? ਬਾਰ-ਬਾਰ ਮੈਂ ਕਹਿ ਰਿਹਾ, ਇਹਦੇ ਵਿੱਚ ਕਈ ਵਾਰ ਤੁਹਾਨੂੰ ਕਨਫਿਊਜ਼ ਕਰਨ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਲਿਖਿਆ ਜਾਊਗਾ। ਜਿਹੜੀ ਪੰਚਾਇਤੀ ਰਾਜ ਦੀਆਂ ਜਿਹੜੀਆਂ ਲੋਕਲ ਬੋਡੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਚਾਹੇ ਮਿਊਨਿਸਪੈਲਿਟੀਜ਼ ਦੀਆਂ ਹੋ ਗਈਆਂ, ਠੀਕ ਆ, ਉਹਨੂੰ ਕੰਡਕਟ ਕੌਣ ਕਰਦਾ ਵਾ ਜੀ? ਇਲੈਕਸ਼ਨ ਸਟੇਟ ਇਲੈਕਸ਼ਨ ਕਮਿਸ਼ਨ, ਠੀਕ ਆ ਜੀ। ਰਾਜ ਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਕੰਡਕਟ ਕਰਦਾ। ਇਹ ਚੀਜ਼ ਯਾਦ ਰੱਖਿਓ, ਠੀਕ ਆ। ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਲਾਇਆ ਉਹ ਉੱਥੇ, ਠੀਕ ਹੈ। 243 ਦੇ ਵਿੱਚ ਇਹ ਚੀਜ਼ ਦਰਜ ਆ। ਤੇ ਵੋਟਰ ਸੂਚੀਆਂ ਵੀ ਤਿਆਰ ਕਰਦਾ, ਨਿਗਰਾਨੀ ਕਰਦਾ, ਦਿਸ਼ਾ ਦੁਸ਼ਾ ਸਾਰਾ ਕੁਝ ਡਾਇਰੈਕਸ਼ਨ ਵਗੈਰਾ ਕਰਦਾ। ਇਹ ਸਾਰਾ ਕੁਝ ਇਹਨੇ ਦੇਖਣਾ ਹੁੰਦਾ, ਠੀਕ ਹੈ ਜੀ। ਹੁਣ ਜੀ ਆਹ ਕੁਛ ਆਰਟੀਕਲ ਦਿੱਤੇ ਹੋਏ ਆ, ਇਹਦੇ ਵਿੱਚ ਇਹ ਡੈਫੀਨੇਸ਼ਨ ਦਿੰਦਾ ਪੰਚਾਇਤੀ ਰਾਜ ਦੀ 43 ਦੇ ਵਿੱਚ। ਇਹਦੇ ਵਿੱਚ ਇਹ ਗ੍ਰਾਮ ਸਭਾ, ਜਿਹਦੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਗ੍ਰਾਮ ਸਭਾ ਜਿਹੜੀ ਹੁੰਦੀ ਆ ਉਹ 'ਚ ਅਜਿਹੀ ਸ਼ਕਤੀਆਂ ਦੀ ਵਰਤੋਂ ਕਰਦੀ ਹੈ, ਪਿੰਡ ਪੱਧਰ ਤੇ ਅਜਿਹੇ ਕਾਰਜ ਕਰਦੀ ਹੈ ਜਿਹਦੇ 'ਚ ਰਾਜ ਦੀ ਵਿਧਾਨ ਸਭਾ ਕਾਨੂੰਨ ਦੁਆਰਾ ਪ੍ਰਦਾਨ ਕੀਤੀ ਹੈ। ਗ੍ਰਾਮ ਸਭਾ ਸਿਰਫ ਵੋਟਰਾਂ ਦੀ ਸਭਾ ਹੀ ਹੁੰਦੀ ਆ। ਜਿਹੜਾ ਮੈਂ ਤੁਹਾਨੂੰ ਕਿਹਾ ਵੀ 18+ ਤੋਂ ਵੱਧ ਹੋ ਗਿਆ ਤਾਂ ਉਹਦੇ ਵਿੱਚ ਹੋ ਗਿਆ, ਹੋਰ ਇਹਦੇ ਵਿੱਚ ਕੁਛ ਨਹੀਂ। ਤਾਂ ਇਹਦੇ ਵਿੱਚ ਪੰਚਾਇਤੀ ਰਾਜ ਦੀਆਂ ਹੋਰ ਸਾਰੀਆਂ ਸੰਸਥਾਵਾਂ ਜਿਵੇਂ ਕਿ ਗ੍ਰਾਮ ਪੰਚਾਇਤ ਹੋ ਗਈ, ਬਲਾਕ ਪੰਚਾਇਤ ਹੋ ਗਈ, ਜ਼ਿਲ੍ਹਾ ਪਰਿਸ਼ਦ ਦਾ ਗਠਨ ਚੁਣੇ ਹੋਏ ਪ੍ਰਤੀਨਿਧੀਆਂ ਦੁਆਰਾ ਕੀਤਾ ਜਾਂਦਾ ਵਾ। ਗ੍ਰਾਮ ਸਭਾ ਦੁਆਰਾ ਲਏ ਗਏ ਫੈਸਲੇ ਨੂੰ ਕਿਸੇ ਹੋਰ ਸੰਸਥਾ ਦੁਆਰਾ ਰੱਦ ਨਹੀਂ ਕੀਤਾ ਜਾ ਸਕਦਾ ਜਦੋਂ ਇਹ ਰਲ ਮਿਲ ਕੇ ਸਲਾਹ ਕਰਦੇ ਨੇ, ਠੀਕ ਆ। ਗ੍ਰਾਮ ਸਭਾ ਦੇ ਫੈਸਲੇ ਨੂੰ ਰੱਦ ਕਰਨ ਦੀ ਸ਼ਕਤੀ ਕੇਵਲ ਗ੍ਰਾਮ ਸਭਾ ਦੇ ਕੋਲ ਹੀ ਹੁੰਦੀ ਆ। ਬਸ ਇਹ ਚੀਜ਼ ਯਾਦ ਕਰ ਲਓ, ਹੋਰ ਬੜਾ ਜ਼ਿਆਦਾ ਤੁਹਾਨੂੰ ਯਾਦ ਕਰਨ ਦੀ ਜ਼ਰੂਰਤ ਨਹੀਂ, ਠੀਕ ਹੈ ਜੀ। ਇਟ ਇਜ਼ ਅ ਪਰਮਾਨੈਂਟ ਬੋਡੀ। ਹੁਣ ਨੈਕਸਟ ਆ ਗਿਆ ਜੀ ਆਰਟੀਕਲ 243B। ਇਹਦੇ ਵਿੱਚ ਹੁਣ ਜ਼ਿਆਦਾ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ, ਇਹਦੇ ਵਿੱਚ ਆਰਟੀਕਲ ਨਾ ਯਾਦ ਕਰਨ ਲੱਗ ਜਾਓ, ਕਿਉਂਕਿ ਇਹ ਤੁਹਾਨੂੰ ਇੰਨਾ ਹੀ ਪਤਾ ਹੋਣਾ ਚਾਹੀਦਾ ਕਿ ਕਦੋਂ ਕਿਹਦੇ ਵਿੱਚ ਆ। ਕਈ ਵਾਰ ਜੇਕਰ ਤੁਹਾਨੂੰ ਪੁੱਛਿਆ ਜਾਊਗਾ ਇਹਦੇ ਵਿੱਚ ਤਾਂ ਡਿਊਰੇਸ਼ਨ ਨਹੀਂ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚ ਕਿਹੜੀ ਚੀਜ਼ ਪੁੱਛੀ ਜਾਊਗੀ। ਤਾਂ ਇਲੈਕਸ਼ਨ ਬਾਰੇ ਪੁੱਛਿਆ ਜਾ ਸਕਦਾ, ਜਿਹੜੇ ਇਲੈਕਸ਼ਨ 243 ਦੇ ਵਿੱਚ ਦਰਜ ਆ, ਠੀਕ ਆ। ਕਈ ਵਾਰ ਪੁੱਛ ਲੈਂਦੇ ਨੇ ਇਹ, ਠੀਕ ਆ। ਸੋ ਕਰਨਾ ਹੋਇਆ ਹੌਲੀ ਹੌਲੀ ਤੁਸੀਂ ਕਰ ਵੀ ਸਕਦੇ ਹੋ, ਕੋਈ ਦਿੱਕਤ ਵਾਲੀ ਗੱਲ ਨਹੀਂ। ਆਪਾਂ ਤੁਹਾਨੂੰ ਸਾਰੇ ਐਡ ਕਰ ਦਿੱਤੇ ਹੋਏ ਆ। ਵੈਸੇ ਪਹਿਲਾਂ ਤੁਹਾਨੂੰ ਜਿਹੜੇ ਮੇਰੇ ਉੱਪਰ ਵਾਲੇ ਪੁਆਇੰਟ ਕਰਾਏ ਆ ਇਹ ਤੁਹਾਨੂੰ ਯਾਦ ਹੋਣੇ ਚਾਹੀਦੇ ਆ। ਥੱਲੇ ਆਰਟੀਕਲ ਤੁਸੀਂ ਭਾਵੇਂ ਫੇਰ ਯਾਦ ਕਰ ਲਓ, ਠੀਕ ਹੈ ਜੀ। ਸੋ ਡੈਫੀਨੇਸ਼ਨ ਜਿੱਦਾਂ A B ਸਾਰਾ ਕੁਝ ਦਿੱਤਾ ਹੋਏਗਾ। ਪੰਚਾਇਤਾਂ ਦੀ ਕੌਂਸਟੀਟਿਊਸ਼ਨ 243B ਦੇ ਵਿੱਚ ਦਰਜ ਆ, ਠੀਕ ਆ ਜੀ। ਕੰਪੋਜੀਸ਼ਨ ਆਫ ਪੰਚਾਇਤ, ਰਿਜ਼ਰਵੇਸ਼ਨ ਕਿੰਨੇ 'ਚ ਦਰਜ ਆ, ਉੱਪਰ ਮੈਂ ਤੁਹਾਨੂੰ ਕਰਾ ਚੁੱਕਿਆ। ਡਿਊਰੇਸ਼ਨ ਕਿੰਨੇ 'ਚ ਦਰਜ ਆ 243E ਦੇ ਵਿੱਚ। ਇਸ ਤਰ੍ਹਾਂ ਨਾਲ ਤੁਸੀਂ ਕਰ ਸਕਦੇ ਹੋ, ਠੀਕ ਆ। ਡਿਸਕੁਆਲੀਫਿਕੇਸ਼ਨ ਕੀ 'ਚ ਦਰਜ ਆ, ਪਾਵਰਸ G ਦੇ ਵਿੱਚ ਮੈਂ ਤੁਹਾਨੂੰ ਉੱਪਰ ਕਰਵਾ ਚੁੱਕਿਆ ਮੈਂ ਕਿ ਇਹ ਵਾਲੇ ਆਰਟੀਕਲ 'ਚ ਦਰਜ ਆ। ਤਾਂ ਸਾਰੇ ਆਪਾਂ ਤੁਹਾਨੂੰ ਐਡ ਕਰਤੇ ਹੋਏ ਆ, ਹੌਲੀ ਹੌਲੀ ਕਰ ਦਿਓ। ਇੱਕਦਮ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਯਾਦ ਹੋਣੀਆਂ ਵੀ ਨਹੀਂ ਆ, ਠੀਕ ਆ। ਜ਼ਿਆਦਾਤਰ ਕੁਐਸਚਨ ਤੁਹਾਨੂੰ ਮੈਂ ਕਹਿੰਦਾ ਵਾ ਕਿ ਜ਼ਿਆਦਾਤਰ ਪੂਰਾ ਮਤਲਬ 90% ਚਾਂਸ ਜਿਹੜਾ ਮੈਂ ਉੱਪਰ ਵਾਲੀਆਂ ਚੀਜ਼ਾਂ ਤੁਹਾਨੂੰ ਮੇਨ ਫੋਕਸ ਦੇ ਕੇ ਕਰਾਈਆਂ ਨੇ ਉਹਦੇ 'ਚ ਆਉਣ ਦੀ ਸੰਭਾਵਨਾ। ਹੁਣ ਆਪਣਾ ਥੋੜ੍ਹਾ ਜਿਹਾ ਮਿਊਨਿਸਪਲ ਕਮੇਟੀਜ਼ ਆਪਾਂ ਕਰਨਾ, ਇਹਦੇ 'ਚੋਂ ਜ਼ਿਆਦਾ ਕੁਐਸਚਨ ਨਹੀਂ ਬਣਦੇ ਮਿਊਨਿਸਪਲ ਕਮੇਟੀ 'ਚੋਂ, ਸਿੱਧੇ ਕੁਐਸਚਨ ਬਣਦੇ ਆਪਾਂ ਤੁਹਾਨੂੰ ਕਰਵਾ ਦਿੰਦੇ ਹਾਂ ਉਹ ਵੀ, ਠੀਕ ਹੈ ਜੀ। ਕਰਦੇ ਹਾਂ ਸ਼ੁਰੂ ਆਪਾਂ। ਹੁਣ ਮਿਊਨਿਸਪੈਲਿਟੀਜ਼ ਜਿਹਨੂੰ ਆਪਾਂ ਨਗਰ ਪਾਲਿਕਾ ਕਹਿੰਦੇ ਆ, ਇਹਦੇ ਵਿੱਚ ਇਹ ਜੀ ਆਪਣੀ ਲੋਕਲ ਸੈਲਫ ਗਵਰਨਮੈਂਟ ਹੁੰਦੀ ਆ ਅਰਬਨ ਏਰੀਏ ਦੇ ਵਿੱਚ, ਠੀਕ ਆ। ਜਿਹੜੇ ਮਤਲਬ ਕਿ ਆਪਣਾ ਸ਼ਹਿਰੀ ਖੇਤਰ ਹੋ ਗਏ ਉਹਦੇ ਵਿੱਚ ਇਹਨੂੰ ਆਪਾਂ ਕਹਿ ਦਿੰਦੇ ਕਿ ਉਹਦੇ ਵਿੱਚ ਇਹ ਬਣਾਈ ਜਾਂਦੀ ਆ। ਕੁਝ ਵਿਵਸਥਾਵਾਂ ਕੀਤੀਆਂ ਗਈਆਂ ਨੇ ਇਹਦੇ ਵਿੱਚ। ਹੁਣ ਇਹਦਾ ਤੁਹਾਨੂੰ ਇਹ ਦਰਜ ਹੋਣਾ ਚਾਹੀਦਾ ਵਾ ਕਿ ਹਾਂਜੀ 9X ਜਿਵੇਂ ਕਿ ਪੰਚਾਇਤੀ ਰਾਜ ਦੇ ਵਿੱਚ ਜਿਹੜਾ 9 ਸ਼ਡਿਊਲ ਦੇ ਵਿੱਚ, ਠੀਕ ਆ, ਪਾਰਟ 9 ਦੇ ਵਿੱਚ ਆਪਾਂ ਪੜ੍ਹਿਆ ਸੀਗਾ, ਹਾਂਜੀ ਸੰਵਿਧਾਨ ਦੇ ਪਾਰਟ 9 ਦੇ ਵਿੱਚ ਦਰਜ ਆ। ਉਹਦੇ ਵਿੱਚ ਜਿੰਨਾ ਕੁਝ ਵੀ ਦਰਜ ਆ, ਚਾਹੇ ਸੀਟਾਂ ਦਾ ਰਾਖਵਾਂਕਰਨ, ਸਟੇਟ ਜਿਹੜਾ ਆਪਣਾ ਫਾਈਨੈਂਸ ਕਮਿਸ਼ਨ ਆਪਾਂ ਤਿਆਰ ਕੀਤਾ ਸੀ, ਠੀਕ ਆ, ਉਹਦੇ ਵਿੱਚ ਜਾਂ ਰਾਜ ਚੋਣ ਕਮਿਸ਼ਨ, ਉਹ ਸਾਰਾ ਕੁਝ ਜਿਹੜਾ ਕੁਝ ਉਹ ਉਹਦੇ ਲਈ ਪੰਚਾਇਤੀ ਰਾਜ ਲਈ ਕਰਦਾ, ਜਿਹੜੇ ਮੈਂ ਤੁਹਾਨੂੰ ਉੱਪਰ ਐਡ ਕੀਤੇ ਨੇ ਉਹੀ ਸਾਰਾ ਕੁਝ ਮਿਊਨਿਸਪੈਲਿਟੀਜ਼ ਲਈ ਵੀ ਕਰਦਾ। ਸੋ ਅਲੱਗ ਤੋਂ ਆਪਾਂ ਨੂੰ ਪੜ੍ਹਨ ਦੀ ਜ਼ਰੂਰਤ ਨਹੀਂ ਹੈ। ਪੜ੍ਹਨਾ ਕੀ ਆ ਜੀ ਆਪਾਂ ਇਹਦੇ ਵਿੱਚ ਅਲੱਗ ਚੀਜ਼ ਕੀ ਆ ਉਹ ਐਡ ਕੀਤਾ ਸੀ ਜੀ ਸਾਡਾ 73ਵੀਂ ਸੋਧ 'ਚ। ਆਹ ਚੀਜ਼ ਯਾਦ ਰੱਖਣੀ ਆ ਹੁਣ, ਠੀਕ ਆ। ਉਹ 73rd ਸੋਧ ਅਮੈਂਡਮੈਂਟ 'ਚ ਕੀਤਾ ਸੀ। ਇਹ ਕੌਂਸਟੀਟਿਊਸ਼ਨਲ ਦੀ 1992 ਦੀ ਜਿਹੜੀ 74ਵੀਂ ਸੋਧ ਸੀ, ਠੀਕ ਆ। 74th ਅਮੈਂਡਮੈਂਟ ਦੇ ਵਿੱਚ ਮਿਊਨਿਸਪਲ ਕਮੇਟੀਜ਼ ਐਡ ਕੀਤੀਆਂ ਸੀ ਤੇ ਜੂਨ 1993 ਦੇ ਵਿੱਚ ਇਹ ਫੋਰਸ 'ਚ ਆ ਗਈਆਂ ਸੀ। ਬਸ ਸਿੰਪਲ ਇਹ ਚੀਜ਼ ਯਾਦ ਕਰ ਲਓ। ਇਹਦਾ ਸ਼ਡਿਊਲ ਵੀ ਅਲੱਗ ਆ। ਉਹਦੇ ਵਿੱਚ ਆਪਾਂ ਪੜ੍ਹਿਆ ਸੀ 11ਵੇਂ ਸ਼ਡਿਊਲ ਦੇ ਵਿੱਚ ਪੰਚਾਇਤੀ ਰਾਜਾਂ ਐਡ ਕੀਤੀਆਂ, 11ਵਾਂ ਸ਼ਡਿਊਲ ਐਡ ਕੀਤਾ ਸੀ, ਠੀਕ ਆ। ਉਹਦੇ ਵਿੱਚ ਪੰਚਾਇਤੀ ਰਾਜਾਂ ਬਾਰੇ ਸਾਰਾ ਕੁਝ ਦਰਜ ਆ। ਤਾਂ ਇਹਦੀ 12ਵਾਂ ਸ਼ਡਿਊਲ ਆ ਜਿਹੜਾ 12ਵੇਂ ਦੇ ਵਿੱਚ ਇੱਕ ਅੱਗੇ ਜਾ ਕੇ ਮਤਲਬ ਉਸ ਤੋਂ ਬਾਅਦ ਇਹਨਾਂ ਨੇ ਮਿਊਨਿਸਪਲ ਕਮੇਟੀ ਲਈ 12ਵੇਂ ਸ਼ਡਿਊਲ ਦੇ ਵਿੱਚ ਸਾਰੀਆਂ ਚੀਜ਼ਾਂ ਦਰਜ ਕਰਤੀਆਂ ਹੋਈਆਂ। ਬਸ ਇੱਕ ਸ਼ਡਿਊਲ ਯਾਦ ਹੋਣਾ ਚਾਹੀਦਾ, ਇੱਕ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ, ਇੱਕ ਦਾ ਪਾਰਟ, ਉਹ ਪਾਰਟ 9 ਸੀਗਾ, ਇਹ ਪਾਰਟ 9 ਨਹੀਂ ਆ। ਬਸ ਠੀਕ ਹੈ, 9 ਦੇ ਨਾਲ ਇਹ ਲਾ ਦਿਓ, ਇਹ ਮਿਊਨਿਸਪਲ ਮਤਲਬ ਇੱਕ ਸਟੈਪ ਅੱਗੇ ਚਲੇ ਜਾਓ, ਤੁਹਾਨੂੰ ਸਾਰਾ ਪੂਰਾ ਕਲੀਅਰ ਹੋ ਜਾਏਗਾ, ਠੀਕ ਹੈ ਜੀ।
ਤਾਂ ਇਹਦੇ 18 ਆਈਟਮਾਂ ਦਰਜ ਆ। 18 ਆਈਟਮਾਂ ਦੇ ਵਿੱਚ ਵੀ ਬਸ ਉਹੀ ਜਿਹੜੀਆਂ ਆਪਾਂ ਉਹਦੇ ਵਿੱਚ 29 ਪੜ੍ਹੀਆਂ ਸੀਗੀਆਂ। ਹਾਂਜੀ, ਇਹਦੇ ਵਿੱਚ ਸਾਰਾ ਕੁਝ ਮਿਊਨਿਸਪੈਲਿਟੀ ਦੇ ਵਿੱਚ ਹੁਣ ਰੋਡ ਹੁੰਦਾ, ਸਾਰਾ ਕੁਝ ਜਿਹੜੇ ਵੀ ਪ੍ਰੋਬਲਮ ਹੁੰਦੇ ਆ। ਹੁਣ ਇਹਦੇ ਵਿੱਚ ਨਾ ਮਿਊਨਿਸਪੈਲਿਟੀ ਦੇ ਵਿੱਚ ਇਹਦੇ ਵਿੱਚ ਜਿੱਦਾਂ ਹਾਊਸ ਟੈਕਸ ਹੁੰਦਾ, ਠੀਕ ਆ, ਹਾਊਸ ਟੈਕਸ ਵਗੈਰਾ ਸਾਰਾ ਕੁਛ ਇਹ ਮੈਨੇਜ ਕਰਦੇ ਨੇ, ਜਾਂ ਫੇਅਰ ਟੈਕਸ ਹੋ ਗਿਆ, ਠੀਕ ਆ, ਇਹ ਸਾਰੀ ਉਹਨਾਂ ਦੀ ਕਲੈਕਸ਼ਨ ਹੁੰਦੀ ਆ ਜਿਹੜੀ ਇਹਨਾਂ ਦੀ, ਠੀਕ ਆ, ਉਹ ਸਾਰਾ ਕੁਛ ਇਹਨਾਂ ਨੂੰ ਮੈਨੇਜ ਕਰਨਾ ਹੁੰਦਾ ਮਿਊਨਿਸਪੈਲਿਟੀਜ਼ ਦੇ ਵਿੱਚ। ਹੁਣ ਨੈਕਸਟ ਆ ਗਿਆ ਜੀ 243 P ਤੋਂ ਲੈ ਕੇ ZZ ਤੱਕ ਇਹ ਲੇਖ ਇੱਥੇ ਨਗਰ ਪਾਲਿਕਾ ਦੇ ਨਾਲ ਸੰਬੰਧਿਤ ਨੇ, ਠੀਕ ਹੈ ਜੀ। ਸਿੰਪਲ ਜੀ ਗੱਲ ਆ, ਇਹ ਤੁਹਾਨੂੰ ਆਰਟੀਕਲ ਥੋੜਾ ਜਿਹਾ ਨਿਗਾਹ ਮਾਰ ਲਿਓ ਕਿ ਹਾਂ ਇੰਨੇ ਤੋਂ ਇੰਨੇ ਨੰਬਰ ਆਰਟੀਕਲ ਤੱਕ ਮਿਊਨਿਸਪੈਲਿਟੀਜ਼ ਨਾਲ ਸੰਬੰਧਿਤ ਆ। ਹੁਣੇ PSSB ਦੇ ਇੱਕ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ ਜੀ ਉਹਨਾਂ ਨੇ ਜੀ ਕਿ ਪਹਿਲੀ ਮਿਊਨਿਸਪਲ ਕਾਰਪੋਰੇਸ਼ਨ ਆ ਜਿਹੜੀ ਉਹ ਕਿੱਥੇ ਸੈਟਅਪ ਹੋਈ ਸੀ ਜੀ? ਮਦਰਾਸ ਦੇ ਵਿੱਚ ਹੋਈ ਸੀ। ਮੋਸਟ ਰਿਪੀਟਡ ਕੁਐਸਚਨ ਆ ਪੇਪਰ ਦੇ ਵਿੱਚ ਮਿਊਨਿਸਪੈਲਿਟੀਜ਼ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਕਿ ਜਿਹੜੀ ਪਹਿਲੀ ਨਗਰ ਨਿਗਮ ਆ ਜਿਹੜੀ ਮਿਊਨਿਸਪਲ ਕਾਰਪੋਰੇਸ਼ਨ ਆ ਉਹ ਕਿੱਥੇ ਹੋਈ ਸੀ ਜੀ? ਮਦਰਾਸ ਦੇ ਵਿੱਚ। 1687 ਵੀ ਲਿਖਿਆ ਆ ਸਕਦਾ, 88 ਵੀ ਲਿਖਿਆ ਆ ਸਕਦਾ, ਠੀਕ ਹੈ ਜੀ। ਸੋ ਕਈ ਜਗ੍ਹਾ 87 ਲਿਖਿਆ ਹੋਇਆ, ਕਈ ਜਗ੍ਹਾ 88 ਲਿਖਿਆ ਹੋਇਆ। 1726 ਦੇ ਵਿੱਚ ਤੇ ਬੰਬਈ ਤੇ ਕਲਕੱਤੇ ਦੇ ਵਿੱਚ ਸਥਾਪਨਾ ਹੋਈ, ਠੀਕ ਆ ਜੀ। ਸੋ ਲਾਰਡ ਰਿਪਨ ਸੇਮ ਟੂ ਸੇਮ ਉਹੀ ਚੀਜ਼, ਲਾਰਡ ਰਿਪਨ ਨੂੰ ਕਿਹਾ ਜਾਂਦਾ ਫਾਦਰ ਆਫ ਦੀ ਲੋਕਲ ਸੈਲਫ ਗਵਰਨਮੈਂਟ। ਸੋ ਜੀ ਆਹ ਚੀਜ਼ ਹੁਣ ਤੁਹਾਨੂੰ ਯਾਦ ਕਰਨੀ ਪੈਣੀ ਹੈ ਇਹਦੇ ਵਿੱਚ ਮੇਨ ਇੰਪੋਰਟੈਂਟ ਚੀਜ਼ ਇਹੀ ਬਣਦੀ ਆ ਕਿ ਇਹਦੇ ਵਿੱਚ ਜਿਹੜੇ ਸਾਇਲੈਂਟ ਫੀਚਰ ਇਹਦੇ ਕਿਹੜੇ ਨੇ ਜੀ? 3 ਟਾਈਪ ਦੀ ਮਿਊਨਿਸਪੈਲਿਟੀਜ਼ ਹੁੰਦੀਆਂ ਨੇ ਅਰਬਨ ਏਰੀਆ ਦੇ ਵਿੱਚ। 243 ਕਿਊ ਦੇ ਵਿੱਚ ਇਹਨਾਂ ਨੇ ਸਾਰੀ ਐਲੀਜੀਬਿਲਿਟੀ ਵਗੈਰਾ ਸਾਰਾ ਕੁਝ ਦੱਸਿਆ ਹੋਇਆ ਵੀ ਹਾਂਜੀ ਇੰਨੇ ਦੇ ਵਿੱਚ ਇਹ ਦਰਜ ਆ। ਦੇਖੋ ਜੀ, ਇੱਕ ਹੁੰਦੀ ਆ ਜੀ ਨਗਰ ਪੰਚਾਇਤ, ਇੱਕ ਹੋ ਗਈ ਮਿਊਨਿਸਪਲ ਕਾਉਂਸਲ, ਇੱਕ ਹੋ ਗਈ ਆਪਣੀ ਮਿਊਨਿਸਪਲ ਕਾਰਪੋਰੇਸ਼ਨ। ਇਹ 3 ਚੀਜ਼ਾਂ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਠੀਕ ਆ। ਮਿਊਨਿਸਪਲ ਕਾਰਪੋਰੇਸ਼ਨ, ਮਿਊਨਿਸਪਲ ਕਾਉਂਸਲ ਤੇ ਨਗਰ ਪੰਚਾਇਤ, ਠੀਕ ਆ ਜੀ। ਸੋ ਨੈਕਸਟ ਆਪਾਂ ਕਰਦੇ ਹਾਂ ਹੁਣ ਜੀ ਨਗਰ ਪੰਚਾਇਤ ਦੇ ਵਿੱਚ ਕੀ ਹੁੰਦਾ? ਨਗਰ ਪੰਚਾਇਤ ਦੇ ਵਿੱਚ ਇੱਕ ਪਰਿਵਰਤਨਸ਼ੀਲ ਇਲਾਕਾ ਹੁੰਦਾ। ਮੰਨ ਲਓ ਕੋਈ ਇੱਕ ਪਿੰਡ ਆ, ਠੀਕ ਹੈ ਜੀ, ਇੱਕ ਪਿੰਡ ਆ, ਇੱਕ ਪਿੰਡ ਦੇ ਵਿੱਚ ਮੰਨ ਲਓ ਉਹ ਪਿੰਡ ਸੀ, ਠੀਕ ਆ, ਉਹ ਹੌਲੀ ਹੌਲੀ ਕੀ ਕਰ ਰਿਹਾ ਜੀ? ਸ਼ਹਿਰੀ ਖੇਤਰ ਦੇ ਵਿੱਚ ਤਬਦੀਲ ਹੋ ਰਿਹਾ ਵਾ, ਮਤਲਬ ਨਾਲ ਰਲ ਲਿਆ ਵਾ, ਉਹਨੂੰ ਕਹਿ ਦਿੰਦੇ ਆ ਜੀ ਨਗਰ ਪੰਚਾਇਤ। ਸਿੰਪਲ ਜੀ ਗੱਲ ਆ, ਠੀਕ ਆ, ਉਹ ਨਗਰ ਪੰਚਾਇਤ ਦੇ ਅੰਡਰ ਆ ਜਾਂਦਾ ਵਾ, ਠੀਕ ਆ। ਹੁਣ ਨੈਕਸਟ ਦੇਖੋ ਜੀ ਨਗਰ ਕੌਂਸਲ, ਇਹਦੇ ਜਿਹੜੇ ਦੂਸਰਾ ਟੀਅਰ ਇਹਦਾ ਆ ਜਾਂਦਾ, ਠੀਕ ਆ, ਮਿਊਨਿਸਪੈਲਿਟੀਜ਼ ਦਾ, ਉਹਨੂੰ ਕਹਿ ਦਿੰਦੇ ਆ ਜੀ ਨਗਰ ਕੌਂਸਲ, ਜਿਹਨੂੰ ਆਪਾਂ ਮਿਊਨਿਸਪਲ ਕੌਂਸਲ ਕਹਿ ਦਿੰਦੇ ਆ। ਇਹ ਆਪਾਂ ਮੰਨ ਲਓ ਕੋਈ ਛੋਟਾ ਸ਼ਹਿਰੀ ਖੇਤਰ ਆ ਨਾ, ਮਤਲਬ ਛੋਟਾ ਜਿਹਾ ਸ਼ਹਿਰ ਹੋ ਗਿਆ, ਠੀਕ ਆ, ਛੋਟਾ ਸ਼ਹਿਰ ਹੋ ਗਿਆ, ਉਹਨੂੰ ਆਪਾਂ ਮਿਊਨਿਸਪਲ ਕੌਂਸਲ ਕਹਿ ਰਹੇ ਹਾਂ। ਮਿਊਨਿਸਪਲ ਕਾਰਪੋਰੇਸ਼ਨ ਕਿਹਨੂੰ ਕਹਿੰਦੇ ਆ? ਇਹ ਇੱਕ ਵੱਡੀ ਸ਼ਹਿਰ ਹੁੰਦਾ, ਬਹੁਤ ਹੀ ਜ਼ਿਆਦਾ ਵੱਡਾ ਸ਼ਹਿਰੀ ਖੇਤਰ ਹੋ ਗਿਆ, ਜਿਵੇਂ ਮੰਨ ਲਓ ਕੋਈ ਵੀ ਮੈਟਰੋ ਸਿਟੀ ਦਿੱਲੀ ਹੋ ਗਿਆ, ਬੰਬੇ ਹੋ ਗਿਆ, ਇਹਨੂੰ ਆਪਾਂ ਕਹਿ ਦਿੰਦੇ ਆ ਆਪਣਾ ਮਿਊਨਿਸਪਲ ਕਾਰਪੋਰੇਸ਼ਨ ਦੇ ਅੰਡਰ। ਬਸ ਇਹ ਚੀਜ਼ ਯਾਦ ਕਰ ਦਿਓ, ਕਈ ਵਾਰ ਪੇਪਰ 'ਚ ਡਾਇਰੈਕਟ ਕੁਐਸਚਨ ਬਣ ਜਾਂਦਾ ਵਾ, ਠੀਕ ਹੈ ਜੀ। ਹੁਣ ਨਿਯਮਤ ਅੰਤਰਾਲ ਤੇ ਚੋਣਾਂ ਕਰਦੇ ਨੇ ਇਹ, ਠੀਕ ਆ ਜੀ। ਪੂਰੇ ਨਗਰ ਨਿਗਮਾਂ ਨੂੰ ਵਾਰਡਾਂ 'ਚ ਵੰਡਿਆ ਜਾਂਦਾ ਵਾ, ਠੀਕ ਆ, ਸਾਰਿਆਂ ਨੂੰ, ਠੀਕ ਆ। ਨਗਰ ਪਾਲਿਕਾ ਦੇ ਜਿਹੜੇ ਮੈਂਬਰ ਹੁੰਦੇ ਨੇ ਇਹਦੀ ਚੋਣ ਸਿੱਧੀ ਡਾਇਰੈਕਟ ਪੀਪਲਾਂ ਦੁਆਰਾ, ਲੋਕਾਂ ਦੁਆਰਾ ਕੀਤੀ ਜਾਂਦੀ ਨੇ ਇਹ, ਠੀਕ ਆ, ਜਿਵੇਂ ਆਪਾਂ ਪੰਚਾਇਤੀ ਦੇ ਵਿੱਚ ਕਰਦੇ ਹਾਂ, ਠੀਕ ਆ, ਗ੍ਰਾਮ ਪੰਚਾਇਤ ਦੇ ਵਿੱਚ ਕਰਦੇ ਹਾਂ। ਤਾਂ ਜੀ ਲੈਜਿਸਲੇਟਿਵ ਵਿੱਚ ਪਹਿਲਾਂ ਵਾਰਡਸ ਵਿੱਚੋਂ ਇਲੈਕਟ ਕਰਕੇ ਕਾਉਂਸਲਰ ਬਣਦਾ ਵਾ, ਫਿਰ ਮੇਅਰ ਜਾਂ ਪ੍ਰੈਜ਼ੀਡੈਂਟ ਬਣਦਾ ਵਾ, ਠੀਕ ਆ। ਫਿਰ ਐਗਜ਼ੀਕਿਊਟਿਵ ਕਿਹੜਾ ਹੁੰਦਾ ਇਹਦਾ? ਸਟੇਟ ਗਵਰਨਮੈਂਟ ਹੀ ਕਿਸੇ ਸੀਨੀਅਰ IAS ਆਫੀਸਰ ਨੂੰ ਇਹਦਾ ਆਪਣਾ ਐਗਜ਼ੀਕਿਊਟਿਵ ਬਣਾ ਦਿੰਦੀ ਹੈ। ਇਹਦੀ ਮਿਆਦ ਵੀ ਸੇਮ ਟੂ ਸੇਮ ਮੈਂ ਤੁਹਾਨੂੰ ਦੱਸਿਆ ਸੀਗਾ 5 ਸਾਲ, ਉਹਦੇ ਬਰਾਬਰ ਹੀ ਆ ਜਿਵੇਂ ਪੰਚਾਇਤੀ ਰਾਜ ਦੀ ਆ। ਰਾਜ ਚੋਣ ਕਮਿਸ਼ਨ ਮੈਂ ਤੁਹਾਨੂੰ ਕਰਾਇਆ ਕਿ ਸਟੇਟ ਇਲੈਕਸ਼ਨ ਕਮਿਸ਼ਨ ਇਹਦੀਆਂ ਨਗਰ ਪਾਲਿਕਾ ਦੀ ਵੀ ਕਰਾਉਂਦਾ ਵਾ ਚੋਣ, ਪੰਚਾਇਤੀ ਰਾਜ ਦੀਆਂ ਵੀ ਚੋਣਾਂ ਕਰਾਉਂਦਾ, ਠੀਕ ਹੈ ਜੀ। ਹੁਣ ਜੀ ਮਿਊਨਿਸਪਲ ਕਾਰਪੋਰੇਸ਼ਨ ਆਫ ਨਗਰ ਨਿਗਮ ਬਾਰੇ ਆਪਾਂ ਥੋੜ੍ਹਾ ਜਿਹਾ ਪੜ੍ਹ ਲਈਏ, ਠੀਕ ਹੈ ਜੀ। ਤਾਂ ਇਹ ਵੱਡੇ ਸ਼ਹਿਰਾਂ ਦੇ ਪ੍ਰਸ਼ਾਸਨ ਲਈ ਬਣਾਈਆਂ ਗਈਆਂ। ਨਗਰ ਨਿਗਮ ਦੀ ਸਥਾਪਨਾ ਕੀਤੀ ਗਈ ਸੀ, ਕਿਉਂ ਕੀਤੀ ਸੀ? ਇਹਦੇ ਵਿੱਚ ਰਾਜਾਂ ਵਿੱਚ ਰਾਜ ਵਿਧਾਨ ਸਭਾਵਾਂ ਦੇ ਐਕਟਾਂ ਦੁਆਰਾ ਕੀਤੀ ਗਈ ਸੀ। ਸੰਸਦ ਦੇ ਐਕਟਾਂ ਰਾਹੀਂ ਕੇਂਦਰ ਸ਼ਾਸਿਤ, ਠੀਕ ਹੈ ਜੀ। ਰਾਜ ਜਿਹੜਾ ਸਟੇਟ ਲੈਜਿਸਲੇਚਰ ਆ ਇਹ ਕਰਦੀ ਆ ਜੀ ਆਪਣਾ ਰਾਜਾਂ ਦੇ ਵਿੱਚ, ਜਿਹੜੀ ਸਟੇਟ ਆ, ਕੋਈ ਵੀ ਸਟੇਟ ਆ, ਸਟੇਟ ਦੇ ਵਿੱਚ ਸਟੇਟ ਲੈਜਿਸਲੇਚਰ ਕਰਦੀ ਆ ਇਹਨੂੰ। ਤੇ ਮੰਨ ਲਓ ਕੋਈ UT ਹੋ ਗਈ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਆ, ਉਹ 'ਚ ਸੰਸਦ ਕੋਈ ਆਪਦੇ ਐਕਟ ਬਣਾ ਕੇ ਜਿਹੜੀ ਪਾਰਲੀਮੈਂਟ ਆਪਣੀ ਉਹ ਕਰਦੀ ਆ, ਠੀਕ ਹੈ ਜੀ। ਇਹ ਚੀਜ਼ ਪੁਆਇੰਟ ਯਾਦ ਕਰਨਾ ਗਾ। ਸੋ ਆਹ ਸਾਰਾ ਕੁਛ ਆਪਾਂ ਕਰਾਇਆ ਹੋਇਆ, ਠੀਕ ਆ। ਰਾਜ ਚੋਣ ਕਮਿਸ਼ਨ ਹੀ ਇਹਦੀਆਂ ਚੋਣਾਂ ਕਰਵਾਉਂਦਾ ਵਾ। 243 ZA ਦੇ ਵਿੱਚ ਇਲੈਕਸ਼ਨ ਆਫ ਦਾ ਮਿਊਨਿਸਪੈਲਿਟੀਜ਼ ਲਿਖੀਆਂ ਹੋਈਆਂ, ਠੀਕ ਹੈ ਜੀ। ਨੈਕਸਟ ਆ ਗਿਆ ਹੁਣ ਜੀ ਮਿਊਨਿਸਪਲ ਕੌਂਸਲ, ਜਿਹੜੀ ਨਗਰ ਕੌਂਸਲ ਦੀ ਆਪਾਂ ਗੱਲ, ਕੌਂਸਲ ਵਿੱਚ ਲੋਕਾਂ ਦੁਆਰਾ ਚੁਣੇ ਹੋਏ ਮੈਂਬਰ ਹੁੰਦੇ ਨੇ, ਠੀਕ ਹੈ ਜੀ। ਕੌਂਸਲ ਕਾਰਪੋਰੇਸ਼ਨ ਦਾ ਵਿਚਾਰ ਵਟਾਂਦਰਾ ਕਰਦਾ, ਕੌਂਸਲ ਦੀ ਅਗਵਾਈ ਮੇਅਰ ਕਰਦਾ ਵਾ, ਠੀਕ ਹੈ ਜੀ। ਸੋ ਇਹਦੇ 'ਚੋਂ ਜ਼ਿਆਦਾ ਕੁਐਸਚਨ ਨਹੀਂ ਪੁੱਛੇ ਜਾਂਦੇ ਮਿਊਨਿਸਪਲ ਕਮੇਟੀ ਨਾਲੋਂ ਜ਼ਿਆਦਾ ਜਿਹੜੇ ਆਪਣੇ ਪੰਚਾਇਤੀ ਰਾਜ ਆ, ਪੰਚਾਇਤੀ ਰਾਜ 'ਚ ਜ਼ਿਆਦਾ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਮਿਊਨਿਸਪਲ ਦਾ ਇੱਕ ਕਮਿਸ਼ਨਰ ਹੁੰਦਾ ਜਿਹੜਾ ਕਿ ਰਾਜ ਸਰਕਾਰ ਸਟੇਟ ਗਵਰਨਮੈਂਟ ਅਪਾਇੰਟ ਕਰਦੀ ਆ, IAS ਹੁੰਦਾ ਵਾ, IAS ਆਫੀਸਰ ਹੋ ਸਕਦਾ ਵਾ ਇਹ, ਠੀਕ ਹੈ ਜੀ। ਹਾਂਜੀ ਨਗਰ ਪਾਲਿਕਾ ਕਮਿਸ਼ਨਰ ਜਾਂ ਮੁੱਖ ਕਾਰਜਕਾਰੀ ਜਿਹੜਾ ਅਧਿਕਾਰੀ ਹੁੰਦਾ ਇਹ ਕੀਤਾ ਜਾਂਦਾ ਰਾਜ ਸਰਕਾਰ ਨਿਰਧਾਰਿਤ ਕਰਦੀ ਆ, ਨਿਯੁਕਤ ਕਰਦੀ ਆ। ਰੋਜ਼ਾਨਾ ਪ੍ਰਸ਼ਾਸਨ ਇਹ ਦੇਖਦਾ ਵਾ ਸਾਰਾ ਕੁਛ, ਠੀਕ ਹੈ ਜੀ। ਹੁਣ ਜੀ ਆ ਗਿਆ ਜੀ ਆਰਟੀਕਲ 243 P ਤੋਂ ਲੈ ਕੇ 243 ZZ, ਇਹਦੇ ਵਿੱਚ ਦਰਜ ਆ ਸਾਰਾ ਕੁਝ ਆਪਾਂ ਦਿੱਤਾ ਹੋਇਆ ਵਾ, ਠੀਕ ਆ। ਇਹਦੇ ਵਿੱਚ ਇਹ ਸਾਰੇ ਤੁਸੀਂ ਦੇਖ ਸਕਦੇ ਹੋ, ਹੌਲੀ ਹੌਲੀ ਯਾਦ ਕਰ ਲਿਓ, ਇੱਕਦਮ ਯਾਦ ਨਾ ਕਰਿਓ ਕਿਉਂਕਿ ਇੱਕਦਮ ਯਾਦ ਤੁਹਾਨੂੰ ਹੋਣੇ ਵੀ ਨਹੀਂ, ਠੀਕ ਹੈ ਜੀ। ਸੋ ਪਹਿਲਾਂ ਜਿਹੜੇ ਉੱਪਰਲੇ ਪੁਆਇੰਟ ਆ ਉਹ ਯਾਦ ਕਰੋ, ਇਹ ਤੁਸੀਂ ਹੌਲੀ ਹੌਲੀ ਕਰ ਸਕਦੇ ਹੋ। ਆਪਾਂ ਤੁਹਾਨੂੰ ਐਡ ਕਰਤਾ ਹੋਇਆ ਵਾ, ਠੀਕ ਆ। ਕਲਾਸ ਆਪਣੀ ਖਤਮ ਹੋ ਗਈ ਹੋਈ ਆ,
ਬਹੁਤ ਹੀ ਮਿਹਨਤ ਦੇ ਨਾਲ ਇਹ ਕਲਾਸ ਬਣੀ ਆ ਜੀ। 3 ਘੰਟੇ ਰਾਤ ਲੱਗੇ ਨੇ ਇਹਨੂੰ ਕਲਾਸ ਨੂੰ, ਤੇ 3 ਹੀ ਘੰਟੇ ਮੇਰੇ ਅੱਜ ਲੱਗੇ ਨੇ, ਠੀਕ ਆ। ਦਿਨ ਦੇ ਵਿੱਚ 3 ਘੰਟੇ ਲਾਏ ਨੇ ਤੇ 3 ਘੰਟੇ ਰਾਤ ਲੱਗੇ ਨੇ। ਸੋ ਬਹੁਤ ਮਿਹਨਤ ਨਾਲ ਤੁਹਾਨੂੰ, ਤਾਂ ਕਿ ਕੋਈ ਵੀ ਪੁਆਇੰਟ ਮਿਸ ਨਾ ਹੋਵੇ, ਤਾਂ ਕਿ ਤੁਹਾਨੂੰ ਬਾਰ-ਬਾਰ ਕੋਈ ਬੁੱਕ ਵਗੈਰਾ ਨਾ ਫੋਲਣੀ ਪਵੇ। ਇੱਕ ਵਾਰ ਤੁਹਾਡੀ ਥਿਊਰੀ ਚੰਗੀ ਤਰ੍ਹਾਂ ਕੀਤੀ ਹੋਊਗੀ, ਪੜ੍ਹੀ ਹੋਊਗੀ, ਸਾਰੇ ਪੁਆਇੰਟ ਤੁਹਾਨੂੰ ਪੜ੍ਹੇ ਹੋਣਗੇ, ਤਾਂ ਉਹ ਯਾਦ ਵੀ ਬਾਅਦ 'ਚ ਹੁੰਦੇ ਨੇ। ਇੱਕਦਮ ਤੁਸੀਂ ਟ੍ਰਿਕਾਂ ਦੇ ਨਾਲ ਕੋਈ ਵੀ ਚੀਜ਼ ਯਾਦ ਨਹੀਂ ਕਰ ਸਕਦੇ ਹੁੰਦੇ ਜੇਕਰ ਤੁਹਾਨੂੰ ਉਹ ਚੀਜ਼ ਹੀ ਨਹੀਂ ਪਤਾ, ਕਿਉਂਕਿ ਅੱਜ ਕੱਲ੍ਹ ਕਨਸੈਪਚੁਅਲ ਬੇਸ ਕੁਐਸਚਨ ਆ ਰਹੇ ਨੇ, ਸਿੱਧੇ ਸਿੱਧਾ ਤੁਹਾਨੂੰ ਉਹੋ ਜਿਹੇ ਕੁਐਸਚਨ ਬਹੁਤ ਘੱਟ ਪੁੱਛੇ ਜਾ ਰਹੇ ਨੇ। ਸੋ ਉਹ ਚੀਜ਼ਾਂ ਵੀ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਕਿ ਕਨਸੈਪਟ ਤੁਹਾਨੂੰ ਕਲੀਅਰ ਹੋਣੇ ਚਾਹੀਦੇ ਆ ਵੀ ਹਾਂ ਇਹ 'ਚ ਡੀਸੈਂਟਰਲਾਈਜੇਸ਼ਨ ਹੁੰਦੀ ਹੈ, ਇਹਦੇ ਵਿੱਚ ਇਹ ਹੁੰਦਾ, ਇਹਦੇ ਵਿੱਚ ਇਹ ਹੁੰਦਾ, ਸਾਰਾ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਹੀ ਤੁਹਾਡੇ ਪੇਪਰ ਦੇ ਵਿੱਚ ਇਹ ਕੁਐਸਚਨ ਜਦੋਂ ਆਉਣਗੇ ਤਾਂ ਨੰਬਰ ਤੁਹਾਡੇ ਪੱਕੇ ਹੋਣਗੇ, ਠੀਕ ਹੈ ਜੀ। ਸੋ ਜਿਹੜੀ ਚੀਜ਼ ਦੇ ਉੱਤੇ ਮੈਂ ਤੁਹਾਨੂੰ ਸਟ੍ਰੈਸ ਦੇ ਕੇ ਕਿਹਾ ਵਾ ਰੈੱਡ ਤੇ ਯੈਲੋ ਕੀਤੀ ਹੋਈ ਆ, ਉਹ ਚੀਜ਼ ਤੁਹਾਨੂੰ ਯਾਦ ਹੋਣੀ ਚਾਹੀਦੀ ਆ। ਜਿਸ ਤਰ੍ਹਾਂ ਮਰਜ਼ੀ ਕਰੋ, 2 ਵਾਰੀ 3 ਵਾਰੀ ਰਿਵੀਜ਼ਨ ਕਰੋਗੇ ਨਾ ਤੁਸੀਂ, ਤਾਂ ਤੁਹਾਨੂੰ ਸਾਰੀਆਂ ਚੀਜ਼ਾਂ ਯਾਦ ਹੋ ਜਾਣਗੀਆਂ, ਠੀਕ ਹੈ ਜੀ। ਬਾਕੀ ਆਪਾਂ ਜਦੋਂ ਹੁਣ ਰੀਸੈਂਟਲੀ ਹੁਣ ਆਪਾਂ 1 ਸਤੰਬਰ ਤੋਂ ਆਪਾਂ ਪੂਰੀ ਵਧੀਆ ਸੀਰੀਜ਼ ਲੈ ਕੇ ਆ ਰਹੇ ਹਾਂ, ਠੀਕ ਹੈ ਜੀ। ਸੋ ਉਹ 'ਚ ਆਪਾਂ ਜੀਕੇ ਦੇ 500 MCU ਕਰਾਂਗੇ, ਜਿਹਦੇ ਵਿੱਚ ਕਿ ਵੱਖ-ਵੱਖ ਸਾਰੇ ਸਬਜੈਕਟ ਆਪਾਂ ਐਡ ਕਰਾਂਗੇ। ਤਾਂ ਇਹਦੇ ਵਿੱਚ ਜ਼ਿਆਦਾਤਰ ਕੁਐਸਚਨ ਉਹੀ ਹੋਣਗੇ ਜਿਹੜੇ ਪੇਪਰਾਂ ਦੇ ਵਿੱਚ ਜ਼ਿਆਦਾਤਰ ਰਿਪੀਟਡ ਹੁੰਦੇ ਨੇ, ਠੀਕ ਹੈ ਜੀ। ਸੋ ਧੰਨਵਾਦ ਜੀ, ਮਿਲਦੇ ਆ ਹੁਣ ਆਪਾਂ ਆਪਣੀ ਅਗਲੀ ਕਲਾਸ, ਠੀਕ ਹੈ। 24 ਨੰਬਰ ਕਲਾਸ ਖਤਮ ਹੋ ਗਈ, ਹੁਣ ਆਪਾਂ 25 ਨੰਬਰ ਕਲਾਸ ਦੇ ਵਿੱਚ ਮਿਲਾਂਗੇ, ਠੀਕ ਹੈ ਜੀ, ਤੁਹਾਡੇ ਨਾਲ। ਠੀਕ ਹੈ ਜੀ, ਧੰਨਵਾਦ ਜੀ। ਸਬਸਕ੍ਰਾਈਬ, ਸ਼ੇਅਰ, ਲਾਈਕ ਜ਼ਰੂਰ ਕਰੋ ਜੀ।